ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਦੇ ਭੈਣਾਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਏਸੀਆਰ ਪੰਜਾਬ ਐਗਜ਼ਾਮ ਦੇ ਉੱਤੇ। ਅੱਜ ਦੀ ਇਹ ਵੀਡੀਓ ਲੈਕਚਰ ਦੇ ਵਿੱਚ ਆਪਾਂ ਪੰਜਾਬ ਪੁਲਿਸ ਕਾਂਸਟੇਬਲ 2024 ਦੇ ਵਿੱਚ ਪੁੱਛੇ ਗਏ ਕੰਪਿਊਟਰ ਦੇ ਸਾਰੇ ਪ੍ਰੀਵੀਅਸ ਈਅਰ ਕੁਐਸਚਨਸ ਕਵਰ ਅਪ ਕਰਾਂਗੇ। 2024 ਦੇ ਵਿੱਚ ਕੁੱਲ ਮਿਲਾ ਕੇ 68 ਸ਼ਿਫਟਾਂ ਹੋਈਆਂ ਸੀ ਕਾਂਸਟੇਬਲ ਦੀਆਂ, ਜਿਹਦੇ ਵਿੱਚ ਕਿ ਹਰ ਇੱਕ ਸ਼ਿਫਟ ਦੇ ਵਿੱਚ ਕੰਪਿਊਟਰ ਦੇ 5 ਕੁਐਸਚਨ ਆਏ ਸੀ, ਯਾਨੀ ਕੁੱਲ ਮਿਲਾ ਕੇ 340 ਕੁਐਸਚਨਸ ਬਣਦੇ ਨੇ, ਜੋ ਕਿ ਆਪਾਂ ਅੱਜ ਦੀ ਇਸ ਮੈਰਾਥਨ ਕਲਾਸ ਦੇ ਵਿੱਚ ਕੰਪਲੀਟ ਕਰਾਂਗੇ। ਤਾਂ ਸੋਨੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ, ਤਾਂ ਕਿ ਤੁਹਾਡੇ ਜਿਹੜੇ ਕੰਪਿਊਟਰ ਦੇ ਪ੍ਰੀਵੀਅਸ ਈਅਰ ਕੁਐਸਚਨ ਨੇ ਇੱਕ ਵੀਡੀਓ ਦੇ ਵਿੱਚ ਹੀ ਕੰਪਲੀਟ ਹੋ ਪਾਣ। ਕੰਪਿਊਟਰ ਦੇ ਪ੍ਰੀਵੀਅਸ ਈਅਰ ਕੁਐਸਚਨਸ ਦੇ ਨਾਲ ਬਾਕੀ ਸਾਰੇ ਹੀ ਜਿਹੜੇ ਸਬਜੈਕਟਸ ਦੇ ਪ੍ਰੀਵੀਅਸ ਈਅਰ ਕੁਐਸਚਨਸ ਉਨੇ ਹੀ ਇੰਪੋਰਟੈਂਟ ਹੁੰਦੇ ਨੇ, ਕਿਉਂਕਿ ਅਲਟੀਮੇਟਲੀ ਪ੍ਰੀਵੀਅਸ ਈਅਰ ਕੁਐਸਚਨਸ ਬਾਰ-ਬਾਰ ਰਿਪੀਟ ਹੁੰਦੇ ਨੇ ਤੇ ਚਾਂਸਸ ਹੁੰਦੇ ਨੇ ਵੀ ਉਹ ਐਗਜ਼ੈਕਟਲੀ ਰਿਪੀਟ ਹੋ ਕੇ ਤੁਹਾਡੇ ਪੇਪਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ। ਇਸ ਕਰਕੇ ਪ੍ਰੀਵੀਅਸ ਈਅਰ ਕੁਐਸਚਨਸ ਕਰਨੇ ਆਪਣੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਨੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੰਪਿਊਟਰ ਦੇ ਪ੍ਰੀਵੀਅਸ ਈਅਰ ਕੁਐਸਚਨਸ ਕੰਪਲੀਟ ਕਰਾਂਗੇ, ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੇ ਜਣਿਆਂ ਨੇ ਦੇਖਣਾ ਹੈ। ਉਹਦੇ ਨਾਲ ਇਹ PDF ਤੁਹਾਨੂੰ ਕਿੱਥੇ ਦੇਖਣ ਨੂੰ ਮਿਲੂਗੀ, ਉਹਦਾ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸਾਂਗਾ ਵੀ ਕਿੱਥੇ ਤੁਹਾਨੂੰ PDF ਦੇਖਣ ਨੂੰ ਮਿਲੂਗੀ ਤੇ ਕਿੱਥੇ ਤੁਸੀਂ ਇਹਨੂੰ ਡਾਊਨਲੋਡ ਕਰ ਸਕਦੇ ਹੋ। ਠੀਕ ਹੈ, ਵੀਡੀਓ ਦੀ ਜਿਹੜੀ PDF ਦੀ ਆਨਸਰ ਕੀ ਹੈ ਉਹ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੇਖਣ ਨੂੰ ਮਿਲੂਗੀ। ਆਨਸਰ ਕੀ ਸੈਪਰੇਟ ਤੁਹਾਨੂੰ ਨਹੀਂ ਦੇਖਣ ਨੂੰ ਮਿਲੂਗੀ। PDF ਤੁਹਾਨੂੰ ਪ੍ਰਿੰਟੇਬਲ ਫਾਰਮੈਟ ਦੇ ਵਿੱਚ ਤੁਸੀਂ ਪ੍ਰਿੰਟ ਕਰਾ ਸਕਦੇ ਹੋ, ਉਹ ਤੁਹਾਨੂੰ ਮੈਂ ਦੱਸ ਦਾਂਗਾ ਵੀਡੀਓ ਦੇ ਵਿੱਚ ਵੀ ਕਿੱਥੇ ਦੇਖਣ ਨੂੰ ਮਿਲੂਗੀ। ਤਾਂ ਆਪਾਂ ਕੁਐਸਚਨਸ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣਾ ਕੁਐਸਚਨ ਆ ਜਾਂਦਾ ਹੈ, ਟੂ ਚੇਂਜ ਦਾ ਆਰਡਰ ਆਫ ਸਲਾਈਡ ਔਰ ਸੈਕਸ਼ਨ ਡੈਸ਼ ਕੈਨ ਬੀ ਯੂਜ਼ਡ। ਅਗਰ ਤੁਹਾਨੂੰ ਸਲਾਈਡਸ ਦਾ ਸੈਕਸ਼ਨ ਚੇਂਜ ਕਰਨਾ ਹੈ ਜਾਂ ਫਿਰ ਉਹਨਾਂ ਦਾ ਆਰਡਰ ਚੇਂਜ ਕਰਨਾ ਹੈ, ਮਤਲਬ ਪਹਿਲੀ ਸਲਾਈਡ ਨੂੰ ਤੀਜੀ ਸਲਾਈਡ ਬਣਾਉਣਾ, ਤੀਜੀ ਸਲਾਈਡ ਨੂੰ ਪਹਿਲੀ ਸਲਾਈਡ ਬਣਾਉਣਾ, ਤਾਂ ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਆਪਸ਼ਨ ਯੂਜ਼ ਕੀਤਾ ਜਾਂਦਾ? ਤਾਂ ਸਲਾਈਡ ਸੌਰਟਰ ਵਿਊ ਹੈ ਜਿਹੜਾ, ਉਹਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ, ਵਿਚ ਫੀਚਰ ਫॉर scheduling result allow you to write email in advance and send them letter। ਇਹਦੇ ਵਿੱਚ ਇਹ ਕਿਹਾ ਗਿਆ ਵੀ ਤੁਸੀਂ ਈਮੇਲ ਨੂੰ ਪਹਿਲਾਂ ਹੀ ਲਿਖ ਕੇ ਰੱਖ ਲੈਂਦੇ ਹੋ ਤੇ ਉਹਨੂੰ ਬਾਅਦ ਦੇ ਵਿੱਚ ਸੈਂਡ ਕਰ ਸਕਦੇ ਹੋ। ਇਹ ਜਿਹੜੀ ਤੁਹਾਨੂੰ ਸੁਵਿਧਾ ਮਿਲਦੀ ਹੈ, ਇਹ ਸੁਵਿਧਾ ਕਿਹੜਾ ਫੀਚਰ ਦਿੰਦਾ? ਤਾਂ ਡਿਲੇਡ ਸੈਂਡਿੰਗ ਦਾ ਇੱਕ ਫੀਚਰ ਹੁੰਦਾ ਜਿਹਦੇ ਥਰੂ ਤੁਹਾਨੂੰ ਇਹ ਸੁਵਿਧਾ ਮਿਲਦੀ ਹੁੰਦੀ ਹੈ। ਠੀਕ ਹੈ, ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ, ਹਾਊ ਮੈਨੀ ਬਾਈਟਸ ਆਰ ਇਨ 1 ਪੈਟਾਬਾਈਟ। ਇੱਕ ਪੈਟਾਬਾਈਟ ਦੇ ਵਿੱਚ ਤੁਹਾਨੂੰ ਕਿੰਨੇ ਬਾਈਟਸ ਦੇਖਣ ਨੂੰ ਮਿਲਦੇ ਨੇ? ਤਾਂ ਇੱਕ ਪੈਟਾਬਾਈਟ ਦੇ ਵਿੱਚ ਤੁਹਾਨੂੰ 1024 ਟੈਰਾਬਾਈਟ ਹੁੰਦੇ ਨੇ। ਤਾਂ ਆਪਾਂ ਇੱਕ ਵਾਰ ਇਹਦਾ ਜਿਹੜੀ ਕ੍ਰੋਨੋਲੋਜੀ ਹੈ ਉਹ ਦੇਖ ਲੈਂਦੇ ਹਾਂ। ਦੇਖੋ, ਇੱਕ KB ਹੁੰਦਾ ਸਭ ਤੋਂ ਪਹਿਲਾਂ, ਜਿਹਦੇ ਵਿੱਚ 1024 ਬਾਈਟਸ ਹੁੰਦੇ ਨੇ। ਉਸ ਤੋਂ ਬਾਅਦ ਇੱਕ MB ਆਉਂਦਾ, ਇੱਕ MB ਦੇ ਵਿੱਚ ਤੁਹਾਨੂੰ 1024 ਕਿਲੋਬਾਈਟ ਦੇਖਣ ਨੂੰ ਮਿਲਦੇ ਨੇ। ਉਸ ਤੋਂ ਬਾਅਦ ਇੱਕ GB ਆਉਂਦਾ, ਜਿਹਦੇ ਵਿੱਚ ਕਿ ਤੁਹਾਨੂੰ 1024 MB ਦੇਖਣ ਨੂੰ ਮਿਲਦੀ ਹੈ। ਤੇ ਉਸ ਤੋਂ ਬਾਅਦ ਇੱਕ TB ਆਉਂਦਾ, ਜਿਹਦੇ ਵਿੱਚ ਤੁਹਾਨੂੰ 1024 ਟੈਰਾਬਾਈਟ GB ਦੇਖਣ ਨੂੰ ਮਿਲਦੇ ਨੇ। ਤੇ ਉਸ ਤੋਂ ਬਾਅਦ ਇੱਕ PB ਆਉਂਦਾ, ਜਿਹਦੇ ਵਿੱਚ ਕਿ ਤੁਹਾਨੂੰ 1024 ਟੈਰਾਬਾਈਟ ਦੇਖਣ ਨੂੰ ਮਿਲਦੇ ਆ। ਉਸ ਤੋਂ ਬਾਅਦ ਇੱਕ EB ਆਉਂਦਾ, ਜਿਹਦੇ ਵਿੱਚ ਕਿ ਤੁਹਾਨੂੰ 1024 PB ਦੇਖਣ ਨੂੰ ਮਿਲਦਾ। ਠੀਕ ਹੈ, ਇਹ ਜਿਹੜੀ ਕ੍ਰੋਨੋਲੋਜੀ ਯਾਦ ਰੱਖਿਓ, ਕਿਉਂਕਿ ਇਹ ਤੋਂ ਵੀ ਤੁਹਾਨੂੰ ਡਾਇਰੈਕਟਲੀ ਕੁਐਸਚਨ ਦੇਖਣ ਨੂੰ ਮਿਲ ਸਕਦਾ। ਉਹਦੇ ਨਾਲ ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਬਾਈਟ ਦੇ ਵਿੱਚ ਤੁਹਾਨੂੰ 8 ਬਿਟਸ ਦੇਖਣ ਨੂੰ ਮਿਲਦੀਆਂ ਨੇ ਤੇ ਇੱਕ ਨਿਬਲ ਦੇ ਵਿੱਚ ਤੁਹਾਨੂੰ 4 ਬਿਟਸ ਦੇਖਣ ਨੂੰ ਮਿਲਦੀਆਂ ਨੇ। ਬਿਟਸ ਸਭ ਤੋਂ ਸਮਾਲੈਸਟ ਯੂਨਿਟ ਹੈ ਆਪਣੀ ਮੈਮਰੀ ਦੀ। ਠੀਕ ਹੈ, ਇਹ ਚੀਜ਼ ਵੀ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ, ਵਟ ਇਜ਼ ਦਾ ਕਰੈਕਟ ਸੀਕੁਐਂਸ ਆਫ ਕਰੈਕਟ ਕੀਬੋਰਡ ਸ਼ਾਰਟਕਟ। ਕੀਬੋਰਡ ਸ਼ਾਰਟਕਟ ਤੁਹਾਨੂੰ ਇੱਥੇ ਮੈਂਸ਼ਨ ਕੀਤੇ ਗਏ ਨੇ, ਇੱਕ ਤਾਂ ਕਾਪੀ ਤੇ ਦੂਜਾ ਪੇਸਟ। ਇਹਦਾ ਜਿਹੜਾ ਕਰੈਕਟ ਸੀਕੁਐਂਸ ਦੇ ਵਿੱਚ ਸ਼ਾਰਟਕਟ ਕੀਜ਼ ਦੱਸਣਾ, ਤਾਂ Ctrl+C ਕਾਪੀ ਦੀ ਹੁੰਦੀ ਹੈ ਤੇ Ctrl+V ਪੇਸਟ ਦੀ ਹੁੰਦੀ ਹੈ। ਤਾਂ ਆਪਸ਼ਨ ਜਿਹੜਾ ਫਸਟ ਆ ਉਹ ਬਿਲਕੁਲ ਕਰੈਕਟ ਰਹੂਗਾ। ਉਹਦੇ ਨਾਲ ਹੀ Ctrl+P ਪ੍ਰਿੰਟ ਦੀ ਕਮਾਂਡ ਹੁੰਦੀ ਹੈ, Ctrl+S ਕੰਟਰੋਲ ਸੇਵ ਕਰਨ ਵਾਸਤੇ ਕੋਈ ਡਾਕੂਮੈਂਟ ਨੂੰ, Ctrl+C ਕਾਪੀ ਵਾਸਤੇ, Ctrl+Y ਰੀਡੂ ਵਾਸਤੇ ਹੁੰਦੀ ਹੈ। ਜਿਵੇਂ Ctrl+Z ਦੀ ਜਿਹੜੀ ਕਮਾਂਡ ਹੁੰਦੀ ਹੈ, Ctrl+Z, ਇਹ ਅੰਡੂ ਕਰਨ ਵਾਸਤੇ ਹੈ ਵੀ ਤੁਸੀਂ ਕੋਈ ਕੰਮ ਗਲਤ ਕਰਤਾ ਤੇ ਉਹਨੂੰ ਅੰਡੂ ਕਰਨ ਵਾਸਤੇ Ctrl+Z ਦਾ ਯੂਜ਼ ਕੀਤਾ ਜਾਂਦਾ ਹੈ। ਉਹਦੇ ਨਾਲ ਹੀ ਤੁਹਾਨੂੰ ਕੋਈ ਕੰਮ ਨੂੰ ਗਲਤੀ ਨਾਲ ਇਰੇਜ਼ ਕਰਤਾ ਤਾਂ Ctrl+Y ਦੀ ਕਮਾਂਡ ਉਹਨੂੰ ਰੀਡੂ ਕਰਨ ਵਾਸਤੇ ਯੂਜ਼ ਕੀਤੀ ਜਾਂਦੀ ਹੈ। ਉਵੇਂ Ctrl+Y ਰੀਡੂ ਤੇ Ctrl+C ਆਪਣਾ ਕਾਪੀ ਲਈ ਯੂਜ਼ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਆ ਜਾਂਦਾ ਹੈ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ, ਵਿਚ ਆਫ ਦਾ ਫੋਲੋਇੰਗ ਇੰਟਰਨੈਟ ਮੀਡੀਆ ਜਨਰਲੀ ਆਫਰ ਦਾ ਹਾਈਐਸਟ ਸਪੀਡ ਬੈਂਡਵਿਡਥ। ਯਾਨੀ ਇਹ 400 ਨੂੰ ਮੀਡੀਆਸ ਦਿੱਤੇ ਹੋਏ ਨੇ, ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਹਾਈਐਸਟ ਸਪੀਡ ਬੈਂਡਵਿਡਥ ਤੁਹਾਨੂੰ ਕਿਹਦੇ ਵਿੱਚ ਦੇਖਣ ਨੂੰ ਮਿਲੂਗੀ? ਤਾਂ ਇਹਦਾ ਜਿਹੜਾ ਆਨਸਰ ਹੈ ਉਹ ਹੈ ਫਾਈਬਰ ਆਪਟਿਕਸ। ਫਾਈਬਰ ਆਪਟਿਕਸ ਕੇਬਲ ਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਸਪੀਡ ਦੇਖਣ ਨੂੰ ਮਿਲਦੀ ਹੈ। ਰੀਜ਼ਨ ਬਿਹਾਈਂਡ ਇਹ, ਤੁਸੀਂ ਦੇਖੋ, ਜਦੋਂ ਤੁਸੀਂ ਘਰੇ ਆਪਣੇ ਵਾਈਫਾਈ ਲਗਵਾਉਂਦੇ ਹੋ ਜਾਂ ਫਿਰ ਸੈਟ ਟੌਪ ਬਾਕਸ ਲਗਵਾਉਂਦੇ ਹੋ, ਉਹਦੇ ਵਿੱਚ ਤੁਹਾਨੂੰ ਇੱਕ ਈਥਰਨੈਟ ਕੇਬਲ ਦਾ ਸਪੋਰਟ ਮਿਲਦਾ ਹੈ। ਠੀਕ ਹੈ, ਉਹ ਈਥਰਨੈਟ ਕੇਬਲ ਕੀ ਹੁੰਦੀ ਹੈ? ਤੁਹਾਡੇ ਲੈਪਟਾਪ ਜਾਂ ਕੰਪਿਊਟਰ ਦੇ ਵਿੱਚ ਕਨੈਕਟ ਹੋ ਜਾਂਦੀ ਹੈ। ਉਹ ਲੈਪਟਾਪ ਜਾਂ ਕੰਪਿਊਟਰ ਦੇ ਵਿੱਚ ਜਦੋਂ ਤੁਸੀਂ ਈਥਰਨੈਟ ਕੇਬਲ ਨੂੰ ਇਨਸਰਟ ਕਰਦੇ ਹੋ, ਜਿਹਦੇ ਨਾਲ ਕਿ ਤੁਹਾਡੇ ਲੈਪਟਾਪ ਤੇ ਕੰਪਿਊਟਰ ਦੇ ਵਿੱਚ ਸਪੀਡ ਜਿਹੜੀ ਹੁੰਦੀ ਹੈ ਉਹ ਜ਼ਿਆਦਾ ਆਉਂਦੀ ਹੈ ਰਿਲੇਟਿਵਲੀ। ਅਗਰ ਤੁਸੀਂ ਫੋਨ ਦੇ ਵਿੱਚ
ਵਾਈਫਾਈ ਨੂੰ ਰੇਡੀਓ ਸਿਗਨਲਸ ਦੇ ਥਰੂ ਯੂਜ਼ ਕਰ ਰਹੇ ਹੋ। ਸਮਝ ਆ ਰਹੀ ਹੈ? ਯਾਨੀ ਕਿ ਜਿਹੜੀ ਕੇਬਲਸ ਹੁੰਦੀਆਂ ਨੇ, ਜਿਵੇਂ ਫਾਈਬਰ ਆਪਟਿਕਸ ਕੇਬਲ ਹੁੰਦੀਆਂ ਨੇ, ਉਹਨਾਂ ਦੇ ਵਿੱਚ ਜਿਹੜੀ ਸਪੀਡ ਹੈ ਜਿਹੜੀ ਇੰਟਰਨੈਟ ਦੀ, ਉਹ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਵਟ ਇਜ਼ ਦਾ ਪਰਪਸ ਆਫ ਸਲਾਈਡ ਲੇਆਊਟ ਵਾਈਲ ਕ੍ਰੀਏਟਿੰਗ ਅ ਬਲੈਂਡ ਪ੍ਰੈਜੈਂਟੇਸ਼ਨ ਇਨ MS ਪਾਵਰਪੁਆਇੰਟ? ਯਾਨੀ ਸਲਾਈਡ ਲੇਆਊਟ ਦਾ ਜਿਹੜਾ ਫੀਚਰ ਹੁੰਦਾ, ਉਹ ਤੁਹਾਡੀ ਜਦੋਂ ਤੁਸੀਂ ਇੱਕ ਬਲੈਂਕ ਪ੍ਰੈਜੈਂਟੇਸ਼ਨ ਤਿਆਰ ਕਰਦੇ ਹੋ, ਉਹਦੇ ਵਿੱਚ ਜਦੋਂ ਤੁਸੀਂ ਕੋਈ ਵੀ ਸਲਾਈਡ ਇਨਸਰਟ ਕਰਨੀ ਹੁੰਦੀ ਹੈ, ਜਿਵੇਂ ਕਿ ਟਾਈਟਲ ਤੇ ਬੋਡੀ ਦੀ ਸਲਾਈਡ ਇਨਸਰਟ ਕਰਨੀ ਹੈ, ਤਾਂ ਉਹ ਕਾਹਦੇ ਵਾਸਤੇ ਹੁੰਦਾ, ਕੀ ਪਰਪਸ ਹੁੰਦਾ ਉਹਦਾ? ਤਾਂ ਇਹਦਾ ਜਿਹੜਾ ਇਟ ਡਿਫਾਈਨਸ ਦਾ ਪੋਜੀਸ਼ਨ, ਸਭ ਤੋਂ ਪਹਿਲਾਂ ਤਾਂ ਇਹ ਪੋਜੀਸ਼ਨ ਦੱਸਦਾ ਵੀ ਉੱਪਰਲੇ ਪਾਸੇ ਤੁਹਾਡੀ ਟਾਈਟਲ ਦੇਖਣ ਨੂੰ ਮਿਲੂਗਾ, ਉਹਦੇ ਨੀਚੇ ਤੁਹਾਨੂੰ ਬੋਡੀ ਬਾਕਸ ਦੇਖਣ ਨੂੰ ਮਿਲੂਗਾ, ਜਾਂ ਫਿਰ ਕੰਟੈਂਟ, ਇਹ ਕੰਪੈਰੀਜ਼ਨ ਕੰਟੈਂਟ ਵਾਲੀ ਬੋਡੀ ਦੇਖਣ ਨੂੰ ਮਿਲੂਗੀ। ਤੇ ਫਾਰਮੈਟਿੰਗ ਆਫ ਪਲੇਸ ਹੋਲਡਰ ਕੀ ਹੁੰਦਾ? ਪਲੇਸ ਹੋਲਡਰ ਉਹ ਜਗ੍ਹਾ ਹੁੰਦੀ ਹੈ ਜਿੱਥੇ ਕਿ ਤੁਸੀਂ ਆਪਣੇ ਟੈਕਸਟ ਨੂੰ ਰੱਖ ਸਕਦੇ ਹੋ ਜਾਂ ਫਿਰ ਇਮੇਜ ਨੂੰ ਇਨਸਰਟ ਕਰ ਸਕਦੇ ਹੋ। ਠੀਕ ਹੈ, ਇਹ ਜਿਹੜਾ ਏਰੀਆ ਹੁੰਦਾ ਇਹਨੂੰ ਪਲੇਸ ਹੋਲਡਰ ਕਹਿੰਦੇ ਆ ਆਪਾਂ। ਜਿਵੇਂ ਟਾਈਟਲ ਸਲਾਈਡ ਦੇ ਵਿੱਚ ਫੋਰ ਐਗਜ਼ਾਮਪਲ ਤੁਸੀਂ ਟਾਈਟਲ ਲਿਖਦੇ ਹੁੰਦੇ ਹੋ ਨਾ ਕਿਸੇ ਵੀ ਸਲਾਈਡ ਦੇ ਵਿੱਚ, ਜਾਂ ਫਿਰ ਬੋਡੀ ਦੇ ਵਿੱਚ ਤੁਸੀਂ ਆਪਣਾ ਕੰਟੈਂਟ ਲਿਖਦੇ ਹੁੰਦੇ ਹੋ, ਉਹ ਜਿਹੜਾ ਬਾਕਸ ਹੁੰਦਾ ਉਹਨੂੰ ਪਲੇਸ ਹੋਲਡਰ ਕਹਿੰਦੇ ਆ। ਇਹਦੇ ਰਿਗਾਰਡਿੰਗ ਅੱਗੇ ਵੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਵੱਲ ਚੱਲਦੇ ਆ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਿਚ ਫੰਕਸ਼ਨਸ ਡਸ ਦਾ ਬਾਇਓਸ ਪਰਫਾਰਮ ਇਨ ਅ ਕੰਪਿਊਟਰ? ਬਾਇਸ ਕੀ ਹੁੰਦਾ? ਬੇਸਿਕ ਇਨਪੁਟ ਐਂਡ ਆਊਟਪੁੱਟ ਸਿਸਟਮ। ਠੀਕ ਹੈ, ਇਹ ਕਿਹੜਾ ਫੰਕਸ਼ਨ ਪਰਫਾਰਮ ਕਰਦਾ? ਤਾਂ ਇਹ ਆਪਣੇ ਨਾ ਕੰਪਿਊਟਰ ਨੂੰ ਬੂਟ ਕਰਨ ਦੇ ਵਿੱਚ ਹੈਲਪ ਕਰਦਾ ਹੈ, ਤੇ ਦੂਜਾ ਇਹ ਕੰਮ ਕਰਦਾ ਜਿਹੜੇ ਆਪਣੇ ਹਾਰਡਵੇਅਰਸ ਲੱਗੇ ਹੁੰਦੇ ਨੇ ਕੰਪਿਊਟਰ ਦੇ ਅੰਦਰ ਹੀ, ਜਿਵੇਂ ਰੈਮ ਲੱਗੀ ਹੁੰਦੀ ਆ, ਠੀਕ ਹੈ, ਫੈਨ ਲੱਗਿਆ ਹੁੰਦਾ, ਉਹਨਾਂ ਨੂੰ ਵੀ ਇਨੀਸ਼ੀਅਲਾਈਜ਼ ਕਰ ਦਿੰਦਾ। ਯਾਨੀ ਕੰਪਿਊਟਰ ਨੂੰ ਸ਼ੁਰੂ ਕਰਨ ਦੇ ਨਾਲ ਨਾਲ ਹਾਰਡਵੇਅਰ ਕੰਪੋਨੈਂਟ ਨੂੰ ਵੀ ਸਿਗਨਲ ਚਲੇ ਜਾਂਦੇ ਨੇ ਵੀ ਤੁਹਾਡਾ ਕੰਮ ਸ਼ੁਰੂ ਹੋ ਗਿਆ, ਪਰ ਇਹਨੂੰ ਸ਼ੁਰੂ ਕਰਨਾ ਹੈ ਆਪਾਂ ਨੇ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਜਾਂਦਾ ਹੈ ਵਟ ਇਜ਼ ਪ੍ਰੋਸੈਸ ਆਫ ਕ੍ਰੀਏਟਿੰਗ ਡਾਟਾ ਸੋਰਸ? ਡਾਟਾ ਸੋਰਸ ਨੂੰ ਕ੍ਰੀਏਟ ਕਰਨ ਦਾ ਕੀ ਪ੍ਰੋਸੈਸ ਹੈ MS ਵਰਡ ਦੇ ਅੰਦਰ ਫॉर ਮੇਲ ਮਰਜ ਪਰਪਸ? ਯਾਨੀ ਮੇਲ ਮਰਜ ਦੇ ਪਰਪਸ ਵਾਸਤੇ ਤੁਹਾਨੂੰ ਡਾਟਾ ਸੋਰਸ ਨੂੰ ਕ੍ਰੀਏਟ ਕਰਨਾ ਹੈ, ਉਹਦਾ ਪ੍ਰੋਸੈਸ ਕੀ ਹੈ ਉਹ ਪੁੱਛਿਆ ਗਿਆ। ਤਾਂ ਇਹਦਾ ਜਿਹੜਾ ਸਹੀ ਪ੍ਰੋਸੈਸ ਹੈ, ਸਭ ਤੋਂ ਪਹਿਲਾਂ ਤੁਸੀਂ ਮੇਲਿੰਗ ਟੈਬ ਦੇ ਉੱਪਰ ਜਾਓਗੇ ਤੇ ਉਸ ਤੋਂ ਬਾਅਦ ਰੈਸਿਪੀਐਂਟ ਨੂੰ ਸਿਲੈਕਟ ਕਰ ਲਓਗੇ। ਠੀਕ ਹੈ, ਇਹਦੇ ਥਰੂ ਹੀ ਤੁਹਾਡਾ ਜਿਹੜਾ ਡਾਟਾ ਸੋਰਸ ਹੈ ਉਹ ਤਿਆਰ ਹੁੰਦਾ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਵੀ ਵਿਚ ਆਫ ਦਾ ਫੋਲੋਇੰਗ ਆਪਸ਼ਨਸ multiple people from different geographical location to connect with each other in real time through text message? ਯਾਨੀ ਇਹਨਾਂ ਨੇ ਕੁੱਲ ਮਿਲਾ ਕੇ ਇਹ ਕਿਹਾ ਵੀ ਡਿਫਰੈਂਟ ਜਿਓਗ੍ਰਾਫੀ ਲੋਕੇਸ਼ਨ, ਯਾਨੀ ਇੱਕ ਬੰਦਾ ਕੈਨੇਡਾ ਬੈਠਾ ਹੈ, ਇੱਕ ਬੈਠਾ ਇੰਡੀਆ, ਇੱਕ ਬੈਠਾ ਆਸਟ੍ਰੇਲੀਆ, ਇੱਕ ਬੈਠਾ UK, ਇਹਨਾਂ ਸਾਰਿਆਂ ਨੇ ਇੱਕ ਦੂਜੇ ਨਾਲ ਗੱਲ ਕਰਨੀ ਹੈ ਟੈਕਸਟ ਮੈਸੇਜ ਦੇ ਥਰੂ। ਤਾਂ ਉਹ ਕੀ ਕੰਮ ਕਰਨਗੇ? ਤਾਂ ਚੈਟਿੰਗ ਕਰਨਗੇ ਉਹ। ਠੀਕ ਹੈ, ਤਾਂ ਚੈਟਿੰਗ ਦਾ ਫੀਚਰ ਹੈ ਜਿਹੜਾ ਉਹ ਯੂਜ਼ ਕਰਦੇ ਹੁੰਦੇ ਨੇ। ਠੀਕ ਹੈ, ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਟ ਡਸ ਇਟ ਇੰਡੀਕੇਟ ਇਫ ਐਨ ਈਮੇਲ ਰਿਮੇਨਸ ਇਨ ਆਊਟਲੁੱਕ ਫੋਲਡਰ? ਠੀਕ ਹੈ, ਆਊਟਲੁੱਕ ਫੋਲਡਰ ਦੇ ਵਿੱਚ ਅਗਰ ਕੋਈ ਈਮੇਲ ਰਹਿੰਦੀ ਹੈ, ਸੋਰੀ ਆਊਟਲੁੱਕ ਫੋਲਡਰ ਨਹੀਂ, ਇੱਥੇ ਆਊਟਬਾਕਸ ਆਊਗਾ, ਇਹ ਮਿਸਟੇਕ ਹੋਈ ਹੈ। ਆਊਟਬਾਕਸ ਫੋਲਡਰ ਦੇ ਵਿੱਚ ਅਗਰ ਕੋਈ ਈਮੇਲ ਪਈ ਹੈ, ਠੀਕ ਹੈ, ਫੋਰ ਐਕਸਟੈਂਡਡ ਪੀਰੀਅਡ ਆਫ ਟਾਈਮ, ਯਾਨੀ ਕਾਫੀ ਲੰਬੇ ਸਮੇਂ ਤੋਂ ਪਈ ਹੈ ਤੇ ਹਜੇ ਤੱਕ ਸੈਂਡ ਨਹੀਂ ਹੋਈ ਹੈ, ਤਾਂ ਉਹਦਾ ਕੀ ਮਤਲਬ ਹੈ? ਤਾਂ ਉਹਦਾ ਸਿੰਪਲ ਜਿਹਾ ਇਹੀ ਮਤਲਬ ਹੈ ਵੀ ਈਮੇਲ ਅਜੇ ਪੈਂਡਿੰਗ ਦੇ ਵਿੱਚ ਪਈ ਹੈ, ਨਾ ਹੀ ਉਹਨੂੰ ਡਿਲੀਟ ਕੀਤਾ ਗਿਆ, ਨਾ ਹੀ ਉਹਨੂੰ ਸੈਂਡ ਕੀਤਾ ਗਿਆ। ਠੀਕ ਹੈ, ਯਾਨੀ ਦਾ ਈਮੇਲ ਇਜ਼ ਪੈਂਡਿੰਗ ਤੇ ਹੈਜ਼ ਨਾਟ ਬੀਨ ਸੈਂਟ ਯੈਟ। ਉਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਆ ਜਾਂਦਾ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਪ੍ਰਾਇਮਰੀ ਫੰਕਸ਼ਨ ਆਫ CPU? CPU ਦਾ ਪ੍ਰਾਇਮਰੀ ਫੰਕਸ਼ਨ ਕਿਹੜਾ ਨਹੀਂ ਹੈਗਾ? ਦੇਖੋ ਫੈਚਿੰਗ ਐਂਡ ਐਗਜ਼ੀਕਿਊਟਿੰਗ ਇੰਸਟਰਕਸ਼ਨਸ, ਇਹ ਤਾਂ ਫੰਕਸ਼ਨ CPU ਪਰਫਾਰਮ ਕਰਦਾ ਹੀ ਹੈ ਵੀ ਜਿਹੜੀ ਤੁਸੀਂ ਇੰਸਟਰਕਸ਼ਨਸ ਦਿੱਤੀਆਂ ਨੇ ਉਹਨੂੰ ਪਹਿਲਾਂ ਸਮਝੂਗਾ, ਫਿਰ ਉਹਨੂੰ ਐਗਜ਼ੀਕਿਊਟ ਕਰੂਗਾ। ਅਰਥਮੈਟਿਕ ਤੇ ਲੌਜੀਕਲ ਆਪਰੇਸ਼ਨ ਵੀ ਉਹ ਪਰਫਾਰਮ ਕਰਦਾ ਹੈ, ਕੰਟਰੋਲ ਆਪਰੇਸ਼ਨ ਵੀ ਪਰਫਾਰਮ ਕਰਦਾ ਹੈ। ਡਾਟਾ ਨੂੰ ਸਟੋਰ ਕਰਨ ਦਾ ਕੰਮ ਨਹੀਂ ਕਰਦਾ CPU। ਠੀਕ ਹੈ, ਉਹ ਆਪਣੀ ਕਰਦੇ ਨੇ ਹਾਰਡ ਡਿਸਕ ਡਰਾਈਵ ਕਰਦੀ ਹੈ HDD, ਠੀਕ ਹੈ, SSD ਸੋਲਿਡ ਸਟੇਟ ਡਰਾਈਵ, ਇਹਨਾਂ ਦੀ ਫੁੱਲ ਫਾਰਮ ਵੀ ਪੁੱਛੀ ਲਿੱਤੀ ਜਾਂਦੇ ਨੇ। HDD ਦੀ ਹੁੰਦੀ ਹੈ ਹਾਰਡ ਡਿਸਕ ਡਰਾਈਵ, ਠੀਕ ਹੈ, ਉਹਦੇ ਨਾਲ ਨਾਲ SSD ਦੀ ਹੁੰਦੀ ਹੈ ਸੋਲਿਡ ਸਟੇਟ ਡਰਾਈਵ। ਇਹ ਇਹਨਾਂ ਦੀ ਫੁੱਲ ਫਾਰਮਸ ਹੋ ਗਈਆਂ। ਠੀਕ ਹੈ, ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਇਹਦੇ ਵਿੱਚ ਪੁੱਛਿਆ ਗਿਆ ਵਿਚ ਲੇਅਰ ਆਫ ਦਾ OSI ਮੋਡਲ ਇਜ਼ ਰਿਸਪੋਂਸਿਬਲ ਫॉर ਸਟੇਬਲਾਈਜ਼ਿੰਗ, ਮੇਨਟੇਨਿੰਗ ਐਂਡ ਟਰਮੀਨੇਟਿੰਗ ਕਨੈਕਸ਼ਨ ਬਿਟਵੀਨ ਐਪਲੀਕੇਸ਼ਨਸ? ਯਾਨੀ OSI ਮੋਡਲ ਦਾ ਕਿਹੜਾ ਲੇਅਰ ਹੈ ਉਹ ਰਿਸਪੋਂਸਿਬਲ ਹੁੰਦਾ ਹੈ ਵੀ ਕਿਸੇ ਵੀ ਦੋ ਐਪਲੀਕੇਸ਼ਨਸ ਦੇ ਵਿੱਚ ਕਨੈਕਸ਼ਨ ਨੂੰ ਸਟੇਬਲਾਈਜ਼ ਕਰਨ ਵਾਸਤੇ, ਟਰਮੀਨੇਟ ਕਰਨ ਵਾਸਤੇ, ਉਹਦੇ ਨਾਲ ਨਾਲ ਹੀ ਉਹਨਾਂ ਨੂੰ ਮਤਲਬ ਮੇਨਟੇਨ ਰੱਖਣ ਵਾਸਤੇ। ਤਾਂ ਸੈਸ਼ਨ ਲੇਅਰ ਜਿਹੜਾ ਹੁੰਦਾ ਹੈ, ਸੈਸ਼ਨ ਲੇਅਰ ਹੀ ਰਿਸਪੋਂਸਿਬਲ ਹੁੰਦਾ ਇਹਨਾਂ ਸਾਰੇ ਕੰਮਾਂ ਵਾਸਤੇ। ਠੀਕ ਹੈ, ਹੁਣ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਇਸ ਕੁਐਸਚਨ ਦੇ ਵਿੱਚ ਆਪਣੇ ਤੋਂ ਪੁੱਛਿਆ ਗਿਆ ਵਟ ਇਜ਼ ਦਾ ਪ੍ਰੋਸੈਸ ਫॉर ਅਟੈਚਿੰਗ ਫਾਈਲਸ ਟੂ ਐਨ ਈਮੇਲ ਇਨ ਮੋਸਟ ਈਮੇਲ ਕਲਾਇੰਟ? ਯਾਨੀ ਮੈਕਸਿਮਮ ਈਮੇਲ ਕਲਾਇੰਟਸ ਦੇ ਵਿੱਚ, ਜਾਂ ਫਿਰ ਜਦੋਂ ਤੁਸੀਂ ਈਮੇਲ ਲਿਖ ਰਹੇ ਹੋ ਉਹਦੇ ਵਿੱਚ ਅਗਰ ਤੁਹਾਨੂੰ ਕੋਈ ਫਾਈਲ ਅਟੈਚ ਕਰਨੀ ਹੈ, ਫੋਰ ਐਗਜ਼ਾਮਪਲ ਤੁਹਾਨੂੰ PDF ਅਟੈਚ ਕਰਨਾ ਹੈ ਜਾਂ ਫਿਰ ਕੋਈ ਇਮੇਜ ਅਟੈਚ ਕਰਨੀ ਹੈ, ਤਾਂ ਉਹਦੇ ਵਾਸਤੇ ਕੀ ਪ੍ਰੋਸੈਸ ਫੋਲੋ ਹੁੰਦਾ? ਤਾਂ ਸਿੰਪਲੀ ਜਿਹੜਾ ਆਪਣਾ ਆਪਸ਼ਨ D ਹੈ, ਜਿਹਦੇ ਵਿੱਚ ਕਿ ਆਪਾਂ ਅਟੈਚ ਫਾਈਲ ਦੇ ਬਟਨ ਦੇ ਉੱਪਰ ਕਲਿੱਕ ਕਰਦੇ ਹਾਂ,
ਤੇ ਉਸ ਤੋਂ ਬਾਅਦ ਸਿਲੈਕਟ ਕਰਦੇ ਆ ਆਪਣੇ ਕੰਪਿਊਟਰ ਦੇ ਵਿੱਚ ਜਾਂ ਫਿਰ ਫੋਨ ਦੇ ਵਿੱਚ ਜਿਹੜੀ ਵੀ ਆਪਣੀ ਡਿਜ਼ਾਇਰਡ ਫਾਈਲ ਹੈ ਉਹਨੂੰ, ਠੀਕ ਹੈ, ਦੈਨ ਉਹਨੂੰ ਸੈਂਡ ਕਰਦੇ ਆ। ਯਾਨੀ ਅਟੈਚ ਫਾਈਲ ਕਰਨ ਦਾ ਪ੍ਰੋਸੈਸ ਕੀ ਹੈ, ਅਟੈਚ ਫਾਈਲ ਬਟਨ ਦੇ ਉੱਪਰ ਕਲਿੱਕ ਕਰਨਾ, ਦੈਨ ਜਿਹੜੀ ਵੀ ਆਪਾਂ ਨੇ ਫਾਈਲ ਸੈਂਡ ਕਰਨੀ ਆ ਉਹ ਆਪਣੇ ਕੰਪਿਊਟਰ ਜਾਂ ਫਿਰ ਫੋਨ ਦੇ ਵਿੱਚ ਸਿਲੈਕਟ ਕਰ ਲੈਣੀ, ਠੀਕ ਹੈ। ਇਹ ਪ੍ਰੋਸੈਸ ਹੈ ਸਿੰਪਲੀ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, ਵਾਈ ਮਾਈਟ ਦਾ ਯੂਜ਼ਰ ਯੂਜ਼ ਦਾ ਮਿਰਰ ਮਾਰਜਨ ਆਪਸ਼ਨ ਵੈਨ ਡਿਜ਼ਾਈਨਿੰਗ ਅ ਪੇਜ ਇਨ ਵਰਡ ਡਾਕੂਮੈਂਟ। ਯਾਨੀ ਮੋਸਟ ਆਫ ਦਾ ਜਿਹੜੇ ਯੂਜ਼ਰਸ ਹੁੰਦੇ ਨੇ ਉਹ ਮਿਰਰ ਮਾਰਜਨ ਦਾ ਪ੍ਰਯੋਗ ਕਿਉਂ ਕਰਦੇ ਨੇ, ਵੀ ਕਾਹਤੋਂ ਵਰਤੋਂ ਕੀਤੀ ਜਾਂਦੀ ਹੈ, ਉਹ ਯੂਜ਼ ਕਰਦੇ ਨੇ ਵੀ ਤਾਂ ਕਿ ਸਿਮੈਟ੍ਰੀਕਲ ਮਾਰਜਨ ਬਣ ਜੇ ਔਡ ਤੇ ਈਵਨ ਪੇजेस ਦੇ। ਫੋਰ ਐਗਜ਼ਾਮਪਲ ਪੇਜ ਨੰਬਰ 1 ਹੈ, 2 ਹੈ, 3 ਹੈ ਤੇ 4 ਹੈ, ਠੀਕ ਹੈ। ਇਹ ਤਾਂ ਆਪਣੇ ਔਡ ਨੰਬਰ ਹੋ ਗਏ 5 6 ਹੈ ਨਾ, ਇਹ ਔਡ ਨੰਬਰ ਹੋ ਗਏ ਸਾਰੇ ਪੇजेस, ਇਹ ਹੋ ਗਿਆ ਆਪਣੇ ਈਵਨ ਨੰਬਰ। ਇਹਨਾਂ ਦੇ ਵਿੱਚ ਇੱਕ ਸਿਮੈਟ੍ਰੀਕਲ ਹੋਣੀ ਚਾਹੀਦੀ ਹੈ। ਅਗਰ ਸਿਮੈਟਰੀ ਬਣੀ ਰਹੂਗੀ ਤਾਂ ਕਿ ਜਦੋਂ ਆਪਾਂ ਪ੍ਰਿੰਟ ਕਰਾਂਗੇ ਨਾ, ਪ੍ਰਿੰਟ ਕਰਨ ਦੇ ਵਿੱਚ ਈਜ਼ੀ ਰਹਿੰਦਾ ਹੈ ਤੇ ਬਾਈਂਡਿੰਗ ਦੇ ਵਿੱਚ ਵੀ ਈਜ਼ੀ ਰਹਿੰਦਾ ਹੈ। ਇਸ ਕਰਕੇ ਮਿਰਰ ਮਾਰਜਨ ਦਾ ਉਪਯੋਗ ਕੀਤਾ ਜਾਂਦਾ ਹੈ, ਠੀਕ ਹੈ। ਕਿਉਂਕਿ ਜਦੋਂ ਈਵਨ ਪੇजेस ਇਨ ਡਬਲ ਸਾਈਡਡ ਡਾਕੂਮੈਂਟ ਦੇ ਵਿੱਚ ਜਦੋਂ ਆਪਾਂ ਉਹਨੂੰ ਪ੍ਰਿੰਟ ਕਰਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, ਵਿਚ ਆਫ ਦਾ ਫੋਲੋਇੰਗ ਆਈਕਨਸ ਸ਼ਾਰਟਕਟ ਪ੍ਰੈਜ਼ੈਂਟ ਇਨ ਸਲਾਈਡ ਸ਼ੋ ਟੈਬ ਇਜ਼ ਯੂਜ਼ਡ ਫॉर ਐਡਿੰਗ ਅ ਮੂਵੀ ਇਨ MS ਪਾਵਰਪੁਆਇੰਟ ਪ੍ਰੈਜ਼ੈਂਟੇਸ਼ਨ। ਯਾਨੀ ਅਗਰ ਤੁਹਾਨੂੰ ਆਪਣੇ ਪਾਵਰਪੁਆਇੰਟ ਪ੍ਰੈਜ਼ੈਂਟੇਸ਼ਨ ਦੇ ਵਿੱਚ ਅਗਰ ਵੀਡੀਓ ਨੂੰ ਇਨਸਰਟ ਕਰਨਾ ਹੈ ਤਾਂ ਕਿਹੜਾ ਜਿਹੜਾ ਇੱਥੇ ਸਿੰਬਲ ਦਿੱਤੇ ਹੋਏ ਨੇ, ਕਿਹੜੇ ਸਿੰਬਲ ਦੇ ਉੱਪਰ ਕਲਿੱਕ ਕਰਕੇ ਤੁਸੀਂ ਵੀਡੀਓ ਨੂੰ ਇਨਸਰਟ ਕਰੋਗੇ, ਤਾਂ ਜਿਹੜਾ ਆਪਸ਼ਨ ਏ ਹੈ, ਇਹ ਵਾਲਾ ਸਿੰਬਲ, ਇਹ ਥੋੜਾ ਜਿਹਾ ਇਕੱਠੇ ਜਿਹੇ ਹੋ ਗਏ, ਆਪਸ਼ਨ ਏ ਵਾਲਾ ਜਿਹੜਾ ਸਿੰਬਲ ਹੈ ਇਹਦੇ ਉੱਪਰ ਕਲਿੱਕ ਕਰਕੇ ਤੁਸੀਂ ਵੀਡੀਓ ਨੂੰ ਇਨਸਰਟ ਕਰ ਸਕਦੇ ਹੋ। ਇੱਥੇ ਮੂਵੀ ਲਿਖਿਆ ਹੋਇਆ ਹੈ ਬਟ ਜਨਰਲੀ ਵੀਡੀਓ ਕੰਸੀਡਰ ਹੁੰਦਾ, ਠੀਕ ਹੈ। ਵਿਚ ਟੈਬ ਆਫ ਦਾ MS ਪਾਵਰਪੁਆਇੰਟ ਰਿਬਨ ਕੰਟੇਨ ਦਾ ਸੇਵ ਆਪਸ਼ਨ। ਇਹਦੇ ਵਿੱਚ ਪੁੱਛਿਆ ਗਿਆ ਵੀ ਆਪਣੇ ਜਿਹੜਾ MS ਪਾਵਰਪੁਆਇੰਟ ਦਾ ਰਿਬਨ ਹੁੰਦਾ ਕਿਹੜੇ ਰਿਬਨ ਦੇ ਵਿੱਚ ਤੁਹਾਨੂੰ ਸੇਵ ਆਪਸ਼ਨ ਦੇਖਣ ਨੂੰ ਮਿਲਦਾ, ਤਾਂ ਫਾਈਲ ਵਾਲਾ ਜਿਹੜਾ ਰਿਬਨ ਹੁੰਦਾ ਉਹਦੇ ਵਿੱਚ ਹੀ ਤੁਹਾਨੂੰ ਸੇਵ ਦਾ ਆਪਸ਼ਨ ਦੇਖਣ ਨੂੰ ਮਿਲਦਾ। ਇਨਸਰਟ ਦੇ ਵਿੱਚੋਂ ਤਾਂ ਤੁਸੀਂ ਟੇਬਲ, ਪਿਕਚਰਸ ਜਾਂ ਫਿਰ ਮਿਊਜ਼ਿਕ ਹੋ ਗਿਆ ਜਾਂ ਵੀਡੀਓਜ਼ ਹੋ ਗਿਆ, ਉਹਨਾਂ ਨੂੰ ਚੀਜ਼ਾਂ ਨੂੰ ਇਨਸਰਟ ਕਰੋਗੇ। ਡਿਜ਼ਾਈਨ ਦੇ ਵਿੱਚ ਤੁਸੀਂ ਥੀਮਸ ਨੂੰ ਐਡਜਸਟ ਕਰਦੇ ਹੁੰਦੇ ਹੋ। ਹੋਮ ਟੈਬ ਦੇ ਵਿੱਚ ਤੁਹਾਨੂੰ ਬੇਸਿਕ ਜਿਹੜੀ ਚੀਜ਼ਾਂ ਹੁੰਦੀਆਂ ਨੇ ਵੀ ਫੌਂਟ ਦਾ ਸਾਈਜ਼ ਵਧਾਉਣਾ, ਘਟਾਉਣਾ, ਫੌਂਟ ਚੇਂਜ ਕਰਨਾ, ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ, ਠੀਕ ਹੈ। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਫੰਕਸ਼ਨ ਆਫ ਸਿਸਟਮ ਸੌਫਟਵੇਅਰ। ਦੇਖੋ, ਇੱਕ ਸਿਸਟਮ ਸੌਫਟਵੇਅਰ ਹੁੰਦੇ ਨੇ, ਇੱਕ ਐਪਲੀਕੇਸ਼ਨ ਸੌਫਟਵੇਅਰ ਹੁੰਦੇ ਨੇ। ਜਿਹੜੇ ਸਿਸਟਮ ਸੌਫਟਵੇਅਰ ਹੁੰਦੇ ਨੇ ਉਹ ਆਪਣੇ ਆਪਰੇਟਿੰਗ ਸਿਸਟਮ ਨੂੰ ਰਨ ਕਰਨ ਵਾਸਤੇ ਕੰਪਿਊਟਰ ਨੂੰ ਇੱਕ ਸਹੀ ਫਲੋ ਦੇ ਵਿੱਚ ਤੇ ਹਾਰਡਵੇਅਰ ਦੇ ਨਾਲ ਕਿਤੇ ਨਾ ਕਿਤੇ ਉਹ ਕੋਲੈਬੋਰੇਸ਼ਨ ਬਣਾ ਕੇ ਰੱਖਦੇ ਨੇ, ਵਧੀਆ ਤਰੀਕੇ ਨਾਲ ਕੋਆਪਰੇਟ ਕਰਕੇ ਰੱਖਦੇ ਨੇ ਤਾਂ ਕਿ ਜਿਹੜੀ ਤੁਹਾਡੀ ਵਿੰਡੋ ਹੈ ਉਹ ਚੰਗੀ ਤਰੀਕੇ ਨਾਲ ਕੰਮ ਕਰੇ, ਠੀਕ ਹੈ। ਤੇ ਜਦ ਕਿ ਜਿਹੜੇ ਐਪਲੀਕੇਸ਼ਨ ਸੌਫਟਵੇਅਰ ਹੁੰਦੇ ਨੇ, ਜਿਵੇਂ ਫੋਰ ਐਗਜ਼ਾਮਪਲ ਕੋਈ PDF ਡਾਕੂਮੈਂਟ ਹੈ, ਇਹ PDF ਡਾਕੂਮੈਂਟ ਓਪਨ ਕਰਨ ਵਾਲਾ ਸੌਫਟਵੇਅਰ ਹੈ, ਜਾਂ ਫਿਰ MS ਆਫਿਸ ਹੈ, MS ਪਾਵਰਪੁਆਇੰਟ ਹੈ, ਇਹ ਆਪਣੇ ਸਪੈਸੀਫਿਕ ਟਾਸਕ ਨੂੰ ਪਰਫਾਰਮ ਕਰਦਾ। ਹੁਣ ਆਪਾਂ ਨੇ ਪਾਵਰਪੁਆਇੰਟ ਬਣਾਉਣਾ ਤਾਂ ਆਪਾਂ MS ਪਾਵਰਪੁਆਇੰਟ ਦੇ ਵਿੱਚ ਹੀ ਜਾਵਾਂਗੇ ਨਾ, ਠੀਕ ਹੈ। ਅਗਰ ਤੁਹਾਨੂੰ ਕੋਈ ਵਰਡ ਡਾਕੂਮੈਂਟ ਬਣਾਉਣਾ ਹੈ, ਕੋਈ PDF ਕ੍ਰੀਏਟ ਕਰਨਾ, ਤੁਸੀਂ MS ਵਰਡ ਦੇ ਵਿੱਚ ਜਾਓਗੇ। ਇਸ ਤਰ੍ਹਾਂ ਉਸੇ ਤਰ੍ਹਾਂ ਵੀ ਯਾਨੀ ਐਪਲੀਕੇਸ਼ਨ ਸੌਫਟਵੇਅਰ ਕੀ ਕੰਮ ਕਰਦੇ ਨੇ, ਟੂ ਪਰਫਾਰਮ ਅ ਸਪੈਸੀਫਿਕ ਟਾਸਕ ਫॉर ਐਂਡ ਯੂਜ਼ਰ, ਤੇ ਜਦ ਕਿ ਇਹ ਸਿਸਟਮ ਸੌਫਟਵੇਅਰ ਕੰਮ ਨਹੀਂ ਕਰਦਾ, ਠੀਕ ਹੈ। ਤਾਂ ਇੱਥੇ ਨੋਟ ਅ ਫੰਕਸ਼ਨ ਪੁੱਛਿਆ ਗਿਆ ਸੀ ਤੇ ਨੋਟ ਫੰਕਸ਼ਨ ਇਹੀ ਹੈ ਵੀ ਸਿਸਟਮ ਸੌਫਟਵੇਅਰ ਪਰਫਾਰਮ ਨਹੀਂ ਕਰਦਾ ਸਪੈਸੀਫਿਕ ਟਾਸਕ ਫॉर ਐਂਡ ਯੂਜ਼ਰ ਵਾਸਤੇ, ਠੀਕ ਹੈ। ਇਹ ਕੰਮ ਕਿਹਦਾ ਹੁੰਦਾ, ਇਹ ਆਪਣੇ ਐਪਲੀਕੇਸ਼ਨ ਸੌਫਟਵੇਅਰ ਦਾ ਕੰਮ ਹੁੰਦਾ, ਐਪਲੀਕੇਸ਼ਨ ਸੌਫਟਵੇਅਰ ਦਾ, ਠੀਕ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ, ਵਿਚ ਆਪਸ਼ਨ ਇਨ MS ਵਰਡ 2019 ਅਲਾਉਜ਼ ਯੂ ਟੂ ਐਡਜਸਟ ਦਾ ਮਾਰਜਨ ਬਿਫੋਰ ਪ੍ਰਿੰਟਿੰਗ ਦਾ ਡਾਕੂਮੈਂਟ। ਯਾਨੀ MS ਵਰਡ 2019 ਸੀ ਜਿਹੜਾ, ਉਹਦੇ ਵਿੱਚ ਕਿਹੜਾ ਫੀਚਰ ਸੀ, ਕਿਹੜਾ ਆਪਸ਼ਨ ਤੁਹਾਨੂੰ ਦੇਖਣ ਨੂੰ ਮਿਲਦਾ ਸੀ ਜੋ ਕਿ ਤੁਹਾਨੂੰ ਮਾਰਜਨ ਨੂੰ ਐਡਜਸਟ ਕਰਨ ਵਾਸਤੇ ਹੈਲਪ ਕਰਦਾ ਸੀ ਪ੍ਰਿੰਟਿੰਗ ਤੋਂ ਪਹਿਲਾਂ। ਤਾਂ ਤੁਹਾਨੂੰ ਪੇਜ ਲੇਆਊਟ ਦਾ ਜਿਹੜਾ ਆਪਸ਼ਨ ਸੀ ਉਹਦੇ ਵਿੱਚ ਹੀ ਤੁਹਾਨੂੰ ਮਾਰਜਨ ਨੂੰ ਸੈਟਅਪ ਕਰਨ ਦਾ ਆਪਸ਼ਨ ਦੇਖਣ ਨੂੰ ਮਿਲਦਾ ਹੈ, ਠੀਕ ਹੈ, MS ਵਰਡ 2019 ਦੇ ਵਿੱਚ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ, ਵਟ ਇਜ਼ ਦਾ ਪਰਪਸ ਆਫ ਡੋਮੇਨ ਨੇਮ ਸਿਸਟਮ। DNS ਦਾ ਜਿਹੜਾ ਪਰਪਸ ਪੁੱਛਿਆ ਗਿਆ ਵੀ ਇੰਟਰਨੈਟ ਕਮਿਊਨੀਕੇਸ਼ਨ ਦੇ ਵਿੱਚ DNS ਦਾ ਕੀ ਪਰਪਸ ਹੈ, ਕੀ ਕੰਮ ਕਰਦਾ DNS। ਤਾਂ DNS ਦਾ ਜਿਹੜਾ ਮੇਨ ਪਰਪਸ ਹੁੰਦਾ ਹੈ ਉਹ ਜਿਹੜੇ ਡੋਮੇਨ ਨੇਮਸ ਹੁੰਦੇ ਨੇ ਉਹਨਾਂ ਨੂੰ IP ਐਡਰੈਸ ਦੇ ਵਿੱਚ ਟਰਾਂਸਲੇਟ ਕਰਦਾ। ਟਰਾਂਸਲੇਟ ਇਨ ਦਾ ਸੈਂਸ ਮੈਂ ਦੱਸ ਦਿੰਦਾ, ਜਿਵੇਂ www.google.com ਹੈ, ਠੀਕ ਹੈ। ਤਾਂ ਇੱਥੇ ਜਿਹੜਾ ਗੂਗਲ ਹੈ ਨਾ, ਇੱਥੇ ਗੂਗਲ ਇਹ ਡੋਮੇਨ ਨੇਮ ਹੈ। ਹੁਣ ਇਹ ਡੋਮੇਨ ਨੇਮ ਨੂੰ ਕੋਈ ਨਾ ਕੋਈ IP ਐਡਰੈਸ ਦੇ ਵਿੱਚ ਕਨਵਰਟ ਕਰਨਾ ਪਊਗਾ ਤਾਂ ਕਿ ਨੈਟਵਰਕ ਦੇ ਉੱਪਰ ਇਹਨੂੰ ਆਇਡੈਂਟੀਫਾਈ ਕੀਤਾ ਜਾ ਸਕੇ, ਠੀਕ ਹੈ। ਤੇ ਇਹ ਕੰਮ DNS ਸਿਸਟਮ ਕਰਦਾ ਹੁੰਦਾ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ, ਇਨ ਵਿਚ ਈਅਰ WhatsApp ਐਪਲੀਕੇਸ਼ਨ ਕੇਮ ਇਨਟੂ ਐਗਜ਼ਿਸਟੈਂਸ। ਯਾਨੀ ਕਿਹੜੇ ਸਾਲ ਦੇ ਵਿੱਚ ਜਿਹੜੀ WhatsApp ਦੀ ਐਪਲੀਕੇਸ਼ਨ ਹੈ ਉਹ ਐਗਜ਼ਿਸਟੈਂਸ ਦੇ ਵਿੱਚ ਆਈ ਸੀ। ਤਾਂ 2009 ਦੇ ਵਿੱਚ ਜਿਹੜਾ ਆਪਣਾ WhatsApp ਆਇਆ ਸੀ, ਠੀਕ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ, ਵਿਚ ਆਫ ਦਾ ਫੋਲੋਇੰਗ ਕੰਪਿਊਟਰਸ ਇਜ਼ ਕੰਸੀਡਰਡ ਦਾ ਫਸਟ ਇਲੈਕਟ੍ਰੋਨਿਕ ਜਨਰਲ ਪਰਪਸ ਕੰਪਿਊਟਰ ਡਿਵੈਲਪਡ ਡਿਊਰਿੰਗ ਵਰਲਡ ਵਾਰ ਸੈਕੰਡ। ਯਾਨੀ ਵਰਲਡ ਵਾਰ ਸੈਕੰਡ ਦੇ ਟਾਈਮ ਤੇ ਇੱਕ ਜਨਰਲ ਪਰਪਸ ਕੰਪਿਊਟਰ ਤਿਆਰ ਕੀਤਾ ਗਿਆ ਸੀ। ਉਹ ਕਿਹੜਾ ਕੰਪਿਊਟਰ ਸੀ, ਤਾਂ ਉਹ ਕੰਪਿਊਟਰ ਸੀ ਆਪਣਾ ENIAC,
ठीक है, ये चीज़ याद रखियो। ENIAC की फुल फॉर्म की होंगी है? इलैक्ट्रॉनिक न्यूमेरिकल इंटीग्रेटर एंड कंप्यूटर, ठीक है, ये अपनी ENIAC की फुल फॉर्म है। उस तो बाद ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ what could be potential problem with selecting a common address for your email address, ਯਾਨੀ ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਤੁਹਾਨੂੰ ਕੀ ਦੇਖਣ ਨੂੰ ਮਿਲਦੀ ਜਦ ਵੀ ਤੁਸੀਂ ਕੋਈ ਆਪਣਾ ਨਵਾਂ ਈਮੇਲ ਐਡਰੈਸ ਤਿਆਰ ਕਰ ਰਹੇ ਹੁੰਦੇ ਹੋ, ਤਾਂ ਉਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਦਾ ਈਮੇਲ ਐਡਰੈਸ ਕੈਨੋਟ ਕੰਟੇਨ ਬੀ ਅਲੋਟਡ ਟੂ ਬੀ ਮੋਰ ਦੈਨ 1 ਪਰਸਨ। ਹੁਣ ਫੋਰ ਐਗਜ਼ਾਮਪਲ ਤੁਹਾਡਾ ਕੋਈ ਨਾਮ ਸੀ, ਮੰਨ ਲਓ ਰਾਘਵ ਸੀ, ਠੀਕ ਹੈ, ਤਾਂ ਉਹਨੇ ਇੱਥੇ ਲਿਖਤਾ raghav@gmail.com, ਜਦ ਕਿ ਰਾਘਵ ਕਿਸੇ ਹੋਰ ਦਾ ਨਾਮ ਵੀ ਹੋ ਸਕਦਾ ਹੈ, ਉਸ ਬੰਦੇ ਨੇ ਪਹਿਲੇ ਹੀ ਇਸ ਨਾਮ ਦੇ ਉੱਪਰ ਜੀਮੇਲ ਬਣਾਈ ਹੋਵੇ, ਤਾਂ ਇੱਕ ਨੇਮ ਦੇ ਉੱਪਰ ਮਲਟੀਪਲ ਈਮੇਲਸ ਨਹੀਂ ਬਣ ਸਕਦੀਆਂ, ਤੇ ਇਹੀ ਸਭ ਤੋਂ ਵੱਡੀ ਪ੍ਰੋਬਲਮ ਹੈ, ਠੀਕ ਹੈ। ਬਾਕੀ ਜਿਹੜਾ ਯੂਜ਼ਰ ਨੇਮ ਦੇ ਵਿੱਚ ਤੁਸੀਂ ਨੰਬਰ ਤੇ ਲੈਟਰਸ ਦਾ ਕੰਬੀਨੇਸ਼ਨ ਯੂਜ਼ ਕਰ ਸਕਦੇ ਹੋ, ਉਹਦੇ ਨਾਲ ਡੋਮੇਨ ਸਪੈਸੀਫਿਕ ਵੀ ਨਹੀਂ ਤੁਸੀਂ ਪ੍ਰੀਫਿਕਸ ਯੂਜ਼ ਕਰ ਸਕਦੇ, ਤੇ ਈਮੇਲ ਐਡਰੈਸ ਕੈਨੋਟ ਕੰਟੇਨ ਸਪੇਸ ਵੀ ਨਹੀਂ ਕੰਟੇਨ ਕਰਦਾ, ਠੀਕ ਹੈ। ਇਨ MS Word ਵਿਚ ਪੇਪਰ ਫਾਰਮੈਟ ਇਜ਼ ਪ੍ਰਿੰਟਿੰਗ ਇਜ਼ ਦਾ ਲਾਰਜੈਸਟ ਸਾਈਜ਼, ਇਹਨਾਂ ਦੇ ਵਿੱਚੋਂ ਇਹਨਾਂ ਚਾਰਾਂ ਪੇਜ ਸਾਈਜ਼ ਦੇ ਵਿੱਚੋਂ ਸਭ ਤੋਂ ਲਾਰਜੈਸਟ ਕਿਹੜਾ, ਇੱਥੇ A6 ਲਿਖ ਲਿਓ। ਤਾਂ ਦੇਖੋ ਮੈਂ ਤੁਹਾਨੂੰ ਦੱਸ ਦਿੰਦਾ, ਜਿਵੇਂ ਜਿਵੇਂ ਪੇਪਰ ਦਾ ਸਾਈਜ਼ ਘਟਦਾ ਜਾਂਦਾ ਉਵੇਂ ਹੀ ਇਹਦਾ ਸਾਈਜ਼ ਪ੍ਰਿੰਟਿੰਗ ਸਾਈਜ਼ ਵੱਧਦਾ ਜਾਂਦਾ। ਜਿਵੇਂ A4 ਪੇਪਰ ਹੈ, ਠੀਕ ਹੈ, ਇੱਥੇ A4 ਪੇਪਰ ਦੇਖਣ ਨੂੰ ਮਿਲਦਾ, ਤਾਂ A4 ਪੇਪਰ ਦਾ ਜਿਹੜਾ ਸਾਈਜ਼ ਹੋਊਗਾ ਨਾ ਉਹ A3 ਪੇਪਰ ਨਾਲੋਂ ਘੱਟ ਹੋਊਗਾ, ਤੇ A4 ਦਾ ਪੇਪਰ ਦਾ ਸਾਈਜ਼ ਜਿਹੜਾ ਉਹ A5 ਦੇ ਨਾਲੋਂ ਵੱਡਾ ਹੋਊਗਾ। ਯਾਨੀ ਤੁਸੀਂ ਕੁੱਲ ਮਿਲਾ ਕੇ ਕਹਿ ਸਕਦੇ ਹੋ ਸਭ ਤੋਂ ਵੱਡਾ ਸਾਈਜ਼ A3 ਦਾ ਹੋਊਗਾ, ਉਸ ਤੋਂ ਬਾਅਦ A4, ਫਿਰ ਦੈਨ A5 ਤੇ A6, ਠੀਕ ਹੈ। ਜਿਵੇਂ ਜਿਵੇਂ ਉੱਪਰ ਵੱਧਦਾ ਜਾਂਦਾ ਉਵੇਂ ਹੀ ਪ੍ਰਿੰਟਿੰਗ ਦਾ ਸਾਈਜ਼ ਵਧੀ ਜਾਂਦਾ, ਤੇ ਇੱਥੇ ਲਾਰਜੈਸਟ ਪੁੱਛਿਆ ਗਿਆ ਸੀ, ਤਾਂ ਲਾਰਜੈਸਟ ਦਾ ਆਨਸਰ ਬਣੂਗਾ A3। ਉਸ ਤੋਂ ਬਾਅਦ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ which of the following option is not present in the slideshow tab of MS PowerPoint presentation, ਇਹਨਾਂ ਚਾਰਾਂ ਆਪਸ਼ਨਾਂ ਦੇ ਵਿੱਚੋਂ ਕਿਹੜਾ ਤੁਹਾਨੂੰ ਨੋਟ ਪੁੱਛਿਆ ਗਿਆ ਨਾ, ਨੋਟ ਕਿਹੜਾ ਦੇਖਣ ਨੂੰ ਨਹੀਂ ਮਿਲਦਾ, ਤਾਂ ਦੇਖੋ ਬਰਾਊਜ਼ ਬਾय ਐਨ ਇੰਡੀਵਿਜੂਅਲ, ਪ੍ਰੈਜ਼ੈਂਟਡ ਬਾय ਅ ਸਪੀਕਰ ਤੇ ਬਰਾਊਜ਼ਡ ਬਾय ਕਿਓਸਕ, ਇਹ ਤਿੰਨੋਂ ਹੀ ਦੇਖਣ ਨੂੰ ਮਿਲਦੇ ਨੇ। ਪ੍ਰੈਜ਼ੈਂਟਡ ਬਾय ਐਨ ਇੰਡੀਵਿਜੂਅਲ ਇਹ ਨਹੀਂ ਦੇਖਣ ਨੂੰ ਮਿਲਦਾ ਤੁਹਾਨੂੰ। ਬਰਾਊਜ਼ ਤੇ ਪ੍ਰੈਜ਼ੈਂਟ ਦੇ ਵਿੱਚ ਦੋਨੋਂ ਚੀਜ਼ਾਂ ਦੇ ਵਿੱਚ ਫਰਕ ਹੈ, ਠੀਕ ਹੈ, ਤੇ ਤੁਹਾਨੂੰ ਪ੍ਰੈਜ਼ੈਂਟ ਬਾय ਐਨ ਇੰਡੀਵਿਜੂਅਲ ਨਾਮ ਦਾ ਕੋਈ ਵੀ ਤੁਹਾਨੂੰ MS PowerPoint ਪ੍ਰੈਜ਼ੈਂਟੇਸ਼ਨ ਦੇ ਵਿੱਚ ਸਲਾਈਡ ਸ਼ੋ ਟੈਬ ਦੇ ਵਿੱਚ ਆਪਸ਼ਨ ਦੇਖਣ ਨੂੰ ਨਹੀਂ ਮਿਲਦਾ ਹੁੰਦਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਵਟ ਇਜ਼ ਦਾ ਕੰਸੈਪਟ ਆਫ ਇੰਟਰਨੈਟ, ਇੰਟਰਨੈਟ ਦਾ ਕੀ ਕੰਸੈਪਟ ਹੈ, ਤਾਂ ਇੰਟਰਨੈਟ ਦਾ ਅਗਰ ਆਪਾਂ ਕੰਸੈਪਟ ਦੇਖੀਏ ਤਾਂ ਆ ਗਲੋਬਲ ਨੈਟਵਰਕ ਆਫ ਇੰਟਰਕਨੈਕਟਡ ਕੰਪਿਊਟਰਸ ਐਂਡ ਡਿਵਾਈਸਿਸ ਦੈਟ ਕਮਿਊਨੀਕੇਟ ਯੂਜ਼ਿੰਗ ਸਟੈਂਡਰਡਾਈਜ਼ਡ ਪ੍ਰੋਟੋਕੋਲਸ। ਯਾਨੀ ਹੁਣ ਕੁੱਲ ਮਿਲਾ ਕੇ ਇਹਦਾ ਕੀ ਮਤਲਬ ਹੈ, ਮੈਂ ਤੁਹਾਨੂੰ ਸਮਝਾ ਦਿੰਦਾ ਵੀ ਇਹਨਾਂ ਦੇ ਕਹਿਣ ਦਾ ਮਤਲਬ ਹੈ ਵੀ ਦੇਖੋ ਜਿਹੜਾ ਇੰਟਰਨੈਟ ਹੈ ਨਾ ਉਹ ਗਲੋਬਲੀ ਇੱਕ ਵੱਡਾ ਸਾਰਾ ਨੈਟਵਰਕ ਹੈ। ਹੁਣ ਮੰਨ ਲਓ ਤੁਸੀਂ ਇੱਕ ਕਮਰੇ ਦੇ ਵਿੱਚ ਬੈਠੇ ਹੋ, ਕਮਰੇ ਦੇ ਵਿੱਚ ਤੁਹਾਡੇ ਕੋਲੇ ਫੋਨ ਹੈ, ਕੰਪਿਊਟਰ ਹੈ, ਉਹਦੇ ਨਾਲ ਟੈਬਲੇਟ ਹੈ। ਹੁਣ ਤੁਸੀਂ ਉਹਨਾਂ ਤਿੰਨਾਂ ਚੀਜ਼ਾਂ ਨੂੰ ਹੀ ਇੱਕ ਵਾਈਫਾਈ ਦੇ ਨਾਲ ਕਨੈਕਟ ਕਰਕੇ ਯੂਜ਼ ਕਰ ਰਹੇ ਹੋ, ਠੀਕ ਹੈ, ਉਹਦੇ ਨਾਲ ਹੀ ਉਹਦੇ ਵਿੱਚ ਤੁਸੀਂ ਫਾਈਲਾਂ ਨੂੰ ਟ੍ਰਾਂਸਫਰ ਕਰ ਰਹੇ ਹੋ। ਬਸ ਇਹ ਤਾਂ ਹੋਊਗਾ ਆਪਣਾ ਇੱਕ ਛੋਟਾ ਜਿਹਾ ਰੂਪ। ਉਸੇ ਤਰ੍ਹਾਂ ਹੀ ਇੰਟਰਨੈਟ ਇੱਕ ਬਹੁਤ ਵੱਡਾ ਰੂਪ ਹੈ ਜਿਹਦੇ ਵਿੱਚ ਵਰਲਡ ਵਾਈਡ ਤੁਸੀਂ ਚੀਜ਼ਾਂ ਨੂੰ ਟ੍ਰਾਂਸਫਰ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ, ਕਮਿਊਨੀਕੇਟ ਕਰ ਸਕਦੇ ਹੋ, ਕਿਸੇ ਨੂੰ ਮੈਸੇਜ ਭੇਜ ਸਕਦੇ ਹੋ, ਵੀਡੀਓ ਕਾਲ ਕਰ ਸਕਦੇ ਹੋ, ਫੋਨ ਕਰ ਸਕਦੇ ਹੋ, ਠੀਕ ਹੈ। ਤਾਂ ਸਿੰਪਲ ਜੀ ਇੰਟਰਨੈਟ ਦਾ ਇਹੀ ਮਤਲਬ ਹੈ ਤੇ ਇਹੀ ਕੰਸੈਪਟ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਵਿਚ ਆਫ ਦਾ ਫੋਲੋਇੰਗ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਕੰਪੋਨੈਂਟ ਹੈਵ ਦਾ ਫਾਸਟਰ ਮੈਮਰੀ ਕੈਪੈਸਿਟਰ, ਤਾਂ ਸਭ ਤੋਂ ਫਾਸਟੈਸਟ ਮੈਮਰੀ ਕੈਪੈਸਿਟਰ ਕਿਹੜਾ ਸੀ, ਤਾਂ ਇੰਟੀਗ੍ਰੇਟਿਡ ਸਰਕਟ, ਕਿਉਂਕਿ ਇਹ 3rd ਜਨਰੇਸ਼ਨ ਦੇ ਵਿੱਚ ਆਏ ਸੀ ਤੇ ਵੈਕਿਊਮ ਟਿਊਬ ਆਪਣੇ 1st ਜਨਰੇਸ਼ਨ ਦੇ ਵਿੱਚ ਆਏ, 2nd ਦੇ ਵਿੱਚ ਆਪਣੇ ਕੋਲ ਟ੍ਰਾਂਜ਼ਿਸਟਰਸ ਆ ਗਏ ਸੀ, ਤੇ 3rd ਜਨਰੇਸ਼ਨ ਦੇ ਵਿੱਚ ਇੰਟੀਗ੍ਰੇਟਿਡ ਸਰਕਟ ਆ ਗਏ, ਤੇ ਇੰਟੀਗ੍ਰੇਟਿਡ ਸਰਕਟ ਹੀ ਆਪਣਾ ਇਹਦੇ ਵਿੱਚੋਂ ਫਾਸਟੈਸਟ ਹੋਊਗਾ, ਠੀਕ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਇਨ ਪ੍ਰਿੰਟ ਪ੍ਰੀਵਿਊ ਮੋਡ ਵਟ ਡਸ ਦਾ ਪੇਜ ਸੈਟਅਪ ਆਪਸ਼ਨ ਅਲਾਉ ਯੂ ਟੂ ਡੂ, ਯਾਨੀ ਜਿਹੜਾ ਪ੍ਰਿੰਟ ਪ੍ਰੀਵਿਊ ਮੋਡ ਹੁੰਦਾ ਉਹਦੇ ਵਿੱਚ ਪੇਜ ਸੈਟਅਪ ਦਾ ਇੱਕ ਆਪਸ਼ਨ ਹੁੰਦਾ। ਪੇਜ ਸੈਟਅਪ ਤੁਹਾਨੂੰ ਕਿਹੜਾ ਮਤਲਬ ਫੀਚਰ ਪ੍ਰੋਵਾਈਡ ਕਰਦਾ ਤਾਂ ਕਿ ਤੁਸੀਂ ਉਹਦੇ ਵਿੱਚ ਕੀ ਕੁਝ ਚੀਜ਼ਾਂ ਚੇਂਜ ਕਰ ਸਕੋ। ਤਾਂ ਜਿਹੜਾ ਪੇਜ ਸੈਟਅਪ ਦਾ ਆਪਸ਼ਨ ਹੈ ਉਹ ਤੁਹਾਨੂੰ ਮਾਰਜਨ ਨੂੰ ਐਡਜਸਟ ਕਰਨਾ, ਓਰੀਐਂਟੇਸ਼ਨ ਨੂੰ ਚੇਂਜ ਕਰਨਾ ਤੇ ਪੇਪਰ ਦੇ ਸਾਈਜ਼ ਨੂੰ ਬਦਲਣ ਤੱਕ ਦੇ ਸਾਰੇ ਫੀਚਰਸ ਅਲਾਉ ਕਰਦਾ ਹੈ ਵੀ ਤੁਸੀਂ ਉਹ ਚੀਜ਼ਾਂ ਕੰਮ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ which of the following is a common problem associated with the internet that involves receiving unwanted emails ਕਹਿ ਲਓ ਜਾਂ ਫਿਰ ਇੱਥੇ ਤੁਸੀਂ ਮੈਸੇजेस ਲਿਖ ਸਕਦੇ ਹੋ, ਠੀਕ ਹੈ। ਇੱਕ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ ਇੰਟਰਨੈਟ ਦੇ ਉੱਪਰ ਵੀ ਤੁਹਾਨੂੰ ਅਨਵਾਂਟਡ, ਤੁਸੀਂ ਚਾਹੁੰਦੇ ਨਹੀਂ ਉਹ ਮੈਸੇਜ ਤੁਹਾਨੂੰ ਮਿਲਣ ਬਟ ਉਹ ਮਿਲਦੇ ਰਹਿੰਦੇ ਨੇ, ਤਾਂ ਉਹਨੂੰ ਕੀ ਕਹਿੰਦੇ ਨੇ, ਬਲਕ ਈਮੇਲ ਕਿਹਾ ਜਾਂਦਾ ਹੈ, ਠੀਕ ਹੈ। ਵੀ ਬਲਕ ਦੇ ਵਿੱਚ ਤੁਹਾਨੂੰ ਈਮੇਲ ਸੈਂਡ ਕੀਤੇ ਜਾਂਦੇ, ਭਾਵੇਂ ਉਹ ਸਪੈਮ ਹੋ ਸਕਦੀਆਂ ਨੇ, ਭਾਵੇਂ ਐਡਵਰਟਾਈਜ਼ਮੈਂਟ ਹੋ ਸਕਦੀ ਹੈ। ਜਿਵੇਂ ਬਹੁਤ ਸਾਰੀ ਵੱਡੀ ਕੰਪਨੀਆਂ ਨੇ, ਅਗਰ ਤੁਸੀਂ ਉਹਨਾਂ ਦੀ ਵੈਬਸਾਈਟ ਦੇ ਉੱਪਰ ਕਦੇ ਚਲੇ ਗਏ, ਕਦੇ ਉਹਨਾਂ ਦੀ ਵੈਬਸਾਈਟ ਯੂਜ਼ ਕੀਤੀ ਹੈ ਤਾਂ ਉੱਥੇ ਆਪਣੀ ਈਮੇਲ ਫਿਲ ਕਰਤੀ, ਤਾਂ ਉਹ ਕੀ ਕਰਦੇ ਨੇ, ਤੁਹਾਨੂੰ ਐਡਵਰਟਾਈਜ਼ਮੈਂਟ ਵਾਲੀ ਈਮੇਲ ਭੇਜੀ ਜਾਂਦੇ ਨੇ ਬਲਕ ਦੇ ਵਿੱਚ, ਯਾਨੀ ਅੱਜ ਭੇਜਤੀ, ਦੁਪਹਿਰ ਨੂੰ ਭੇਜਤੀ, ਰਾਤ ਨੂੰ ਭੇਜਤੀ, ਠੀਕ ਹੈ। ਉਸੇ ਤਰ੍ਹਾਂ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਵਿਚ ਆਫ ਦਾ ਫੋਲੋਇੰਗ
ईमेल प्लेटफॉर्म टिपिकली ऑफर्स द फीचर ऑफ ईमेल स्कैड्यूलिंग। यानी इन्हां चारां दे विचों है ना डिफरेंट ईमेल प्लेटफॉर्म्स ने, ਉਹਨਾਂ ਦੇ ਵਿੱਚੋਂ ਈਮੇਲ ਸਕੈਡਿਊਲ ਕਰਨ ਦਾ ਫੀਚਰ ਹੈ ਉਹ ਕਿਹੜਾ ਪਲੇਟਫਾਰਮ ਪ੍ਰੋਵਾਈਡ ਕਰਦਾ ਹੈ। ਦੇਖੋ WhatsApp ਤਾਂ ਨਹੀਂ ਪ੍ਰੋਵਾਈਡ ਕਰਦਾ, ਠੀਕ ਹੈ, ਨਾ ਹੀ Google Drive ਪ੍ਰੋਵਾਈਡ ਕਰਦਾ, ਨਾ ਹੀ Zoom ਪ੍ਰੋਵਾਈਡ ਕਰਦਾ। ਜਿਹੜਾ ਮਾਈਕਰੋਸੋਫਟ ਆਊਟਲੁੱਕ ਹੈ ਜੋ ਕਿ ਈਮੇਲ ਕਲਾਇੰਟ ਹੈ, ਈਮੇਲ ਕਲਾਇੰਟ ਹੁੰਦਾ ਇੱਕ ਵੈਬਸਾਈਟ ਕਲਾਇੰਟ ਹੁੰਦਾ, ਠੀਕ ਹੈ, ਵੈਬ ਕਲਾਇੰਟ ਹੁੰਦਾ। ਈਮੇਲ ਕਲਾਇੰਟ ਜਿਹੜੇ ਹੁੰਦੇ ਨੇ ਉਹ ਤੁਹਾਡਾ ਮਤਲਬ ਫਿਜ਼ੀਕਲੀ ਇੱਕ ਐਪ ਕਹਿ ਸਕਦੇ ਹੋ ਜਿੱਥੇ ਕਿ ਤੁਸੀਂ ਆਪਣੀ ਈਮੇਲਸ ਨੂੰ ਮੈਨੇਜ ਕਰ ਸਕਦੇ ਹੋ। ਤੇ ਮਾਈਕਰੋਸੋਫਟ ਆਊਟਲੁੱਕ ਹੀ ਇੱਕ ਇਹੋ ਜਿਹਾ ਈਮੇਲ ਕਲਾਇੰਟ ਹੈ ਜਿਹਦੇ ਵਿੱਚ ਕਿ ਤੁਸੀਂ ਈਮੇਲ ਨੂੰ ਸਕੈਡਿਊਲ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, ਵਿਚ ਆਫ ਦਾ ਫੋਲੋਇੰਗ ਆਪਸ਼ਨ ਇਜ਼ ਨਾਟ ਪ੍ਰੈਜ਼ੈਂਟ ਵੈਨ ਲਾਂਚਿੰਗ ਅ ਟੇਬਲ ਇਨ ਦਾ ਇਨਸਰਟ ਟੈਬ ਇਨ MS PowerPoint ਪ੍ਰੈਜ਼ੈਂਟੇਸ਼ਨ। ਮੰਨ ਲਓ ਤੁਹਾਨੂੰ ਕਦੇ ਵੀ ਕੋਈ ਟੇਬਲ ਇਨਸਰਟ ਕਰਨਾ, ਮਤਲਬ ਟੇਬਲ ਲਾਂਚ ਕਰਤਾ, ਉਹਦੇ ਵਿੱਚ ਤੁਸੀਂ ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਆਪਸ਼ਨ ਜਿਹੜਾ ਨਹੀਂ ਤੁਹਾਨੂੰ ਦੇਖਣ ਨੂੰ ਮਿਲਦਾ, ਤਾਂ ਪਿਕਚਰਸ ਦੇਖਣ ਨੂੰ ਨਹੀਂ ਮਿਲਦਾ ਹੈਗਾ। ਇਨਸਰਟ ਟੇਬਲ ਵੀ ਦੇਖਣ ਨੂੰ ਮਿਲੂਗਾ, ਡਰਾ ਟੇਬਲ ਵੀ ਦੇਖਣ ਨੂੰ ਮਿਲੂਗਾ, ਤੇ ਐਕਸਲ ਸਪਰੈਡਸ਼ੀਟ ਦਾ ਆਪਸ਼ਨ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਂਦਾ ਹੁੰਦਾ, ਠੀਕ ਹੈ। ਉਸ ਤੋਂ ਆਪਾਂ ਨੈਕਸਟ ਕੁਐਸਚਨ ਦੇ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ, ਵਿਚ ਆਫ ਦਾ ਫੋਲੋਇੰਗ कीबोर्ड की combination is used to creating equality in MS PowerPoint presentation। यानी MS PowerPoint presentation ਦੇ ਵਿੱਚ ਤੁਹਾਨੂੰ ਇਕੁਐਲਿਟੀ ਕ੍ਰੀਏਟ ਕਰਨ ਵਾਸਤੇ ਕਿਹੜੀ ਸ਼ਾਰਟਕਟ ਕੀ ਜਾਂ ਫਿਰ ਕੀ ਕੰਬੀਨੇਸ਼ਨ ਯੂਜ਼ ਕੀਤਾ ਜਾਂਦਾ ਹੈ, ਤਾਂ ਕੰਟਰੋਲ ਪਲੱਸ ਆਲਟ ਪਲੱਸ ਸ਼ਿਫਟ ਪਲੱਸ ਐਟ ਦਾ ਰੇਟ, ਮਤਲਬ ਇਹ ਐਂਡ ਵਾਲਾ ਸਿੰਬਲ ਹੈ ਜਿਹੜਾ ਇਹ ਯੂਜ਼ ਕੀਤਾ ਜਾਂਦਾ ਇਕੁਐਲਿਟੀ ਨੂੰ ਕ੍ਰੀਏਟ ਕਰਨ ਵਾਸਤੇ। ਉਸ ਤੋਂ ਬਾਅਦ ਨੈਕਸਟ ਪੁੱਛਿਆ ਗਿਆ, ਰੈਮ ਦੀ ਫੁੱਲ ਫਾਰਮ ਰੈਂਡਮ ਐਕਸੈਸ ਮੈਮਰੀ, ਤੇ ਰੋਮ ਦੀ ਫੁੱਲ ਫਾਰਮ ਕੀ ਹੁੰਦੀ ਹੈ, ਰੀਡ ਓਨਲੀ ਮੈਮਰੀ, ਠੀਕ ਹੈ, ਰੀਡ ਓਨਲੀ ਮੈਮਰੀ। ਉਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਆ ਗਿਆ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ, ਵਟ ਇਜ਼ ਦਾ ਪਰਪਸ ਆਫ ਯੂਜ਼ਿੰਗ ਅ ਟੰਗ ਆਊਟ ਸਮਾਈਲੀ ਲਾਈਕ। ਯਾਨੀ ਤੁਸੀਂ ਕਈ ਵਾਰ ਦੇਖਦੇ ਹੋਗੇ WhatsApp ਦੇ ਉੱਪਰ ਖਾਸ ਕਰ ਤੁਸੀਂ ਯੂਜ਼ ਕਰਦੇ ਹੋਗੇ, ਇੱਕ ਇਸ ਤਰ੍ਹਾਂ ਦਾ ਇਮੋਜੀ ਹੁੰਦਾ, ਜੀਭ ਜੀ ਬਾਹਰ ਕੱਢ ਰੱਖੀ ਹੁੰਦੀ, ਐਵੇਂ ਤਾਂ ਨਹੀਂ ਹੁੰਦਾ, ਐਵੇਂ ਅਹੀ ਜੀ ਜੀਭ ਤਾਂ ਨਹੀਂ ਹੁੰਦੀ, ਇੰਨੀ ਗੰਦੀ ਵੀ ਨਹੀਂ ਹੁੰਦੀ, ਪਰ ਅਹੀ ਜਿਹਾ ਹੁੰਦਾ। ਉਹ ਕਾਹਦੇ ਵਾਸਤੇ ਯੂਜ਼ ਕੀਤਾ ਜਾਂਦਾ, ਤੇ ਉਹ ਪਲੇਫੁਲਨੈਸ ਵਾਸਤੇ ਤੇ ਟੀਜ਼ਿੰਗ ਵਾਸਤੇ ਯੂਜ਼ ਕੀਤਾ ਜਾਂਦਾ ਹੁੰਦਾ ਉਹ, ਠੀਕ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ, ਵਟ ਇਜ਼ ਦਾ ਡਿਫੋਲਟ ਪੇਪਰ ਸਾਈਜ਼ ਗਿਵਨ ਬਾਈ MS Word ਵਾਈਲ ਪ੍ਰਿੰਟਿੰਗ। ਜਦੋਂ ਤੁਸੀਂ ਡਾਕੂਮੈਂਟ ਨੂੰ ਪ੍ਰਿੰਟ ਕਰ ਰਹੇ ਹੋ ਤਾਂ ਤੁਹਾਨੂੰ ਬਾਈ ਡਿਫੋਲਟ ਕਿਹੜਾ ਪੇਪਰ ਸਾਈਜ਼ ਦੇਖਣ ਨੂੰ ਮਿਲਦਾ, ਤਾਂ A4 ਸਾਈਜ਼ ਜਿਹੜਾ ਹੁੰਦਾ ਉਹੀ ਤੁਹਾਨੂੰ ਬਾਈ ਡਿਫੋਲਟ ਪ੍ਰਿੰਟਿੰਗ ਵਾਸਤੇ ਦੇਖਣ ਨੂੰ ਮਿਲਦਾ। ਵਿਚ ਆਫ ਦਾ ਫੋਲੋਇੰਗ ਟੈਕਨੋਲੋਜੀ ਪ੍ਰਾਇਮਰਲੀ ਯੂਜ਼ਡ ਫॉर ਟਰਾਂਸਮਿਟਿੰਗ ਵੈਬ ਪੇजेस ਐਂਡ ਡਾਟਾ ਔਨ ਦਾ ਵਰਲਡ ਵਾਈਡ ਵੈਬ। ਯਾਨੀ ਇੰਟਰਨੈਟ ਦੇ ਉੱਪਰ ਵੈਬ ਪੇजेस ਨੂੰ ਟਰਾਂਸਮਿਟ ਕਰਨ, ਯਾਨੀ ਅਪਲੋਡ ਕਰਨ, ਉਹਨਾਂ ਨੂੰ ਮੈਨੇਜ ਕਰਨ ਵਾਸਤੇ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਹੈ, HTTP। HTTP ਦੀ ਫੁੱਲ ਫਾਰਮ ਕੀ ਆ, ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕਾਲ, ਠੀਕ ਹੈ। ਤੇ SMTP ਕੀ ਹੁੰਦਾ, ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕਾਲ। ਇਹ ਕਾਦੇ ਵਾਸਤੇ ਹੁੰਦੀ ਹੈ, ਇਹ ਤੁਹਾਡੀ ਈਮੇਲ ਦੇ ਵਿੱਚ ਸੈਂਡ ਕਰਨ ਵਾਸਤੇ, ਕੋਈ ਵੀ ਈਮੇਲ ਨੂੰ ਸੈਂਡ ਕਰਨ ਵਾਸਤੇ ਇਹਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ TCP ਹੁੰਦੀ ਹੈ ਤੇ ਇੱਕ FTP ਹੁੰਦੀ ਹੈ, ਫਾਈਲ ਟ੍ਰਾਂਸਫਰ ਪ੍ਰੋਟੋਕਾਲ, ਠੀਕ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ, ਹਾਊ ਟੂ ਐਡ ਕਲਿੱਪ ਆਰਟ ਪਿਕਚਰਸ ਇਨ MS PowerPoint। ਮਤਲਬ ਤੁਸੀਂ ਸਿੰਪਲੀ ਕਹਿ ਸਕਦੇ ਹੋ ਪਿਕਚਰਸ ਕਿਵੇਂ ਇਨਸਰਟ ਕਰ ਸਕਦੇ ਹੋ। ਤਾਂ ਪਿਕਚਰ ਇਨਸਰਟ ਕਰਨਾ ਹੈ, ਤੁਸੀਂ ਪਹਿਲਾਂ ਮੇਨ ਮੈਨੂ ਬਾਰ ਦੇ ਵਿੱਚ ਜਾਓਗੇ, ਉਹਦੇ ਸਿਲੈਕਟ ਇਨਸਰਟ ਦੇ ਉੱਪਰ ਕਲਿੱਕ ਕਰੋਗੇ, ਦੈਨ ਕਲਿੱਕ ਔਨ ਪਿਕਚਰਸ ਦੇ ਉੱਪਰ ਕਲਿੱਕ ਕਰਕੇ ਤੁਸੀਂ ਪਿਕਚਰਸ ਨੂੰ ਇਨਸਰਟ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ, ਵਿਚ ਆਫ ਦਾ ਫੋਲੋਇੰਗ ਇੰਪੋਰਟੈਂਟ ਰੋਲਸ ਕੰਪਿਊਟਰ ਡੂ ਪਲੇ ਇਨ ਹੈਲਥ ਕੇਅਰ। ਯਾਨੀ ਹੈਲਥ ਕੇਅਰ ਦੇ ਵਿੱਚ ਕਿਹੜਾ ਜਿਹੜਾ ਆਪਣਾ ਰੋਲ ਹੈ ਉਹ ਪ੍ਰੋਵਾਈਡ ਕਰਦਾ ਹੈ, ਜਿਹੜਾ ਆਪਣਾ ਕੰਪਿਊਟਰ ਹੈ। ਤਾਂ ਪ੍ਰੋਵਾਈਡ ਟੈਲੀਮੈਡੀਸਿਨਸ ਤੇ ਪੇਸ਼ੈਂਟ ਦਾ ਰਿਕਾਰਡ ਰੱਖਣ ਵਾਸਤੇ ਹੀ ਜਿਹੜਾ ਆਪਣਾ ਕੰਪਿਊਟਰ ਹੈ ਉਹ ਕਾਫੀ ਹੈਲਪਫੁਲ ਰਹਿੰਦਾ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ, ਵਿਚ ਆਫ ਦਾ ਫੋਲੋਇੰਗ ਫਾਈਲ ਐਕਸਟੈਂਸ਼ਨ ਇਜ਼ ਨੋਟ ਐਕਸੈਪਟੇਬਲ ਵੈਨ ਅਟੈਚਿੰਗ ਅ ਫਾਈਲ ਟੂ ਐਨ ਈਮੇਲ। ਆਪਾਂ ਨੇ ਪਿੱਛੇ ਦੇਖਿਆ ਸੀ ਵੀ ਅਗਰ ਆਪਾਂ ਨੇ ਕੋਈ ਫਾਈਲ ਨੂੰ ਅਟੈਚ ਕਰਨਾ ਹੈ ਈਮੇਲ ਦੇ ਵਿੱਚ ਤਾਂ ਆਪਾਂ ਅਟੈਚ ਫਾਈਲ ਦਾ ਆਪਸ਼ਨ ਯੂਜ਼ ਕਰਦੇ ਹੁੰਦੇ ਹਾਂ। ਹੁਣ ਅਟੈਚ ਫਾਈਲ ਕਰਨ ਦੇ ਵੇਲੇ ਆਪਾਂ ਕਿਹੜੇ ਜਿਹੜੇ ਡਾਕੂਮੈਂਟਸ ਨੇ ਜਾਂ ਫਿਰ ਕਿਹੜੇ ਫਾਈਲ ਐਕਸਟੈਂਸ਼ਨ ਨੇ ਉਹਨਾਂ ਦੇ ਹੀ ਜਿਹੜੀ ਫਾਈਲਸ ਹੁੰਦੀਆਂ ਨੇ ਉਹ ਭੇਜ ਸਕਦੇ ਹਾਂ। .png ਭੇਜ ਸਕਦੇ ਹਾਂ, .pdf ਵੀ ਭੇਜ ਸਕਦੇ ਹਾਂ, .doc ਵੀ ਭੇਜ ਸਕਦੇ ਹਾਂ, .exe ਆਪਾਂ ਨਹੀਂ ਭੇਜ ਸਕਦੇ ਹੁੰਦੇ, ਠੀਕ ਹੈ। ਤਾਂ ਆਪਸ਼ਨ D ਹੈ ਜਿਹੜਾ ਉਹ ਬਿਲਕੁਲ ਕਰੈਕਟ ਆਂਸਰ ਰਹੂਗਾ, ਕਿਉਂਕਿ ਇਹਦੇ ਵਿੱਚ ਨੋਟ ਐਕਸੈਪਟੇਬਲ ਹੀ ਪੁੱਛਿਆ ਤੇ ਨੋਟ ਆਪਣਾ ਇਹੀ ਬਣਦਾ ਹੈ, ਠੀਕ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ, what command should you use if you want to ensure the document is saved at regular intervals। ਅਗਰ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਬਾਰ-ਬਾਰ ਖੁਦ ਤੋਂ ਸੇਵ ਨਾ ਕਰਨਾ ਪਵੇ ਤੇ ਤੁਹਾਡਾ ਜਿਹੜਾ ਡਾਕੂਮੈਂਟ ਹੈ, ਅਗਰ ਤੁਸੀਂ ਕੰਮ ਕਰ ਰਹੇ ਹੋ ਭਾਵੇਂ MS PowerPoint ਹੈ, ਭਾਵੇਂ MS Word ਹੈ ਜਾਂ ਫਿਰ MS Excel ਹੈ, ਮਤਲਬ ਇੱਕ ਥੋੜੇ ਜਿਹੇ ਇੰਟਰਵਲ ਤੋਂ ਬਾਅਦ ਉਹ ਆਟੋਮੈਟਿਕਲੀ ਸੇਵ ਹੋ ਜੇ। ਤਾਂ ਕਿਹੜਾ ਫੀਚਰ ਤੁਸੀਂ ਇਨੇਬਲ ਕਰਦੇ ਹੋ, ਤਾਂ ਆਟੋ ਸੇਵ ਦਾ, ਠੀਕ ਹੈ। ਤਾਂ ਆਟੋਮੈਟਿਕਲੀ ਸੇਵ ਹੋ ਜਾਂਦਾ ਥੋੜੇ ਇੰਟਰਵਲਸ ਤੋਂ ਬਾਅਦ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ, ਵਟ ਪਾਰਟ ਆਫ ਈਮੇਲ ਮੈਸੇਜ ਕੈਨ ਬੀ
ਸਰਚਡ ਯੂਜ਼ਿੰਗ ਦਾ ਜੀਮੇਲ ਸਰਚ ਬਾਕਸ। ਯਾਨੀ ਜੀਮੇਲ ਦੇ ਵਿੱਚ ਤੁਹਾਨੂੰ ਨਾ ਇੱਕ ਸਰਚ ਬਾਕਸ ਦੇਖਣ ਨੂੰ ਮਿਲਦਾ ਹੈ। ਉਸ ਸਰਚ ਬਾਕਸ ਦੇ ਉੱਪਰ ਕਲਿੱਕ ਕਰਕੇ ਤੁਸੀਂ ਕੀ ਕੁਝ ਚੀਜ਼ਾਂ ਸਰਚ ਕਰ ਸਕਦੇ ਹੋ, ਤਾਂ ਤੁਸੀਂ ਕਿਸੇ ਵੀ ਮੈਸੇਜ ਦਾ ਜਾਂ ਫਿਰ ਕਿਸੇ ਵੀ ਈਮੇਲ ਦਾ ਕੋਈ ਵੀ ਪਾਰਟ ਸਰਚ ਕਰ ਸਕਦੇ ਹੋ। ਠੀਕ ਹੈ, ਭਾਵੇਂ ਉਹ ਸੈਂਡਰ ਦਾ ਨੇਮ ਹੈ, ਵੀ ਕਿਹਨੇ ਉਹਨਾਂ ਨੂੰ ਸੈਂਡ ਕੀਤੀ ਹੈ, ਉਹ ਵੀ ਤੁਹਾਨੂੰ ਪਤਾ ਲੱਗ ਜੂਗਾ। ਉਸ ਮੈਸੇਜ ਦੇ ਵਿੱਚ ਫੋਰ ਐਗਜ਼ਾਮਪਲ ਤੁਹਾਡਾ ਕੋਈ ਪਾਸਵਰਡ ਸੀ, ਤਾਂ ਤੁਹਾਨੂੰ ਸਿੰਪਲੀ ਜੀਮੇਲ ਸਰਚ ਬਾਕਸ ਦੇ ਵਿੱਚ ਪਾਸਵਰਡ ਲਿਖਤਾ, ਤਾਂ ਪਾਸਵਰਡ ਲਿਖਣ ਤੋਂ ਬਾਅਦ ਤੁਹਾਨੂੰ ਜਿੰਨੇ ਵੀ ਪਾਸਵਰਡ ਰਿਲੇਟਡ ਈਮੇਲਸ ਆਈਆਂ ਹੋਣਗੀਆਂ ਉਹ ਪਤਾ ਲੱਗ ਜੂਗਾ। ਠੀਕ ਹੈ, ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਿਚ ਕੰਪਿਊਟਰ ਇਨਪੁਟ ਡਿਵਾਈਸ ਰੀਪਰੋਡਿਊਸ ਟੈਕਸਟ ਇਮੇजेस ਬਾय ਮੇਕਿੰਗ देयर ਕਾਪੀਜ਼ ਐਂਡ ਕਨਵਰਟ them ਇਨਟੂ ਡਿਜੀਟਲ ਵਰਜ਼ਨ। ਠੀਕ ਹੈ, ਤਾਂ ਇਹਦੇ ਵਿੱਚ ਆਪਾਂ ਨੂੰ ਇਹ ਪੁੱਛਿਆ ਗਿਆ ਵੀ ਇਹ ਜਿਹਾ ਕਿਹੜਾ ਫੀਚਰ ਹੈ ਕੰਪਿਊਟਰ ਦਾ ਜੋ ਕਿ ਜਿਹੜੇ ਤੁਹਾਡੇ ਫਿਜ਼ੀਕਲ ਟੈਕਸਟ ਜਾਂ ਫਿਰ ਫੋਟੋਜ਼ ਨੇ ਉਹਨੂੰ ਕਨਵਰਟ ਕਰ ਦਿੰਦਾ ਡਿਜੀਟਲ ਫਾਰਮੈਟ ਦੇ ਵਿੱਚ। ਤਾਂ ਉਹ ਬਾਇਓਮੈਟ੍ਰਿਕ ਸੈਂਸਰ ਹੁੰਦੇ ਨੇ, ਨਹੀਂ ਸੌਰੀ ਬਾਇਓਮੈਟ੍ਰਿਕ ਸੈਂਸਰ ਨਹੀਂ, ਸਕੈਨਰਸ ਹੁੰਦੇ ਨੇ। ਠੀਕ ਹੈ, ਸਕੈਨਰ ਦਾ ਜਿਹੜਾ ਫੀਚਰ ਹੁੰਦਾ ਉਹ ਤੁਹਾਨੂੰ ਅਲਾਉ ਕਰਦਾ ਵੀ ਤੁਸੀਂ ਕਿਸੇ ਵੀ ਮਤਲਬ ਫਿਜ਼ੀਕਲ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਵੀ ਤੁਹਾਡੇ ਕੋਲੇ ਡਾਕੂਮੈਂਟ ਪਿਆ ਤੇ ਉਹਨੂੰ ਸਕੈਨ ਕਰਕੇ ਤੁਸੀਂ ਆਪਣੇ ਕੰਪਿਊਟਰ ਦੇ ਵਿੱਚ ਡਿਜੀਟਲ ਵਰਜ਼ਨ ਦੇ ਵਿੱਚ ਕਨਵਰਟ ਕਰ ਸਕਦੇ ਹੋ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਵਟ ਇਜ਼ ਦਾ ਡਿਫਰੈਂਸ ਬਿਟਵੀਨ ਰਿਪਲਾਈਂਗ ਐਂਡ ਫਾਰਵਰਡਿੰਗ ਐਨ ਈਮੇਲ। ਹੁਣ ਰਿਪਲਾਈ ਦਾ ਨਾਰਮਲੀ ਤੁਸੀਂ ਕੀ ਮਤਲਬ ਸਮਝਦੇ ਹੋ? ਰਿਪਲਾਈ ਦਾ ਮਤਲਬ ਤਾਂ ਇਹੀ ਹੁੰਦਾ ਨਾ ਵੀ ਸਾਹਮਣੇ ਵੱਲੋਂ ਕੋਈ ਤੁਹਾਡੇ ਕੋਲ ਸਵਾਲ ਆਇਆ ਤੇ ਉਹਨੂੰ ਜਵਾਬ ਦੇਣਾ, ਉਹੀ ਰਿਪਲਾਈ ਹੁੰਦਾ। ਅਗਰ ਤੁਸੀਂ WhatsApp ਦੀ ਲੈਂਗੁਏਜ ਦੇ ਵਿੱਚ ਵੀ ਕਹੋ ਜਾਂ ਫਿਰ ਇੰਸਟਾਗ੍ਰਾਮ ਦੀ ਜਾਂ ਫਿਰ ਤੁਸੀਂ ਟੈਲੀਗ੍ਰਾਮ ਵੀ ਯੂਜ਼ ਕਰਦੇ ਹੋਵੋਗੇ। ਤੇ ਫਾਰਵਰਡ ਦਾ ਕੀ ਮਤਲਬ ਹੁੰਦਾ ਹੈ ਵੀ ਜਿਹੜਾ ਵੀ ਤੁਹਾਨੂੰ ਕੋਈ ਇਮੇਜ ਆਈ, ਕੋਈ ਮੈਸੇਜ ਆਇਆ, ਤੁਸੀਂ ਕਿਸੇ ਹੋਰ ਬੰਦੇ ਨੂੰ ਫਾਰਵਰਡ ਕਰਤਾ। ਬਸ ਹੁਣ ਆਪਾਂ ਨੇ ਇੱਥੇ ਚਾਰੇ ਆਪਸ਼ਨ ਨੂੰ ਪੜ੍ਹਨਾ ਹੈ, ਤਾਂ ਇਹਦੇ ਵਿੱਚ ਆਇਡੈਂਟੀਫਾਈ ਕਰਨਾ ਵੀ ਕਿਹਦਾ ਮਤਲਬ ਜਮੀ ਸੇਮ ਹੈ। ਤਾਂ ਆਪਸ਼ਨ ਆਪਾਂ ਪਹਿਲਾਂ ਸੀ ਪੜ੍ਹ ਲੈਂਦੇ ਹਾਂ। ਟੂ ਰਿਪਲਾਈ ਮੀਨਸ ਦਾ ਟੂ ਰਿਪਲਾਈ ਔਰ ਆਨਸਰ ਦਾ ਇਨਫੋਰਮੇਸ਼ਨ ਔਰ ਕੁਐਸਚਨ ਆਸਕਡ ਟੂ ਰਿਸਪੈਕਟਿਵ ਈਮੇਲ ਐਡਰੈਸ। ਯਾਨੀ ਜਿਸ ਬੰਦੇ ਨੇ ਕੋਈ ਕੁਐਸਚਨ ਪੁੱਛਿਆ, ਠੀਕ ਹੈ, ਜਿਹੜੇ ਈਮੇਲ ਐਡਰੈਸ ਬੰਦੇ ਨੇ ਮਤਲਬ ਜਿਹੜੇ ਬੰਦੇ ਨੇ ਉਹ ਸੈਂਡ ਕੀਤੀ ਹੈ ਈਮੇਲ, ਉਹਦਾ ਜਵਾਬ ਦੇਣਾ। ਤੇ ਫਾਰਵਰਡਿੰਗ ਦਾ ਕੀ ਮਤਲਬ ਹੁੰਦਾ ਹੈ ਵੀ ਜਿਹੜੀ ਈਮੇਲ ਹੈ ਉਹਨੂੰ ਸੇਮ ਟੂ ਐਜ਼ ਇਟ ਇਜ਼ ਕਿਸੇ ਦੂਜੇ ਬੰਦੇ ਨੂੰ ਭੇਜ ਦੇਣਾ। ਠੀਕ ਹੈ, ਯਾਨੀ ਆਪਸ਼ਨ ਸੀ ਆਪਣਾ ਬਿਲਕੁਲ ਕਰੈਕਟ ਆਨਸਰ ਹੈ। ਉਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਆ ਜਾਂਦਾ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਇਨ ਅ ਡਾਕੂਮੈਂਟ ਲੈਫਟ ਅਲਾਈਨ ਟੈਕਸਟ what happens if you select all the text and justify align। ਯਾਨੀ ਇਹਦੇ ਵਿੱਚ ਕਿਹਾ ਗਿਆ ਵੀ ਅਗਰ ਕੋਈ ਮਤਲਬ ਟੈਕਸਟ ਹੈ, ਫੋਰ ਐਗਜ਼ਾਮਪਲ ਇਹ ਬਾਕਸ ਹੈ, ਠੀਕ ਹੈ, ਇਹ ਬਾਕਸ ਦੇ ਵਿੱਚ ਨਾ ਇੱਥੇ ਟੈਕਸਟ ਪਿਆ ਤੇ ਉਹ ਲੈਫਟ ਅਲਾਈਨ ਦੇ ਵਿੱਚ ਪਿਆ। ਹੁਣ ਅਗਰ ਤੁਸੀਂ ਉਹਦੇ ਉੱਪਰ Ctrl+J ਦੱਬ ਕੇ ਜਸਟੀਫਾਈ ਕਰ ਦੋਗੇ ਤਾਂ ਕੀ ਕੀ ਹੋਊਗਾ? ਤਾਂ ਜਿਹੜਾ ਟੈਕਸਟ ਹੈ ਨਾ ਉਹ ਰਾਈਟ ਵਾਲੇ ਪਾਸੇ ਮੂਵ ਹੋ ਜਾਊਗਾ। ਦਾ ਟੈਕਸਟ ਮੂਵਸ ਟੂ ਦਾ ਰਾਈਟ ਮਾਰਜਨ, ਯਾਨੀ ਰਾਈਟ ਮਾਰਜਨ ਦੇ ਪਾਸੇ ਚਲਾ ਜਾਊਗਾ। ਠੀਕ ਹੈ, ਇੱਥੇ ਦੋ ਆਪਸ਼ਨ ਸੇਮ ਨੇ, ਤਾਂ ਇੱਕ ਆਪਸ਼ਨ ਕੱਟ ਲਿਓ ਤੇ ਆਪਸ਼ਨ ਸੀ ਬਿਲਕੁਲ ਕਰੈਕਟ ਆਨਸਰ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਦਾ ਪ੍ਰਿੰਟ ਡਾਇਲੋਗ ਬਾਕਸ ਇਨ MS ਵਰਡ ਆਫਰ ਸੈਵਰਲ ਆਪਸ਼ਨ ਵਿਦਆਊਟ। ਜਿਹੜਾ ਪ੍ਰਿੰਟ ਡਾਇਲੋਗ ਬਾਕਸ ਹੈ MS ਵਰਡ ਦੇ ਵਿੱਚ ਉਹ ਬਾਕੀ ਸਾਰੇ ਆਪਸ਼ਨ ਜਿਹੜੇ ਉਸ ਨੂੰ ਅਲਾਉ ਕਰਦਾ ਹੈ, ਬਸ ਐਕਸੈਪਟ ਉਹਨੂੰ ਛੱਡ ਕੇ। ਤਾਂ ਕਵਰ ਪੇਜ ਦਾ ਤੁਹਾਨੂੰ ਕੋਈ ਆਪਸ਼ਨ ਦੇਖਣ ਨੂੰ ਨਹੀਂ ਮਿਲਦਾ। ਠੀਕ ਹੈ, ਬਾਕੀ ਸਾਰੇ ਵੀ ਪੇਜ ਸੈਟਅਪ ਦਾ ਦੇਖਣ ਨੂੰ ਮਿਲਦਾ ਹੈ, ਪੇजेस ਵੀ ਸ਼ੋ ਕਰਦਾ ਤੇ ਪ੍ਰਿੰਟਰ ਦਾ ਵੀ ਕਿਹੜੇ ਪ੍ਰਿੰਟਰ ਦੇ ਸੋਨੇ ਥਰੂ ਪ੍ਰਿੰਟ ਕਰਨਾ ਹੈ। ਉਹ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਵਟ ਇਜ਼ ਦਾ ਯੂਟਿਲਿਟੀ ਆਫ ਐਡਰੈਸ ਬੁੱਕ ਇਨ ਈਮੇਲ ਸਰਵਿਸ। ਯਾਨੀ ਈਮੇਲ ਸਰਵਿਸ ਦੇ ਵਿੱਚ ਐਡਰੈਸ ਬੁੱਕ ਦੀ ਕੀ ਯੂਟਿਲਿਟੀ ਹੁੰਦੀ ਹੈ ਉਹ ਤੁਹਾਨੂੰ ਦੱਸਣਾ ਹੈ। ਤਾਂ ਦਿਸ ਹੈਲਪ ਇਨ ਐਡਿੰਗ ਦਾ ਐਡਰੈਸ ਆਫ ਦਾ ਰੈਸਿਪੀਐਂਟ ਫॉर ਦਾ ਫਿਊਚਰ ਰੈਫਰੈਂਸ। ਉਸ ਤੋਂ ਬਾਅਦ ਨੈਕਸਟ ਕੀ ਆਇਆ ਇਟ ਪ੍ਰੋਵਾਈਡ ਬੇਸਿਕ contact details of the recipient ਅਤੇ it does not help for any purpose, it automatically makes a list of email sent। ਤਾਂ ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਆਪਸ਼ਨ ਸਿਲੈਕਟ ਹੋਊਗਾ ਇੱਕ ਵਾਰ ਤੁਸੀਂ ਦੱਸੋ ਮੈਨੂੰ, ਮੈਂ ਤੁਹਾਨੂੰ ਟਾਈਮ ਦੇ ਰਿਹਾ।
ਉਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਆ ਜਾਂਦਾ ਹੈ, ਵਟ ਇਜ਼ ਡਿਫਾਲਟ ਵਿਊ ਮੋਡ ਵੈਨ ਓਪਨਿੰਗ ਇਨ MS ਪਾਵਰਪੁਆਇੰਟ ਪ੍ਰੈਜੈਂਟੇਸ਼ਨ। ਯਾਨੀ ਕਿ ਜਦੋਂ ਵੀ ਤੁਸੀਂ MS ਪਾਵਰਪੁਆਇੰਟ ਨੂੰ ਓਪਨ ਕਰਦੇ ਹੋ ਤਾਂ ਤੁਹਾਨੂੰ ਬਾਈ ਡਿਫਾਲਟ ਕਿਹੜਾ ਮੋਡ ਦੇਖਣ ਨੂੰ ਮਿਲਦਾ ਹੈ? ਤਾਂ ਤੁਹਾਨੂੰ ਬਾਈ ਡਿਫਾਲਟ ਨਾਰਮਲ ਵਿਊ ਹੀ ਦੇਖਣ ਨੂੰ ਮਿਲਦਾ ਹੈ, ਠੀਕ ਹੈ। ਤੇ ਉਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਆ ਜਾਂਦਾ ਕੁਐਸਚਨ ਨੰਬਰ 52, ਜਿਹਦੇ ਵਿੱਚ ਪੁੱਛਿਆ ਗਿਆ ਬਾਈ ਯੂਜ਼ਿੰਗ ਵਿਚ ਆਫ ਦਾ ਫੋਲੋਇੰਗ ਫਾਈਲ ਐਕਸਟੈਂਸ਼ਨ। ਯਾਨੀ ਇਹਨਾਂ ਸਾਰਿਆਂ ਦੇ ਵਿੱਚੋਂ ਕਿਹੜਾ ਫਾਈਲ ਐਕਸਟੈਂਸ਼ਨ ਤੁਸੀਂ ਯੂਜ਼ ਕਰਦੇ ਹੋ MS ਵਰਡ ਡਾਕੂਮੈਂਟ ਨੂੰ ਸੇਵ ਕਰਨ ਵਾਸਤੇ? ਤਾਂ MS ਵਰਡ ਡਾਕੂਮੈਂਟ ਨੂੰ ਸੇਵ ਕਰਨ ਵਾਸਤੇ DOCX ਜਿਹੜਾ ਫਾਈਲ ਐਕਸਟੈਂਸ਼ਨ ਹੈ ਤੁਸੀਂ ਯੂਜ਼ ਕਰਦੇ ਹੋ, ਠੀਕ ਹੈ। ਉਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਆ ਜਾਂਦਾ ਦਾ ਆਨਲਾਈਨ ਜਰਨਲ ਔਰ ਇਨਫੋਰਮੇਸ਼ਨਲ ਵੈਬਸਾਈਟ ਵੇਅਰ ਅ ਰਾਈਟਰ ਔਰ ਇਵਨ ਅ ਗਰੁੱਪ ਆਫ ਰਾਈਟਰ ਸ਼ੇਅਰ देयर ਵਿਊ ਔਨ ਐਨ ਇੰਡੀਵਿਜੂਅਲ ਸਬਜੈਕਟ। ਮੰਨ ਲਓ ਇੱਕ ਵੈਬਸਾਈਟ ਹੈ, ਠੀਕ ਹੈ, ਫੋਰ ਐਗਜ਼ਾਮਪਲ ਇਹ ਵੈਬਸਾਈਟ ਹੈ, ਇਹਦੇ ਉੱਪਰ ਬਹੁਤ ਸਾਰੇ ਰਾਈਟਰਸ ਨੇ, ਤੁਸੀਂ ਹੋ, ਮੈਂ ਆ, ਜਾਂ ਫਿਰ 5-7 ਜਣੇ ਹੋਰ ਨੇ। ਜਿਵੇਂ ਟਵਿੱਟਰ ਦਾ ਐਗਜ਼ਾਮਪਲ ਲੈ ਲੈਂਦੇ ਹੋ, ਟਵਿੱਟਰ ਕਹਿ ਲਓ ਤੁਸੀਂ ਜਾਂ ਫਿਰ ਐਕਸ, ਜਿਹਦੇ ਉੱਪਰ ਕੀ ਮੰਨ ਲਓ ਇੱਕ ਵੈਬਸਾਈਟ ਦੇ ਉੱਪਰ ਜਾਂ ਫਿਰ ਆਨਲਾਈਨ ਜਰਨਲ ਦੇ ਉੱਪਰ ਬਹੁਤ ਸਾਰੇ ਰਾਈਟਰਸ ਹੋ ਗਏ ਜਾਂ ਫਿਰ ਬਹੁਤ ਸਾਰੇ ਪਰਸਨਸ ਹੋ ਗਏ, ਆਪਣੇ ਜਿਹੜੇ ਵਿਊਜ਼ ਨੇ ਉਹ ਸ਼ੇਅਰ ਕਰਦੇ ਨੇ, ਤਾਂ ਉਹਨੂੰ ਕੀ ਕਹਿੰਦੇ ਆਪਾਂ? ਤਾਂ ਵਲੌਗ ਕਹਿੰਦੇ ਹੁੰਦੇ ਆ, ਠੀਕ ਹੈ। ਤਾਂ ਉਹਨੂੰ ਆਪਾਂ ਵਲੌਗ ਕਹਿ ਦਿੰਦੇ ਹੁੰਦੇ ਆ। ਵਲੌਗ ਦੇ ਉੱਪਰ ਇੱਕ ਹੁੰਦਾ ਵਲੌਗ, ਇੱਕ ਹੁੰਦਾ ਵਲੌਗ, ਇੱਕ ਹੁੰਦਾ ਵਲੌਗ। ਵਲੌਗ ਦੇ ਵਿੱਚ ਹੁੰਦਾ ਮਤਲਬ ਖੁਦ ਦੀ ਆਪਣੀ ਜਦੋਂ ਵੀਡੀਓ ਸ਼ੂਟ ਕਰਕੇ ਇੰਟਰਨੈਟ ਦੇ ਉੱਪਰ ਅਪਲੋਡ ਕਰਦੇ ਆ ਅਤੇ ਆਪਣੀ ਜਿਹੜੀ ਲਾਈਫ ਨੂੰ ਦਿਖਾਉਂਦੇ ਆ, ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ, ਉਹ ਹੁੰਦਾ ਵਲੌਗ। ਅਤੇ ਵਲੌਗ ਜਿਹੜਾ ਹੁੰਦਾ ਇਹਦੇ ਵਿੱਚ ਤੁਸੀਂ ਆਪਣੇ ਜਿੰਨੇ ਕੁ ਵੀ ਮਤਲਬ ਵਿਊਜ਼ ਹੁੰਦੇ ਹੋ ਉਹ ਆਪਣੀ ਰਿਟਨ ਫਾਰਮ ਦੇ ਵਿੱਚ ਜਾਂ ਫਿਰ ਟੈਕਸਟ ਫਾਰਮੈਟ ਦੇ ਵਿੱਚ ਸ਼ੇਅਰ ਕਰਦੇ ਹੋ, ਜਾਂ ਫਿਰ ਇਮੇਜਸ ਦੇ ਵਿੱਚ। ਵਲੌਗ ਦੇ ਵਿੱਚ ਤੁਸੀਂ ਵੀਡੀਓ ਬਣਾ ਕੇ ਕਰਦੇ ਹੁੰਦੇ ਹੋ ਸ਼ੇਅਰ, ਠੀਕ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਸਿਸਟਮ ਸੌਫਟਵੇਅਰ ਇਜ਼ ਰਿਟਨ ਇਨ ਡੈਸ਼ ਲੈਂਗੁਏਜ ਐਂਡ ਐਪਲੀਕੇਸ਼ਨ ਸੌਫਟਵੇਅਰ ਇਜ਼ ਰਿਟਨ ਇਨ ਡੈਸ਼ ਲੈਂਗੁਏਜ। ਦੇਖੋ ਸਿਸਟਮ ਸੌਫਟਵੇਅਰ ਜਿਹੜੇ ਹੁੰਦੇ ਨੇ ਉਹ ਲੋ ਲੈਵਲ ਲੈਂਗੁਏਜ ਦੇ ਵਿੱਚ ਲਿਖੇ ਜਾਂਦੇ ਨੇ, ਅਤੇ ਐਪਲੀਕੇਸ਼ਨ ਸੌਫਟਵੇਅਰ ਜਿਹੜੇ ਹੁੰਦੇ ਨੇ ਉਹ ਹਾਈ ਲੈਵਲ ਲੈਂਗੁਏਜ ਦੇ ਵਿੱਚ ਲਿਖੇ ਹੁੰਦੇ ਨੇ। ਕਿਉਂਕਿ ਜਿਹੜੇ ਸਿਸਟਮ ਸੌਫਟਵੇਅਰ ਹੁੰਦੇ ਨੇ ਉਹ ਡਾਇਰੈਕਟਲੀ ਕੰਪਿਊਟਰ ਨਾਲ ਮਤਲਬ ਰਿਲੇਟ ਕਰਦੇ ਨੇ ਜਾਂ ਫਿਰ ਉਹਨਾਂ ਨੂੰ ਮਤਲਬ ਕੰਮ ਦਿੰਦੇ ਨੇ, ਇਸ ਕਰਕੇ ਉਹਨੂੰ ਲੋ ਲੈਂਗੁਏਜ ਦੇ ਵਿੱਚ ਲਿਖਿਆ ਜਾਂਦਾ ਵੀ ਤਾਂ ਕਿ ਜਿਹੜੀ ਉਹਦੀ ਐਫਰਟ ਹੈ ਉਹ ਘੱਟ ਹੋ ਜਾਏ। ਕਿਉਂਕਿ ਜਦੋਂ ਹਾਈ ਲੈਵਲ ਲੈਂਗੁਏਜ ਨੂੰ ਸਮਝਣ ਦੇ ਵਾਸਤੇ ਪਹਿਲਾਂ ਕੰਪਿਊਟਰ ਨੂੰ ਲੋ ਲੈਂਗੁਏਜ ਦੇ ਵਿੱਚ ਕਨਵਰਟ ਕਰਨਾ ਪਊਗਾ, ਦੈਨ ਜਾ ਕੇ ਉਹ ਕਿਤੇ ਉਸ ਲੈਂਗੁਏਜ ਨੂੰ ਸਮਝ ਪਾਉਂਦਾ। ਇਸ ਕਰਕੇ ਸਿਸਟਮ ਸੌਫਟਵੇਅਰ ਨੂੰ ਪਹਿਲਾਂ ਹੀ ਲੋ ਲੈਂਗੁਏਜ ਦੇ ਵਿੱਚ ਲਿਖਦੇ ਨੇ ਵੀ ਤਾਂ ਕਿ ਕੰਪਿਊਟਰ ਨੂੰ ਜ਼ਿਆਦਾ ਐਫਰਟਸ ਨਾ ਕਰਨੇ ਪੈਣ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਿਚ ਆਫ ਦਾ ਫੋਲੋਇੰਗ ਆਪਸ਼ਨ ਇਜ਼ ਨੋਟ ਪ੍ਰੈਜ਼ੈਂਟ in add menu option of draw tab in MS PowerPoint presentation to write color on the slide। ਯਾਨੀ ਇਹਨਾਂ ਨੇ ਸਿੰਪਲੀ ਇਹ ਕਿਹਾ ਵੀ ਜਿਹੜਾ ਡਰਾ ਟੈਬ ਹੁੰਦਾ ਹੈ MS PowerPoint ਦੇ ਵਿੱਚ, ਉਹਦੇ ਐਡ ਪੈਨ ਸੈਕਸ਼ਨ ਦੇ ਵਿੱਚ ਤੁਹਾਨੂੰ ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਆਪਸ਼ਨ ਦੇਖਣ ਨੂੰ ਨਹੀਂ ਮਿਲਦਾ? ਤਾਂ ਤੁਹਾਨੂੰ ਬ੍ਰਸ਼ ਵਾਲਾ ਕੋਈ ਟੂਲ ਦੇਖਣ ਨੂੰ ਨਹੀਂ ਮਿਲਦਾ, ਪੈਨ ਵੀ ਮਿਲਦਾ, ਪੈਨਸਿਲ ਵੀ ਮਿਲਦਾ, ਤੇ ਹਾਈਲਾਈਟਰ ਵੀ ਦੇਖਣ ਨੂੰ ਮਿਲਦਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਜਾਂਦਾ ਹੈ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵੀ ਹਾਊ ਮੈਨੀ ਈਮੇਲਸ ਕੈਨ ਯੂ ਸਕੈਡਿਊਲ ਇਨ ਜੀਮੇਲ। ਮਤਲਬ ਤੁਸੀਂ ਕਿੰਨੇ ਮੈਕਸੀਮਮ ਜਿਹੜੇ ਈਮੇਲ ਨੇ ਉਹਨਾਂ ਨੂੰ ਸਕੈਡਿਊਲ ਕਰ ਸਕਦੇ ਹੋ ਜੀਮੇਲ ਦੇ ਅੰਦਰ? ਤਾਂ ਤੁਸੀਂ ਅਪ ਟੂ 100 ਜਿਹੜੇ ਈਮੇਲਸ ਨੇ ਉਹਨਾਂ ਨੂੰ ਸਕੈਡਿਊਲ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਆ ਜਾਂਦਾ ਹੈ ਕੁਐਸਚਨ ਨੰਬਰ 57, ਵਿਚ ਆਫ ਦਾ ਫੋਲੋਇੰਗ ਇਜ਼ ਦਾ ਮੇਨ ਮੈਮਰੀ ਆਫ ਕੰਪਿਊਟਰ ਵਿਚ ਇਜ਼ ਵੋਲਾਟਾਈਲ ਇਨ ਨੇਚਰ। ਯਾਨੀ ਕੰਪਿਊਟਰ ਦੀ ਮੇਨ ਮੈਮਰੀ ਬਾਰੇ ਦੱਸਣਾ ਵੀ ਇਹਨਾਂ ਚਾਰਾਂ ਦੇ ਵਿੱਚੋਂ ਮੇਨ ਮੈਮਰੀ ਕਿਹੜੀ ਹੈ? ਤਾਂ ਮੇਨ ਮੈਮਰੀ ਆਪਣੀ ਰੈਂਡਮ ਐਕਸੈਸ ਮੈਮਰੀ ਹੈ ਜਿਹੜੀ ਕਿ ਵੋਲਾਟਾਈਲ ਇਨ ਨੇਚਰ ਹੁੰਦੀ ਹੈ, ਠੀਕ ਹੈ। ਵੋਲਾਟਾਈਲ ਇਨ ਦਾ ਨੇਚਰ ਮਤਲਬ ਵੀ ਟੈਂਪਰੇਰੀ ਹੁੰਦੀ ਹੈ, ਵੀ ਇੱਕ ਟਾਈਮ ਤੋਂ ਬਾਅਦ ਇਹ ਆਪਣੇ ਆਪ ਹੀ ਡਿਲੀਟ ਹੋ ਜਾਂਦੀ ਹੈ। ਰੀਡ ਓਨਲੀ ਮੈਮਰੀ ਆਪਣੀ ਪਰਮਾਨੈਂਟ ਹੁੰਦੀ ਹੈ, ਠੀਕ ਹੈ। ਹਾਰਡ ਡਿਸਕ ਡਰਾਈਵ ਜਿਹੜੀ ਉਹ ਆਪਣੀ ਸਟੋਰੇਜ ਡਿਵਾਈਸ ਹੈ, ਉਸ ਤਰ੍ਹਾਂ ਹੀ ਕੰਪੈਕਟ ਡਿਸਕ ਵੀ ਆਪਣੀ ਸਟੋਰੇਜ ਡਿਵਾਈਸ ਹੀ ਹੁੰਦੀ ਹੈ। ਉਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਆਏਗਾ ਕੁਐਸਚਨ ਨੰਬਰ 58, ਹਾਊ ਕੈਨ ਅ ਯੂਜ਼ਰ ਐਕਸੈਸ ਵੇਰੀਅਸ ਫੀਚਰ ਐਂਡ ਫੰਕਸ਼ਨ ਇਨ MS ਵਰਡ ਯੂਜ਼ਿੰਗ ਦਾ ਆਈਕਨਸ ਬਿਲੋ। ਯਾਨੀ ਆਈਕਨਸ ਦੇ ਜਿਹੜੇ ਫੀਚਰਸ ਹੁੰਦੇ ਨੇ ਉਹ ਕਿਵੇਂ ਐਕਸੈਸ ਕਰ ਸਕਦਾ ਹੁੰਦਾ MS ਵਰਡ ਦੇ ਵਿੱਚ? ਤਾਂ ਸਿੰਪਲੀ ਉਹ ਜਦੋਂ ਆਈਕਨਸ ਦੇ ਟੈਬ ਦੇ ਉੱਪਰ ਕਲਿੱਕ ਕਰੂਗਾ ਤਾਂ ਉੱਥੋਂ ਜਾ ਕੇ ਆਈਕਨਸ ਦੇ ਰਿਲੇਟਡ ਜਿੰਨੇ ਕੁ ਵੀ ਫੀਚਰਸ ਨੇ ਉਹ ਐਕਸੈਸ ਕਰ ਲੂਗਾ, ਠੀਕ ਹੈ, ਸਿੰਪਲੀ। ਉਸ ਤੋਂ ਬਾਅਦ ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਿਚ ਆਫ ਦਾ ਫੋਲੋਇੰਗ ਈਮੇਲ ਫੀਚਰ ਇਜ਼ ਨੀਡਡ ਫॉर ਸਕੈਡਿਊਲਿੰਗ ਐਨ ਈਮੇਲ। ਹੁਣ ਸੋਨੇ ਮੰਨ ਲਓ ਕੋਈ ਈਮੇਲ ਨੂੰ ਸਕੈਡਿਊਲ ਕਰਨਾ ਹੈ। ਹੁਣ ਆਪਾਂ ਰੀਅਲ ਲਾਈਫ ਦੇ ਵਿੱਚ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਮੰਨ ਲਓ ਸੋਨੇ ਇਹ ਚੀਜ਼ ਡਿਸਾਈਡ ਕਰਨੀ ਹੈ ਵੀ ਆਉਣ ਵਾਲੇ ਮਤਲਬ ਇਹਨਾਂ ਤਰੀਕਾਂ ਦੇ ਵਿੱਚ ਮੈਂ ਇਹ ਕੰਮ ਕਰੂੰਗਾ। ਅਗਰ ਸੋਨੇ ਤਰੀਕ ਡਿਸਾਈਡ ਕਰਨੀ ਹੈ ਤਾਂ ਤੁਹਾਡੇ ਕੋਲ ਕੈਲੰਡਰ ਹੋਣਾ ਚਾਹੀਦਾ ਨਾ, ਯਾਨੀ ਕਿ ਈਮੇਲ ਨੂੰ ਸਕੈਡਿਊਲ ਕਰਨ ਵਾਸਤੇ ਵੀ ਤੁਹਾਡੇ ਕੋਲ ਕੈਲੰਡਰ ਜ਼ਰੂਰੀ ਹੈ ਹੋਣਾ। ਇਹ ਫੀਚਰ ਤੁਹਾਡੇ ਕੋਲ ਹੋਣਾ ਹੀ ਚਾਹੀਦਾ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆਇਆ ਕੁਐਸਚਨ ਨੰਬਰ 60, ਵਿਚ ਆਫ ਦਾ ਫੋਲੋਇੰਗ ਐਪਰੋਪ੍ਰੀਏਟ ਫੀਚਰਸ ਅਲਾਊਜ਼ ਯੂ ਟੂ ਕ੍ਰੀਏਟ ਅ ਕਾਪੀ ਆਫ ਅ ਸਲਾਈਡ ਵਿਦਿਨ ਦਾ ਸੇਮ ਪ੍ਰੈਜੈਂਟੇਸ਼ਨ ਔਰ ਅਨਦਰ ਪ੍ਰੈਜੈਂਟੇਸ਼ਨ। ਮੰਨ ਲਓ ਤੁਹਾਡੀ ਇੱਕ ਸਲਾਈਡ ਸੀ, ਠੀਕ ਹੈ, ਮੰਨ ਲਓ ਇਹ ਫਸਟ ਸਲਾਈਡ ਸੀ, ਇਹਦੇ ਵਿੱਚ ਜਿੰਨਾ ਵੀ ਸੋਨੇ ਕੰਟੈਂਟ ਲਿਖਿਆ ਹੋਇਆ ਸੀ ਸੋਨੇ ਐਜ਼ ਇਟ ਇਜ਼ ਦੂਜੀ ਸਲਾਈਡ ਦੇ ਵਿੱਚ ਚਾਹੀਦਾ, ਮਤਲਬ ਸੇਮ ਡਿਟੋ ਹੀ ਦੂਜੀ ਸਲਾਈਡ ਚਾਹੀਦੀ ਹੈ। ਤਾਂ ਤੁਸੀਂ ਕੀ ਕਰੋਗੇ? ਤੁਹਾਨੂੰ ਡੁਪਲੀਕੇਟ ਸਲਾਈਡ ਕਰ ਲੈਂਦੇ ਆਪਾਂ, ਠੀਕ ਹੈ। ਤਾਂ ਇਹਦੀ ਸ਼ਾਰਟਕਟ ਕੀ ਹੈ? ਕੰਟਰੋਲ
प्लस डी जब तुसी प्रेस करोगे तो ये डुप्लीकेट बन जाती होंगे स्लाइड की, ठीक है। कॉपी स्लाइड की की कंट्रोल प्लस सी। उस तो बाद आप नैक्सट क्वेश्चन वाल चलते हैं। नैक्सट क्वेश्चन के पूछा गया विच ऑफ द फॉलोइंग मैथड इज इनकरैक्ट फॉर सॉर्टिंग ईमेल, यानी ईमेल ਨੂੰ ਸ਼ਾਰਟ ਕਰਨ ਵਾਸਤੇ, यानी ईमेल ਨੂੰ ਕੈਟੇਗਰਾਈਜ਼ ਕਰਨ ਵਾਸਤੇ ਜਾਂ ਫਿਰ ਉਹਨਾਂ ਨੂੰ ਡਿਫਰੈਂਟ ਚੀਜ਼ ਮਤਲਬ ਡਿਫਰੈਂਟ ਚੀਜ਼ਾਂ ਦੇ ਅਕੋਰਡਿੰਗ ਉਹਨਾਂ ਨੂੰ ਦੇਖਣ ਵਾਸਤੇ। ਮਤਲਬ ਫੋਰ ਐਗਜ਼ਾਮਪਲ ਸੋਨੇ ਚੈੱਕ ਕਰਨਾ ਵੀ 2 ਫਰਵਰੀ ਤੋਂ ਲੈ ਕੇ 2 ਮਾਰਚ ਤੱਕ ਦੀ ਈਮੇਲਸ ਚੈੱਕ ਕਰਨੀ ਹੈ ਤਾਂ ਤੁਸੀਂ ਡੇਟ ਦੇ ਥਰੂ ਚੈੱਕ ਕਰ ਲਓਗੇ, ਕੈਟੇਗਰੀ ਦੇ ਥਰੂ ਚੈੱਕ ਕਰ ਲਓਗੇ ਵੀ ਹਨਾ ਜਿੰਨੀ ਕੁ ਵੀ ਤੁਸੀਂ ਐਡਵਰਟੀਜ਼ਮੈਂਟ ਮੇਲ ਹੈ ਉਹ ਚੈੱਕ ਕਰਨੀਆਂ ਨੇ, ਜਾਂ ਫਿਰ ਸਟਾਰਡ ਮੇਲ ਨੇ ਉਹ ਚੈੱਕ ਕਰਨੇ, ਜਾਂ ਫਿਰ ਇੰਪੋਰਟੈਂਟ ਮੇਲਸ ਆਈਆਂ ਨੇ ਉਹ ਚੈੱਕ ਕਰਨੀਆਂ ਨੇ। ਉਸ ਤੋਂ ਬਾਅਦ ਸਬਜੈਕਟ ਦੇ ਥਰੂ ਵੀ ਇਹ ਸਬਜੈਕਟ ਜਾਂਦੀ ਇਨ ਦਾ ਸੈਂਸ ਵੀ ਇਸ ਸਬਜੈਕਟ ਦੇ ਵਿੱਚ ਕੀ ਕੰਟੇਨਸ ਵੀ, ਯਾਨੀ ਕਿ ਫੋਰ ਐਗਜ਼ਾਮਪਲ ਸੋਨੇ ਵੀ ਕੋਈ ਅਪਡੇਟ ਦੇ ਰਿਗਾਰਡਿੰਗ ਮਤਲਬ ਸੋਨੇ ਕੋਈ ਐਪ ਦੀ ਅਪਡੇਟ ਬਾਰੇ ਦਿੱਤੀ ਸੀ ਹਨਾ ਕੋਈ ਈਮੇਲ, ਤਾਂ ਅਪਡੇਟਸ ਲਿਖ ਕੇ ਸਰਚ ਕਰ ਸਕਦੇ ਹੋ ਤੇ ਉਹਦੇ ਥਰੂ ਸੋਰਟ ਕਰ ਸਕਦੇ ਹੋ। ਬਟ ਇੱਥੇ ਫਾਰਮ ਨਹੀਂ ਫਾਰਮ ਆਊਗਾ, ਠੀਕ ਹੈ। ਫਾਰਮ ਦੇ ਥਰੂ ਕੋਈ ਇਹੋ ਜਿਹਾ ਫੀਚਰ ਨਹੀਂ ਹੁੰਦਾ ਜੇ ਤੁਸੀਂ ਈਮੇਲ ਸ਼ਾਰਟ ਕਰ ਸਕਦੇ ਹੋ, ਯਾਨੀ ਕਿ ਆਪਸ਼ਨ ਸੀ ਹੈ ਜਿਹੜਾ ਉਹ ਬਿਲਕੁਲ ਕਰੈਕਟ ਆਨਸਰ ਹੈ। ਮੈਂ ਇੱਕ ਵਾਰ ਇਰੇਜ਼ ਕਰਕੇ ਲਿਖ ਦਿੰਦਾ, ਇੱਥੇ ਜਿਹੜਾ ਆਪਸ਼ਨ ਸੀ ਹੈ ਤੁਹਾਡਾ ਉਹ ਬਿਲਕੁਲ ਕਰੈਕਟ ਆਨਸਰ ਹੈ, ਠੀਕ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਟ ਇਜ਼ ਦਾ ਬੇਸਿਕ ਫੰਕਸ਼ਨ ਆਫ ਐਨ ਐਪਲੀਕੇਸ਼ਨ ਸੌਫਟਵੇਅਰ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆ ਚੁੱਕਿਆ ਵੀ ਐਪਲੀਕੇਸ਼ਨ ਸੌਫਟਵੇਅਰ ਤੇ ਸਿਸਟਮ ਸੌਫਟਵੇਅਰ ਦੇ ਵਿੱਚ ਫਰਕ ਕੀ ਹੁੰਦਾ ਹੈ, ਤਾਂ ਉੱਥੇ ਹੀ ਮੈਂ ਤੁਹਾਨੂੰ ਦੱਸਿਆ ਸੀ ਵੀ ਐਪਲੀਕੇਸ਼ਨ ਸੌਫਟਵੇਅਰ ਦਾ ਜਿਹੜਾ ਬੇਸਿਕ ਫੰਕਸ਼ਨ ਹੁੰਦਾ ਟੂ ਪਰਫਾਰਮ ਅ ਸਪੈਸੀਫਿਕ ਟਾਸਕ ਫॉर ਐਂਡ ਯੂਜ਼ਰ, ਯਾਨੀ ਇੱਕ ਯੂਜ਼ਰ ਵਾਸਤੇ ਉਹ ਇੱਕ ਸਪੈਸੀਫਿਕ ਟਾਸਕ ਨੂੰ ਪਰਫਾਰਮ ਕਰਦਾ ਜਿਸ ਤਰ੍ਹਾਂ ਦਾ ਵੀ ਟਾਸਕ ਉਹਨਾਂ ਨੂੰ ਮਿਲਦਾ ਹੈ ਨਾ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ ਵੈਨ ਯੂ ਆਰ ਐਡਜਸਟਿੰਗ ਦਾ ਵਿਡਥ ਆਫ ਅ ਟੇਬਲ ਕਾਲਮ, ਯਾਨੀ ਕਿ ਟੇਬਲ ਦੇ ਵਿੱਚ ਕਾਲਮ ਦੀ ਜਦੋਂ ਉਹਨੇ ਵਿਡਥ ਨੂੰ ਐਡਜਸਟ ਕਰਨਾ ਹੁੰਦਾ MS ਵਰਡ 2019 ਦੇ ਵਿੱਚ ਵਿਚ ਆਪਸ਼ਨ ਅਲਾਉਜ਼ ਯੂ ਟੂ ਸੈਟ ਐਨ ਐਗਜ਼ੈਕਟ ਵੈਲਿਊ। ਇੱਥੇ ਐਗਜ਼ੈਕਟ ਵੈਲਿਊ ਦੀ ਗੱਲ ਹੋ ਰਹੀ ਹੈ ਵੀ ਮੰਨ ਲਓ ਫੋਰ ਐਗਜ਼ਾਮਪਲ ਉਹਨੇ ਇੰਨੇ ਪੁਆਇੰਟਸ ਹੀ ਜਿਹੜੀ ਉਹਦੀ ਵਿਡਥ ਰੱਖਣੀ ਹੈ, ਉਹਨੇ ਐਗਜ਼ੈਕਟ ਵੈਲਿਊ ਸਪੈਸੀਫਾਈਡ ਕਰਨੀ ਹੈ ਟੇਬਲ ਦੇ ਕਾਲਮ ਦੀ, ਤਾਂ ਤੁਸੀਂ ਕੀ ਕਰੋਗੇ ਟਾਈਪਿੰਗ ਅ ਸਪੈਸੀਫਿਕ ਵਿਡਥ ਇਨਟੂ ਦਾ ਵਿਡਥ ਬਾਕਸ ਇਨ ਦਾ ਲੇਆਊਟ ਟੈਬ, ਯਾਨੀ ਲੇਆਊਟ ਟੈਬ ਦੇ ਵਿੱਚ ਜਾਓਗੇ ਉਹਦੇ ਵਿਡਥ ਬਾਕਸ ਨੂੰ ਸਿਲੈਕਟ ਕਰੋਗੇ, ਦੈਨ ਉੱਥੇ ਸਪੈਸੀਫਿਕ ਜਿੰਨੀ ਕੁ ਵੀ ਤੁਹਾਨੂੰ ਵਿਡਥ ਰੱਖਣੀ ਹੈ ਉਨੀ ਤੁਸੀਂ ਉੱਥੇ ਮੈਂਸ਼ਨ ਕਰ ਦੋਗੇ। ਉਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਆ ਗਿਆ ਹਾਊ ਕੈਨ ਵੀ ਐਡ ਟ੍ਰਾਂਜੀਸ਼ਨ ਐਂਡ ਸਪੈਸੀਫਿਕ ਟਾਈਮਿੰਗਸ ਟੂ ਦਾ ਸਲਾਈਡ ਇਨ MS ਪਾਵਰ ਪ੍ਰੈਜੈਂਟੇਸ਼ਨ, ਯਾਨੀ ਤੁਸੀਂ ਟ੍ਰਾਂਜੀਸ਼ਨ ਦੇ ਵਿੱਚ ਕਿਵੇਂ ਸਪੈਸੀਫਿਕ ਟਾਈਮ ਨੂੰ ਐਡ ਕਰ ਸਕਦੇ ਹੋ ਇਹ ਪੁੱਛਿਆ ਗਿਆ। ਤਾਂ ਇਹਦੇ ਵਾਸਤੇ ਸਿੰਪਲੀ ਤੁਸੀਂ ਕੀ ਕਰੋਗੇ, ਸਭ ਤੋਂ ਪਹਿਲਾਂ ਟ੍ਰਾਂਜੀਸ਼ਨ ਟੈਬ ਦੇ ਮੈਨੂ ਦੇ ਉੱਪਰ ਜਾਓਗੇ, ਮੇਨ ਮੈਨੂ ਦੇ ਵਿੱਚ ਉੱਥੋਂ ਸਿਲੈਕਟ ਡਿਊਰੇਸ਼ਨ ਫਰੋਮ ਦਾ ਟਾਈਮਿੰਗ ਸਬਸੈਕਸ਼ਨ ਮੈਨੂ ਤੇ ਦੈਨ ਉੱਥੇ ਟਾਈਮ ਸੈੱਟ ਕਰ ਦੋਗੇ। ਕੀ ਕੰਮ ਕਰਨਾ ਹੈ ਟ੍ਰਾਂਜੀਸ਼ਨ ਟੈਬ ਦੇ ਵਿੱਚ ਜਾਣਾ ਹੈ ਮੇਨ ਮੈਨੂ ਤੋਂ ਹੋ ਕੇ, ਉੱਥੇ ਫਿਰ ਅਸੀਂ ਉਹਨੇ ਡਿਊਰੇਸ਼ਨ ਨੂੰ ਸਿਲੈਕਟ ਕਰਨਾ ਹੈ ਜਿੱਥੇ ਕਿ ਟਾਈਮਿੰਗ ਸਬਸੈਕਸ਼ਨ ਦੇ ਅੰਡਰ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਉੱਥੇ ਬਸ ਆਪਾਂ ਨੇ ਸੈੱਟ ਟਾਈਮ ਕਰ ਦੇਣਾ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਿਚ ਆਫ ਦਾ ਫੋਲੋਇੰਗ ਆਪਸ਼ਨ ਇਜ਼ ਨਾਟ ਅ ਕਲਾਇੰਟ ਈਮੇਲ ਸੌਫਟਵੇਅਰ, ਯਾਨੀ ਈਮੇਲ ਕਲਾਇੰਟ ਸੌਫਟਵੇਅਰ ਕਿਹੜਾ ਨਹੀਂ ਹੈਗਾ। ਦੇਖੋ ਆਊਟਲੁੱਕ ਹੈ ਜਿਹੜਾ ਆਊਟਲੁੱਕ ਐਕਸਪ੍ਰੈਸ ਜਾਂ ਫਿਰ ਤੁਸੀਂ MS ਆਊਟਲੁੱਕ ਕਹਿ ਸਕਦੇ ਹੋ, ਇਹ ਮਾਈਕਰੋਸੌਫਟ ਵਾਲਿਆਂ ਦਾ, ਥੰਡਰਬਰਡ ਹੋ ਗਿਆ ਤੇ ਜੀਮੇਲ ਹੋ ਗਿਆ, ਇਹ ਵੀ ਸਾਰੇ ਆਪਣੇ ਈਮੇਲ ਕਲਾਇੰਟ ਸੌਫਟਵੇਅਰ ਨੇ, ਬਟ ਜਿਹੜਾ ਕ੍ਰੋਮ ਹੈ ਉਹ ਵੈਬ ਬਰਾਊਜ਼ਰ ਹੈ, ਠੀਕ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਹਾਊ ਕੈਨ ਯੂ ਐਂਟਰ ਐਂਡ ਐਡਿਟ ਟੈਕਸਟ ਇਨ ਪ੍ਰੈਜੈਂਟੇਸ਼ਨ ਸਲਾਈਡ ਇਨ MS ਪਾਵਰਪੁਆਇੰਟ ਪ੍ਰੈਜੈਂਟੇਸ਼ਨ, ਯਾਨੀ ਕਿ ਸੋਨੇ ਪ੍ਰੈਜੈਂਟੇਸ਼ਨ ਸਲਾਈਡ ਤੁਹਾਡੇ ਕੋਲ ਪਹਿਲਾਂ ਹੀ ਹੈ, ਉਹਦੇ ਵਿੱਚ ਸੋਨੇ ਟੈਕਸਟ ਨੂੰ ਐਂਟਰ ਵੀ ਕਰਨਾ ਤੇ ਐਡਿਟ ਵੀ ਕਰਨਾ ਹੈ। ਤਾਂ ਤੁਸੀਂ ਕੀ ਕਰੋਗੇ ਸਭ ਤੋਂ ਪਹਿਲਾਂ ਐਕਸੈਸ ਕਰੋਗੇ ਇਨਸਰਟ ਟੈਬ ਨੂੰ, ਇਨਸਰਟ ਟੈਬ ਦੇ ਵਿੱਚ ਜਾ ਕੇ ਉੱਥੇ ਤੁਸੀਂ ਟੈਕਸਟ ਬਾਕਸ ਨੂੰ ਸਿਲੈਕਟ ਕਰੋਗੇ, ਫਿਰ ਟੈਕਸਟ ਬਾਕਸ ਇੱਕ ਇਨਸਰਟ ਕਰ ਦੋਗੇ। ਟੈਕਸਟ ਬਾਕਸ ਇਨਸਰਟ ਕਰਨ ਤੋਂ ਬਾਅਦ ਉਹਦੇ ਵਿੱਚ ਤੁਸੀਂ ਟਾਈਪਿੰਗ ਕਰਨਾ ਸ਼ੁਰੂ ਕਰੋਗੇ, ਠੀਕ ਹੈ। ਤਾਂ ਇਹ ਜਿਹੜਾ ਪ੍ਰੋਸੈਸ ਹੈ ਜਾਂ ਫਿਰ ਇਸ ਦੇ ਥਰੂ ਤੁਸੀਂ ਕਿਸੇ ਵੀ ਪ੍ਰੈਜੈਂਟੇਸ਼ਨ ਸਲਾਈਡ ਦੇ ਵਿੱਚ ਟੈਕਸਟ ਨੂੰ ਐਡਿਟ ਵੀ ਕਰ ਸਕਦੇ ਹੋ ਤੇ ਐਂਟਰ ਵੀ ਕਰ ਸਕਦੇ ਹੋ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਵਿਚ ਆਫ ਦਾ ਫੋਲੋਇੰਗ ਡਾਕੂਮੈਂਟ ਕੈਨ ਬੀ ਕ੍ਰੀਏਟਡ ਯੂਜ਼ਿੰਗ MS Office 2009 ਮੇਲ ਮਰਜ ਫॉर ਸੈਂਡਿੰਗ ਇਨਵੀਟੇਸ਼ਨ ਲੈਟਰ ਟੂ ਕਸਟਮਰ, ਯਾਨੀ ਇਨਵੀਟੇਸ਼ਨ ਲੈਟਰ ਕਸਟਮਰ ਨੂੰ ਭੇਜਣਾ, ਉਹਦੇ ਵਾਸਤੇ ਤੁਸੀਂ ਕਿਹੜਾ ਡਾਕੂਮੈਂਟ ਕ੍ਰੀਏਟ ਕਰੋਗੇ ਮੇਲ ਮਰਜ ਦੇ ਥਰੂ, ਤਾਂ ਐਨਵਲਪਸ ਕ੍ਰੀਏਟ ਕੀਤੇ ਜਾਂਦੇ ਨੇ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਅਟੈਂਪਟਿੰਗ ਟੂ ਓਬਟੇਨ ਸੈਂਸਿਟਿਵ ਇਨਫੋਰਮੇਸ਼ਨ ਸਚ ਐਜ਼ ਯੂਜ਼ਰ ਨੇਮ password and credit card details by disclosing oneself as a trusted source in an email is called। ਮੰਨ ਲਓ ਤੁਹਾਨੂੰ ਕੋਈ ਈਮੇਲ ਦੇਖਣ ਨੂੰ ਮਿਲਦੀ ਹੈ, ਈਮੇਲ ਦੇ ਵਿੱਚ ਇਹ ਆਇਆ ਵੀ ਤੁਹਾਡਾ ਜਿਹੜਾ ਬੈਂਕ ਹੈ, ਬੈਂਕ ਦੇ ਵਿੱਚ ਜਿਹੜਾ ਤੁਹਾਡਾ ਕ੍ਰੈਡਿਟ ਕਾਰਡ ਹੈ ਜਾਂ ਫਿਰ ਡੈਬਿਟ ਕਾਰਡ ਹੈ ਉਹ ਕਿਸੇ ਹੋਰ ਪਰਸਨ ਦੇ ਦੁਆਰਾ ਯੂਜ਼ ਕੀਤਾ ਗਿਆ, ਤਾਂ ਤੁਸੀਂ ਫਟਾਫਟ ਇਹਨੂੰ ਬਲੌਕ ਕਰੋ। ਤੇ ਬਲੌਕ ਕਰਨ ਵਾਸਤੇ ਤੁਹਾਨੂੰ ਕੀ ਕਰਨਾ, ਜਾ ਕੇ ਆਪਣੇ ਕ੍ਰੈਡੈਂਸ਼ੀਅਲ ਸ਼ੇਅਰ ਕਰਨੇ ਵੀ ਆਪਣਾ ਪਹਿਲਾਂ ਕਾਰਡ ਨੰਬਰ ਪਾਉਣਾ ਹੈ, ਉਸ ਤੋਂ ਬਾਅਦ ਸਾਰਾ ਕੁਝ CVV ਵਗੈਰਾ ਪਾਉਣਾ ਹੈ ਤੇ ਡੇਟ ਆਫ ਐਕਸਪਾਇਰੀ ਪਾਣੀ ਹੈ ਨਾ। ਉਸ ਤੋਂ ਬਾਅਦ ਉਹ ਕਹੂਗਾ ਵੀ ਤੁਹਾਨੂੰ OTP ਸ਼ੇਅਰ ਕਰਨਾ ਹੈ,
ਤਾਂ ਉਹ ਕੀ ਹੈ, ਐਜ਼ ਅ ਟਰਸਟ ਦੇ ਤੌਰ ਤੇ ਤੁਹਾਨੂੰ ਸ਼ੋਅ ਕਰ ਰਿਹਾ ਨਾ ਵੀ ਟਰਸਟਡ ਪਰਸਨ ਹੈ ਉਹ, ਜਾਂ ਫਿਰ ਟਰਸਟਡ ਈਮੇਲ ਵੱਲੋਂ ਆਈ ਹੈ, ਆਥੈਂਟਿਕ ਸੋਰਸ ਵੱਲੋਂ ਆਈ ਹੈ। ਤੇ ਉਹ ਕਿਹੜਾ ਅਟੈਕ ਹੁੰਦਾ, ਫਿਸ਼ਿੰਗ ਅਟੈਕ ਹੁੰਦਾ। ਯਾਨੀ ਤੁਹਾਨੂੰ ਜਿਵੇਂ ਆਪਾਂ ਕਹਿ ਦਿੰਦੇ ਵੀ ਜਿਹੜੇ ਮੱਛੀ ਫੜਦੇ ਨੇ ਉਹ ਕੀ ਕਰਦੇ ਨੇ, ਪਹਿਲਾਂ ਜਿਹੜਾ ਕੰਡਾ ਜਿਹਾ ਹੁੰਦਾ, ਕਾਂਟਾ ਜਿਹਾ ਹੁੰਦਾ, ਉਹਦੇ ਵਿੱਚ ਕੁਝ ਨਾ ਕੁਝ ਮਤਲਬ ਖਾਣ ਪੀਣ ਦੀ ਚੀਜ਼ ਅਟੈਚ ਕਰ ਦਿੰਦੇ ਨੇ ਤਾਂ ਕਿ ਮੱਛੀ ਉਹਦੇ ਵੱਲ ਆਵੇ, ਤੇ ਜਦੋਂ ਉਹਨੂੰ ਬੁੜਕਾ ਭਰਨ ਲੱਗਦੀ ਹੈ ਤੇ ਨਾਲ ਦੀ ਨਾਲ ਉਹਨੂੰ ਕੈਚ ਕਰ ਲੈਂਦੇ ਨੇ। ਠੀਕ ਹੈ, ਉਹੀ ਕੰਮ ਇਹ ਕਰਦੇ ਨੇ, ਪਹਿਲਾਂ ਤਾਂ ਉਹਨੂੰ ਡਰਾਉਂਦੇ ਨੇ, ਜਾਂ ਫਿਰ ਕੋਈ ਨਾ ਕੋਈ ਐਂ ਕਹਿ ਦਿੰਦੇ ਵੀ ਤੁਹਾਡੀ ਲੋਟਰੀ ਲੱਗ ਗਈ 5000 ਰੁਪਏ ਦੀ, ਤੁਹਾਨੂੰ ਮਤਲਬ ਵੀ 5 ਕਰੋੜ ਦੀ ਲੋਟਰੀ ਲੱਗ ਗਈ, ਪਹਿਲਾਂ ਤੁਹਾਨੂੰ 10,000 ਰੁਪਏ ਭਰਨੇ ਪੈਣਗੇ, ਫਿਰ ਤੁਹਾਨੂੰ 10 ਕਰੋੜ ਰੁਪਏ ਮਿਲੂਗਾ, ਹੈ ਨਾ। ਉਹ ਚੀਜ਼ ਉਹਨੂੰ ਫਿਸ਼ਿੰਗ ਅਟੈਕ ਕਹਿੰਦੇ ਨੇ। ਉਸ ਤੋਂ ਬਾਅਦ ਯੂ ਕੈਨ ਕ੍ਰੀਏਟ ਅ ਨਿਊ ਈਮੇਲ ਬਾਏ ਕਲਿਕਿੰਗ, ਅਗਰ ਤੁਹਾਨੂੰ ਨਵੀਂ ਈਮੇਲ ਕ੍ਰੀਏਟ ਕਰਨੀ ਹੈ ਤਾਂ ਤੁਸੀਂ ਕਿਵੇਂ ਕਰੋਗੇ, ਤੇ ਅਗਰ ਤੁਹਾਨੂੰ ਮੈਸੇਜ ਵਿਊ ਕਰਨੇ ਨੇ ਈਮੇਲ ਦੇ ਵਿੱਚ ਤਾਂ ਤੁਸੀਂ ਕਿਵੇਂ ਕਰੋਗੇ, ਹੈ ਨਾ। ਅਗਰ ਤੁਹਾਨੂੰ ਮੈਸੇਜ ਵਿਊ ਕਰਨੇ ਤਾਂ ਤੁਸੀਂ ਕਿਵੇਂ ਕਰੋਗੇ, ਤਾਂ ਅਗਰ ਤੁਹਾਨੂੰ ਦੇਖੋ ਨਵੀਂ ਈਮੇਲ ਕ੍ਰੀਏਟ ਕਰਨੀ ਹੈ ਤਾਂ ਤੁਸੀਂ ਸਿੰਪਲੀ ਕੰਪੋਜ਼ ਦੇ ਉੱਪਰ ਕਲਿੱਕ ਕਰੋਗੇ, ਅਗਰ ਮੈਸੇਜ ਦੇਖਣੇ ਤਾਂ ਇਨਬਾਕਸ ਦੇ ਉੱਪਰ ਕਲਿੱਕ ਕਰੋਗੇ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, ਕੁਐਸਚਨ ਨੰਬਰ 70, ਜਿਹਦੇ ਵਿੱਚ ਪੁੱਛਿਆ ਗਿਆ CPU ਇਜ਼ ਅ ਡੈਸ਼। CPU ਕੀ ਹੈ, ਆਪਣਾ ਇੱਕ ਮਾਈਕਰੋ ਪ੍ਰੋਸੈਸਰ ਹੈ। ਠੀਕ ਹੈ, ਉਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਆ ਜਾਂਦਾ ਹੈ ਕੁਐਸਚਨ ਨੰਬਰ 71, ਇਹਦੇ ਵਿੱਚ ਪੁੱਛਿਆ ਗਿਆ ਅ ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਡਿਵਾਈਸ ਦੈਟ ਹੈਜ਼ ਆਲ ਆਫ ਦਾ ਫੋਲੋਇੰਗ ਮੇਜਰ ਕਰੈਕਟਰਿਸਟਿਕ। ਇਹਨਾਂ ਸਾਰਿਆਂ ਕਰੈਕਟਰਿਸਟਿਕ ਜਾਂ ਫਿਰ ਤੁਸੀਂ ਫੀਚਰ ਕਹਿ ਸਕਦੇ ਹੋ ਇੱਕ ਕੰਪਿਊਟਰ ਦੇ ਵਿੱਚ ਹੁੰਦੇ ਨੇ, ਜਦ ਕਿ ਇੱਕ ਨੂੰ ਛੱਡ ਕੇ, ਇੱਥੇ ਐਕਸੈਪਟ ਲਿਖਿਆ ਹੋਇਆ ਨਾ, ਐਕਸੈਪਟ ਯਾਨੀ ਕਿ ਇੱਕ ਨੂੰ ਛੱਡ ਕੇ ਕਿਹੜਾ ਫੀਚਰ ਨਹੀਂ ਹੁੰਦਾ, ਡਿਲੇ ਵਾਲਾ ਫੀਚਰ ਨਹੀਂ ਹੁੰਦਾ, ਕਿਉਂਕਿ ਉਹਦੀ ਸਪੀਡ ਹੁੰਦੀ ਹੈ ਨਾ ਕੰਪਿਊਟਰ ਦੀ, ਉਹਦਾ ਸਪੀਡਲੀ ਕੰਮ ਕਰ ਦਿੰਦਾ। ਉਹਦਾ ਆਪਾਂ ਵਰਗੇ ਮਤਲਬ ਬੰਦੇ ਹੀ ਹੁੰਦੇ ਨੇ ਜਿਹੜੇ ਕਿ ਥੋੜੇ ਡਿਲੇ ਕਰਦੇ ਨੇ ਕੰਮ ਨੂੰ, ਪਰ ਕੰਪਿਊਟਰ ਨਹੀਂ ਇਹ ਕੰਮ ਕਰਦਾ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਸਿਲੈਕਟ ਦਾ ਕਰੈਕਟ ਆਪਸ਼ਨ ਵਿਦ ਰਿਸਪੈਕਟ ਟੂ ਦਾ ਗਿਵਨ ਸਟੇਟਮੈਂਟ। ਤੁਹਾਨੂੰ ਇੱਥੇ ਸਟੇਟਮੈਂਟ ਦਿੱਤੀਆਂ ਹੋਈਆਂ ਨੇ 2। ਠੀਕ ਹੈ, ਇਹ ਤੀਜੀ ਸਟੇਟਮੈਂਟ ਨਹੀਂ ਹੈਗੀ, ਤੀਜੀ ਸਟੇਟਮੈਂਟ ਨੂੰ ਇੱਥੇ ਡਿਲੀਟ ਕਰ ਲਿਓ, ਇੱਥੇ ਮੈਂ ਕੱਟ ਕਰ ਦਿੰਦਾ। ਤੁਹਾਡੇ ਕੋਲ 2 ਸਟੇਟਮੈਂਟਾਂ ਦਿੱਤੀਆਂ ਹੋਈਆਂ ਨੇ, ਇਹਨਾਂ ਦੋਨਾਂ ਸਟੇਟਮੈਂਟਾਂ ਨੂੰ ਤੁਸੀਂ ਕੰਸੀਡਰ ਕਰਨਾ ਤੇ ਦੱਸਣਾ ਇਹਨਾਂ ਦੋਨਾਂ ਸਟੇਟਮੈਂਟਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਠੀਕ ਹੈ। ਠੀਕ ਹੈ, ਤਾਂ ਪਹਿਲੀ ਸਟੇਟਮੈਂਟ ਦੇ ਵਿੱਚ ਪੁੱਛਿਆ ਗਿਆ ਇੱਥੇ ਡਾਟਾ ਸ਼ੋਅ ਕਰ ਰਿਹਾ, ਸ਼ੋਇੰਗ ਡਾਟਾ ਐਜ਼ ਅ ਡਾਟਾ ਸੋਰਸ ਇਨ ਮੇਲ ਮਰਜ ਆਪਰੇਸ਼ਨ ਆਫ MS Word। ਇਫ ਯੂ ਡੋਂਟ ਹੈਵ ਅ ਡਾਟਾ ਸੋਰਸ ਯੈਟ ਦੈਨ ਚੂਜ਼ ਟਾਈਪ ਲਿਸਟ ਇਨ ਮੇਲਿੰਗ ਟੈਬ। ਯਾਨੀ ਕਿ ਤੁਹਾਡੇ ਕੋਲ ਕੋਈ ਪਹਿਲਾ ਡਾਟਾ ਸੋਰਸ ਨਹੀਂ ਹੈਗਾ ਤਾਂ ਤੁਸੀਂ ਕੀ ਕਰੋਗੇ, ਮੇਲਿੰਗ ਟੈਬ ਦੇ ਵਿੱਚ ਜਾਓਗੇ ਤਾਂ ਉੱਥੇ ਇੱਕ ਨਵੀਂ ਲਿਸਟ ਕ੍ਰੀਏਟ ਕਰੋਗੇ। ਪਹਿਲਾ ਆਪਸ਼ਨ ਹੈ, ਯਾਨੀ ਪਹਿਲਾ ਤਾਂ ਟਰੂ ਹੈ, ਤਾਂ ਤੁਸੀਂ ਅਗਰ ਤੁਹਾਡੇ ਕੋਲ ਕੋਈ ਡਾਟਾ ਸੋਰਸ ਹੈ ਹੀ ਨਹੀਂ ਤਾਂ ਤੁਸੀਂ ਇਹ ਐਵੇਂ ਹੀ ਕ੍ਰੀਏਟ ਕਰੋਗੇ ਨਾ। ਉਸ ਤੋਂ ਬਾਅਦ ਸੈਕਿੰਡ ਆਪਸ਼ਨ, ਇਫ ਯੂ ਹੈਵ ਐਨ ਐਗਜ਼ਿਸਟਿੰਗ ਲਿਸਟ ਆਫ ਡਾਟਾ ਸੋਰਸ, ਅਗਰ ਤੁਹਾਡੇ ਕੋਲ ਪਹਿਲਾਂ ਹੀ ਡਾਟਾ ਸੋਰਸ ਹੈ, ਲੈਟ ਦਾ ਮੇਲ ਮਰਜਨ ਆਪਸ਼ਨ know that you will be using the information from a access database or email merge worksheet। ਅਗਰ ਤੁਹਾਡੇ ਕੋਲ ਕੋਈ ਪਹਿਲਾਂ ਹੀ ਡਾਟਾ ਸੋਰਸ ਅਵੇਲੇਬਲ ਹੈ, ਮਤਲਬ ਤੁਹਾਡੇ ਕੋਲ ਡਾਟਾ ਪਿਆ, ਤਾਂ ਤੁਸੀਂ ਮੇਲ ਮਰਜ ਨੂੰ ਇਹ ਦੱਸੋਗੇ ਵੀ ਤੁਸੀਂ ਕਿੱਥੋਂ ਉਹਨੂੰ ਗੈਦਰ ਕਰ ਰਹੇ ਹੋ, ਜਾਂ ਤਾਂ ਤੁਸੀਂ ਵਰਕਸ਼ੀਟ ਤੋਂ ਜਾਂ ਫਿਰ ਐਕਸੈਸ ਡਾਟਾਬੇਸ ਤੋਂ, ਜਿੱਥੋਂ ਵੀ ਡਾਟਾਬੇਸ ਤੋਂ ਐਕਸੈਸ ਕਰ ਰਹੇ ਹੋ ਉਹ ਚੀਜ਼ ਦੱਸੋਗੇ, ਹੈ ਨਾ। ਤਾਂ ਇਹ ਦੋਨੋਂ ਹੀ ਚੀਜ਼ਾਂ ਯਾਨੀ ਕਿ ਆਪਣੀ ਦੋਨੋਂ ਹੀ ਸਟੇਟਮੈਂਟ ਟਰੂ ਨੇ ਇਸ ਚੀਜ਼ ਨੂੰ ਲੈ ਕੇ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਿਚ ਆਫ ਦਾ ਫੋਲੋਇੰਗ ਕਰੈਕਟਰਿਸਟਿਕ ਫੀਚਰ ਆਫ ਅ LAN। ਯਾਨੀ LAN ਦਾ ਫੁੱਲ ਫਾਰਮ ਕੀ ਹੁੰਦਾ, ਲੋਕਲ ਏਰੀਆ ਨੈਟਵਰਕ। ਤੇ ਲੋਕਲ ਏਰੀਆ ਨੈਟਵਰਕ ਦੀ ਆਪਾਂ ਨੂੰ ਇੱਕ ਫੀਚਰ ਦੱਸਣਾ ਵੀ ਕੀ ਹੈ, ਤਾਂ ਲੋਕਲ ਏਰੀਆ ਨੈਟਵਰਕ ਦੀ ਫੀਚਰ ਇਹੀ ਹੁੰਦਾ ਵੀ ਇਹਦੇ ਵਿੱਚ ਹਾਈ ਡਾਟਾ ਟਰਾਂਸਫਰ ਰੇਟ ਦੇਖਣ ਨੂੰ ਮਿਲਦਾ, ਕਿਉਂਕਿ ਲੋਕਲੀ ਹੀ ਸਾਰਾ ਕੰਮ ਹੋ ਰਿਹਾ ਹੁੰਦਾ। ਇਸ ਕਰਕੇ ਜਿਹੜਾ ਡਾਟਾ ਟਰਾਂਸਫਰ ਰੇਟ ਹੁੰਦਾ ਉਹ ਸਾਰਾ ਹੀ ਇੱਕਦਮ ਮਤਲਬ ਵਧੀਆ ਹੁੰਦਾ, ਹੈ ਨਾ, ਸਪੀਡ ਦੇ ਵਿੱਚ ਹੁੰਦਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਿਚ ਆਫ ਦਾ ਫੋਲੋਇੰਗ ਆਪਸ਼ਨਸ ਇਜ਼ ਨਾਟ ਪ੍ਰੈਜ਼ੈਂਟ ਅੰਡਰ borders of table design tab in a document of MS Word 2013। which of the following option is not present under borders of table design। ਯਾਨੀ ਟੇਬਲ ਡਿਜ਼ਾਈਨ ਦੇ ਵਿੱਚ ਇੱਕ ਬਾਰਡਰ ਵਾਲਾ ਸੈਕਸ਼ਨ ਹੁੰਦਾ ਨਾ, ਵੀ ਤੁਸੀਂ ਬਾਰਡਰ ਇਨਸਰਟ ਕਰ ਸਕਦੇ ਹੋ, ਉੱਥੇ ਤੁਹਾਨੂੰ MS Word 2013 ਦੇ ਵਿੱਚ ਕਿਹੜਾ ਆਪਸ਼ਨ ਦੇਖਣ ਨੂੰ ਨਹੀਂ ਮਿਲਦਾ ਹੁੰਦਾ ਸੀ, ਤਾਂ ਉੱਥੇ ਤੁਹਾਨੂੰ ਪਲੇਨ ਨਾਮ ਦਾ ਕੋਈ ਆਪਸ਼ਨ ਦੇਖਣ ਨੂੰ ਨਹੀਂ ਮਿਲਦਾ ਸੀ, ਬਾਕਸ ਵੀ ਦੇਖਣ ਨੂੰ ਮਿਲਦਾ ਸੀ, ਕਸਟਮ ਵੀ ਤੇ ਗ੍ਰਿਡ ਵੀ। ਠੀਕ ਹੈ, ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਪ੍ਰਾਇਮਰੀ ਸਟੈਪ ਫॉर ਚੇਂਜਿੰਗ ਦਾ ਟੈਂਪਲੇਟ ਆਫ ਐਨ MS PowerPoint ਪ੍ਰੈਜੈਂਟੇਸ਼ਨ। ਯਾਨੀ ਇਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਵੀ ਜਿਹੜਾ MS PowerPoint ਪ੍ਰੈਜੈਂਟੇਸ਼ਨ ਹੁੰਦਾ ਉਹਦੇ ਵਿੱਚ ਅਗਰ ਤੁਸੀਂ ਟੈਂਪਲੇਟ ਨੂੰ ਚੇਂਜ ਕਰਨਾ ਤਾਂ ਤੁਹਾਡਾ ਪ੍ਰਾਇਮਰੀ ਜਿਹੜਾ ਸਟੈਪ ਹੈ ਉਹ ਕੀ ਰਹੂਗਾ, ਤਾਂ ਤੁਸੀਂ ਕੀ ਕਰੋਗੇ, ਸਭ ਤੋਂ ਪਹਿਲਾਂ ਡਿਜ਼ਾਈਨ ਟੈਬ ਨੂੰ ਓਪਨ ਕਰੋਗੇ, ਓਪਨਿੰਗ ਦਾ ਡਿਜ਼ਾਈਨ ਟੈਬ, ਹੈ ਨਾ। ਠੀਕ ਹੈ, ਡਿਜ਼ਾਈਨ ਟੈਬ ਦੇ ਉੱਪਰ ਕਲਿੱਕ ਕਰਕੇ ਦੈਨ ਤੁਸੀਂ ਜਾ ਕੇ ਉਸ ਚੀਜ਼ ਨੂੰ ਚੇਂਜ ਕਰੋਗੇ। ਸੌਰੀ ਡਿਜ਼ਾਈਨ ਟੈਬ ਦੇ ਉੱਪਰ ਨਹੀਂ ਕਲਿੱਕ ਕਰੋਗੇ। ਇੱਥੇ ਅਗਰ ਤੁਸੀਂ ਟੈਂਪਲੇਟ ਨੂੰ ਚੇਂਜ ਕਰਨਾ ਹੈ ਨਾ, ਚੇਂਜਿੰਗ ਨੂੰ ਟੈਂਪਲੇਟ, ਤਾਂ ਤੁਸੀਂ ਫਾਰਮੈਟ ਆਪਸ਼ਨ ਦੇ ਵਿੱਚ ਜਾ ਕੇ ਫਿਰ ਤੁਸੀਂ ਉਸ ਟੈਂਪਲੇਟ ਨੂੰ ਚੇਂਜ ਕਰ ਸਕਦੇ ਹੋ। ਠੀਕ ਹੈ, ਫਾਰਮੈਟਿੰਗ ਆਪਸ਼ਨ ਦੇ ਵਿੱਚ ਜਾ ਕੇ। ਉਸ ਤੋਂ ਬਾਅਦ 76 ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਿਚ ਫਾਈਲ ਫਾਰਮੈਟ ਇਜ਼ ਕਾਮਨਲੀ ਯੂਜ਼ਡ ਟੂ ਸੇਵ ਅ ਪਾਵਰਪੁਆਇੰਟ ਪ੍ਰੈਜੈਂਟੇਸ਼ਨ।
ਤਾਂ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਨੂੰ ਸੇਵ ਕਰਨ ਵਾਸਤੇ .pptx ਲੱਗਦਾ, PDF ਕਾਹਦੇ ਵਾਸਤੇ ਲੱਗਦਾ, ਪੋਰਟੇਬਲ ਡਾਕੂਮੈਂਟ ਫਾਰਮੈਟ ਵਾਸਤੇ ਸੇਵ ਕਰਨ ਵਾਸਤੇ, ਯਾਨੀ ਕਿ ਅਗਰ ਤੁਹਾਨੂੰ ਕੋਈ ਡਾਕੂਮੈਂਟ ਨੂੰ ਸੇਵ ਕਰਨਾ ਤਾਂ ਉਹਨੂੰ PDF ਫਾਰਮੈਟ ਦੇ ਵਿੱਚ ਸੇਵ ਕਰੋਗੇ। XLSX ਉਹ ਕਾਹਦੇ ਵਾਸਤੇ ਯੂਜ਼ ਹੁੰਦਾ, ਇਹ MS Excel ਵਾਸਤੇ ਯੂਜ਼ ਹੁੰਦਾ, ਤੇ DOCX ਕਾਹਦੇ ਵਾਸਤੇ ਹੁੰਦਾ, ਇਹ ਵਰਡ ਡਾਕੂਮੈਂਟ ਵਾਸਤੇ ਯੂਜ਼ ਹੁੰਦਾ ਹੈ ਨਾ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਕੁਐਸਚਨ ਨੰਬਰ 77, ਇਹਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਵਿਚ ਆਫ ਦਾ ਫੋਲੋਇੰਗ ਆਰ ਦਾ 4 ਪਿਲਰਸ ਆਫ ਬਲੌਗ। ਆਪਾਂ ਪਹਿਲਾਂ ਬਲੌਗ ਪੜ੍ਹ ਕੇ ਆਏ ਹਾਂ ਨਾ, ਬਲੌਗ ਕੀ ਹੁੰਦਾ, ਠੀਕ ਹੈ, ਇੱਕ ਵਾਰ ਰੀਕਾਲ ਕਰੋ ਬਲੌਗ ਕੀ ਹੁੰਦਾ, ਆਪਾਂ ਪਹਿਲਾਂ ਪੜ੍ਹ ਕੇ ਆ ਚੁੱਕੇ, ਠੀਕ ਹੈ, ਕੁਐਸਚਨ ਵੀ ਦੇਖ ਲਿਆ। ਤਾਂ ਹੁਣ ਆਪਾਂ ਇਹਦੇ ਵਿੱਚ ਰੀਅਲ ਪੁਆਇੰਟ ਆਫ ਵਿਊ ਦੇ ਉੱਪਰ ਦੇਖਦੇ ਹਾਂ ਵੀ ਕੀ ਹੁੰਦਾ। ਸਭ ਤੋਂ ਪਹਿਲਾਂ ਤੁਸੀਂ ਕੰਟੈਂਟ ਨੂੰ ਕ੍ਰੀਏਟ ਕਰਦੇ ਹੋ, ਫਿਰ ਫਾਈਂਡ ਰੀਡਰਸ ਲੱਭਦੇ ਹੁੰਦੇ ਹੋ ਵੀ ਜਿਹੜੇ ਤੁਹਾਡੇ ਵਲੌਗ ਨੂੰ ਪੜ੍ਹਨਗੇ। ਪਹਿਲਾਂ ਤੁਹਾਨੇ ਕੰਟੈਂਟ ਲਿਖਿਆ, ਫੋਰ ਐਗਜ਼ਾਮਪਲ ਤੁਸੀਂ ਮੰਨ ਲਓ ਕੰਪਿਊਟਰ ਦਾ ਹੀ ਤੁਹਾਨੇ ਕੰਟੈਂਟ ਲਿਖਤਾ, ਕੰਪਿਊਟਰ ਦਾ ਕੰਟੈਂਟ ਲਿਖਤਾ, ਹੁਣ ਉਸ ਕੰਟੈਂਟ ਨੂੰ ਪੜ੍ਹਨਗੇ ਕੌਣ, ਜੋ ਕਿ ਕੰਪਿਊਟਰ ਦੇ ਵਿੱਚ ਇੰਟਰਸਟਿਡ ਹੋਣਗੇ, ਯਾਨੀ ਕਿ ਤੁਸੀਂ ਉਹ ਰੀਡਰਸ ਫਾਈਂਡ ਆਊਟ ਕਰੋਗੇ ਜੋ ਤੁਹਾਡੇ ਟੌਪਿਕਸ ਦੇ ਵਿੱਚ ਇੰਟਰਸਟਿਡ ਨੇ। ਫਿਰ ਤੁਸੀਂ ਉੱਥੋਂ ਇੱਕ ਕਮਿਊਨਿਟੀ ਬਿਲਡ ਕਰੋਗੇ ਵੀ ਜਦ ਬੰਦੇ ਉਸਦੇ ਉੱਪਰ ਆਉਣਗੇ ਉਹਨਾਂ ਚੀਜ਼ਾਂ ਨੂੰ ਪੜ੍ਹਨਗੇ, ਇੱਕ ਕਮਿਊਨਿਟੀ ਕ੍ਰੀਏਟ ਹੋ ਰਹੀ ਹੈ ਨਾ, ਵੀ ਤੁਹਾਡੀ ਇੱਕ ਆਡੀਅੰਸ ਬੇਸ ਬਣ ਰਿਹਾ। ਉਸ ਤੋਂ ਬਾਅਦ ਦੈਨ ਉੱਥੇ ਜਾ ਕੇ ਤੁਸੀਂ ਪੈਸੇ ਕਮਾ ਸਕਦੇ ਹੋ, ਠੀਕ ਹੈ। ਇਹ ਜਿਹੜੇ 4 ਪਿਲਰਸ ਹੁੰਦੇ ਨੇ ਵਲੌਗ ਦੇ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਵਿਚ ਆਫ ਦਾ ਫੋਲੋਇੰਗ ਆ ਜਨਰਲ ਪਰਪਸ ਐਪਲੀਕੇਸ਼ਨ ਸੌਫਟਵੇਅਰ, ਯਾਨੀ ਇਹਨਾਂ ਚਾਰਾਂ ਦੇ ਵਿੱਚੋਂ ਜਨਰਲ ਪਰਪਸ ਐਪਲੀਕੇਸ਼ਨ ਸੌਫਟਵੇਅਰ ਕਿਹੜਾ ਹੈ ਉਹ ਦੱਸਣਾ ਆਪਾਂ ਨੇ। ਤਾਂ ਜਨਰਲ ਪਰਪਸ ਐਪਲੀਕੇਸ਼ਨ ਸੌਫਟਵੇਅਰ ਕਿਹੜਾ, ਵਰਡ ਪ੍ਰੋਸੈਸਿੰਗ, ਜਾਂ ਫਿਰ ਤੁਸੀਂ ਕਹਿ ਸਕਦੇ ਹੋ MS ਵਰਡ ਜਾਂ ਫਿਰ ਗੂਗਲ ਡੌਕਸ, ਠੀਕ ਹੈ, ਇਹੀ ਹੈ ਨੇ ਵਰਡ ਪ੍ਰੋਸੈਸਿੰਗ ਟੂਲ ਆਪਣੇ ਕੋਲੇ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆਇਆ ਕੁਐਸਚਨ ਨੰਬਰ 79, ਵੈਨ ਯੂ ਰਿਪਲਾਈ ਟੂ ਐਨ ਈਮੇਲ ਵਟ ਡਜ਼ ਦਾ ਰੈਸਿਪੀਐਂਟ ਈਮੇਲ ਐਡਰੈਸ ਟਿਪਿਕਲੀ ਅਪੀਅਰਸ ਐਜ਼ ਇਨ ਟੂ ਫੀਲਡ। ਜਾਂ ਤੁਸੀਂ ਕਿਸੇ ਈਮੇਲ ਦਾ ਨਾ ਰਿਪਲਾਈ ਕਰਦੇ ਹੋ, ਇਹਦੇ ਵਿੱਚ ਐਵੇਂ ਨਹੀਂ ਹੈ ਈਮੇਲ ਸੈਂਡ ਕਰ ਰਹੇ ਹੋ, ਤੁਸੀਂ ਈਮੇਲ ਦਾ ਰਿਪਲਾਈ ਕਰ ਰਹੇ ਹੋ, ਤਾਂ ਉਹਦੇ ਵਿੱਚ ਜਿਹੜਾ ਬੰਦੇ ਨੂੰ ਈਮੇਲ ਰਿਸੀਵ ਹੋਈ ਹੈ ਤਾਂ ਉਹਦੇ ਟੂ ਵਾਲੇ ਸੈਕਸ਼ਨ ਦੇ ਵਿੱਚ ਜਾ ਕੇ ਉਹਨੂੰ ਕੀ ਦੇਖਣ ਨੂੰ ਮਿਲੂਗਾ, ਠੀਕ ਹੈ, ਇਹ ਚੀਜ਼ ਦੱਸਣਾ ਆਪਾਂ ਨੇ। ਤਾਂ ਇਹਦਾ ਜੋ ਆਨਸਰ ਹੈ ਵੀ ਜਿਹੜਾ ਮਤਲਬ ਜਿਹੜਾ ਬੰਦਾ ਦੇਖ ਰਿਹਾ ਨਾ, ਜਿਹਨੂੰ ਈਮੇਲ ਰਿਸੀਵ ਹੋਈ ਹੈ, ਤਾਂ ਉਹਨੂੰ ਦੇਖਣ ਨੂੰ ਮਿਲੂਗਾ ਉਸ ਟੂ ਵਾਲੇ ਟੈਬ ਦੇ ਵਿੱਚ ਦਾ ਸੈਂਡਰ ਈਮੇਲ ਐਡਰੈਸ, ਯਾਨੀ ਜਿਹੜੇ ਬੰਦੇ ਦੇ ਈਮੇਲ ਐਡਰੈਸ ਸੈਂਡ ਕੀਤਾ, ਯਾਨੀ ਜਿਹਨੇ ਰਿਪਲਾਈ ਕੀਤਾ ਉਹਦਾ ਈਮੇਲ ਐਡਰੈਸ ਦੇਖਣ ਨੂੰ ਮਿਲੂਗਾ, ਠੀਕ ਹੈ। ਵਿਚ ਕੀ ਕੈਨ ਬੀ ਯੂਜ਼ ਟੂ ਗੋ ਟੂ ਨੈਕਸਟ ਸਲਾਈਡ ਡਿਊਰਿੰਗ ਅ ਪ੍ਰੈਜੈਂਟੇਸ਼ਨ ਇਨ ਪਾਵਰ ਪੁਆਇੰਟ। ਤਾਂ ਸਪੇਸ ਬਾਰ ਜਦ ਤੁਸੀਂ ਪ੍ਰੈਸ ਕਰਦੇ ਹੋ ਤਾਂ ਤੁਸੀਂ ਨੈਕਸਟ ਸਲਾਈਡ ਦੇ ਉੱਪਰ ਪਹੁੰਚ ਜਾਂਦੇ ਹੋ, ਸਿੰਪਲ ਸੀ ਇਹ ਤਾਂ। ਉਸ ਤੋਂ ਬਾਅਦ ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਿਚ ਫੀਚਰਸ ਅਲਾਊਜ਼ ਯੂਜ਼ਰ ਟੂ ਕਸਟਮਾਈਜ਼ ਪ੍ਰੂਫਿੰਗ ਆਪਸ਼ਨਸ ਇਨਕਲੂਡਿੰਗ ਗ੍ਰਾਮਰ ਚੈਕਿੰਗ ਸੈਟਿੰਗ ਇਨ ਦਾ MS ਵਰਡ, ਯਾਨੀ ਇਹਨਾਂ ਦੇ ਵਿੱਚੋਂ ਕਿਹੜਾ ਆਪਸ਼ਨ ਹੈ ਜਿਹੜਾ ਤੁਹਾਨੂੰ ਪ੍ਰੂਫ ਰੀਡ ਕਰਨ ਵਾਸਤੇ ਜਾਂ ਫਿਰ ਗ੍ਰਾਮਰ ਨੂੰ ਚੈੱਕ ਕਰਨ ਵਾਸਤੇ ਹੈਲਪ ਕਰਦਾ ਹੈ ਜਾਂ ਕਸਟਮਾਈਜ਼ ਕਰਨ ਵਾਸਤੇ ਹੈਲਪ ਕਰਦਾ ਹੈ। ਤਾਂ ਜਿਹੜਾ ਰਿਵਿਊ ਟੈਬ ਹੁੰਦਾ ਨਾ ਉਹਦੇ ਵਿੱਚ ਹੁੰਦੇ ਨੇ ਇਹ ਸਭ ਚੀਜ਼ਾਂ, ਠੀਕ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਿਚ ਆਫ ਦਾ ਫੋਲੋਇੰਗ ਕੀਬੋਰਡ ਸ਼ਾਰਟਕਟ ਕੀ ਕੰਬੀਨੇਸ਼ਨ ਕੈਨ ਬੀ ਯੂਜ਼ ਟੂ ਅਲਾਈਨ ਟੈਕਸਟ ਟੂ ਲੈਫਟ, ਯਾਨੀ ਲੈਫਟ ਅਲਾਈਨਮੈਂਟ ਕਰਨੀ ਹੈ ਇਨ ਵਿਦ ਰਿਸਪੈਕਟਿਵ ਟੈਕਸਟ ਬਾਕਸ ਇਨ MS PowerPoint, ਯਾਨੀ ਇਸ ਨੂੰ ਲੈਫਟ ਅਲਾਈਨਮੈਂਟ ਦੇ ਵਿੱਚ ਟੈਕਸਟ ਨੂੰ ਲੈ ਕੇ ਜਾਣਾ ਹੈ ਵੀ ਜਿਹੜਾ ਵੀ ਤੁਹਾਡੇ ਕੋਲ ਟੈਕਸਟ ਬਾਕਸ ਹੈ ਤਾਂ ਤੁਸੀਂ ਸਿੰਪਲੀ ਕੰਟਰੋਲ L ਪ੍ਰੈਸ ਕਰੋਗੇ। ਕੰਟਰੋਲ L ਕਾਹਦੇ ਵਾਸਤੇ ਹੁੰਦਾ, ਲੈਫਟ ਅਲਾਈਨਮੈਂਟ ਵਾਸਤੇ ਹੁੰਦਾ, ਲੈਫਟ ਅਲਾਈਨਮੈਂਟ ਵਾਸਤੇ, ਠੀਕ ਹੈ। ਉਸ ਤੋਂ ਬਾਅਦ ਕੰਟਰੋਲ ਪਲੱਸ R ਕਾਹਦੇ ਵਾਸਤੇ ਹੁੰਦਾ, ਰਾਈਟ ਅਲਾਈਨਮੈਂਟ ਵਾਸਤੇ ਹੁੰਦਾ ਇਹ। ਉਸ ਤੋਂ ਬਾਅਦ ਕੰਟਰੋਲ C ਕਾਹਦੇ ਵਾਸਤੇ ਹੁੰਦਾ, ਕੰਟਰੋਲ C ਹੁੰਦਾ ਕਾਪੀ ਵਾਸਤੇ, ਤੇ ਕੰਟਰੋਲ E ਕਾਹਦੇ ਵਾਸਤੇ ਹੁੰਦਾ, ਇਹ ਹੁੰਦਾ ਸੈਂਟਰ ਅਲਾਈਨਮੈਂਟ ਵਾਸਤੇ, ਸੈਂਟਰ ਅਲਾਈਨਮੈਂਟ ਵਾਸਤੇ। ਤੇ ਕੰਟਰੋਲ ਪਲੱਸ J ਜਿਹੜਾ ਹੁੰਦਾ ਉਹ ਜਸਟੀਫਿਕੇਸ਼ਨ ਵਾਸਤੇ ਹੁੰਦਾ, ਜਸਟੀਫਾਈ ਵਾਸਤੇ, ਠੀਕ ਹੈ। ਇਹ ਸ਼ਾਰਟਕਟ ਕੀ ਯਾਦ ਰੱਖਿਓ, ਇਹ ਕੁਐਸਚਨ ਰਿਪੀਟ ਹੁੰਦੇ ਨੇ, ਠੀਕ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਵਟ ਇਜ਼ ਦਾ ਪ੍ਰਾਇਮਰੀ ਫੰਕਸ਼ਨ ਆਫ ਅ ਕੰਪਿਊਟਰ ਮੈਮਰੀ। ਕੰਪਿਊਟਰ ਮੈਮਰੀ ਦਾ ਪ੍ਰਾਇਮਰੀ ਫੰਕਸ਼ਨ ਕੀ ਹੈ, ਸਭ ਤੋਂ ਪਹਿਲਾ ਫੰਕਸ਼ਨ ਕੀ ਹੈ ਜਿਹੜਾ ਕੰਪਿਊਟਰ ਮੈਮਰੀ ਦਾ, ਡਾਟਾ ਨੂੰ ਸਟੋਰ ਕਰਨ ਦਾ, ਠੀਕ ਹੈ। ਕੰਪਿਊਟਰ ਮੈਮਰੀ, ਇੱਥੇ ਮੈਮਰੀ ਦਾ ਗੱਲ ਹੋ ਰਹੀ ਹੈ ਨਾ, ਮੈਮਰੀ ਦਾ ਸਭ ਤੋਂ ਪਹਿਲਾ ਫੰਕਸ਼ਨ ਕੀ ਹੋਊਗਾ, ਡਾਟਾ ਨੂੰ ਸਟੋਰ ਕਰਨ ਦਾ ਹੀ ਹੋਊਗਾ ਨਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਿਚ ਫੌਂਟ ਸਾਈਜ਼ ਇਜ਼ ਕੰਸੀਡਰਡ ਸਟੈਂਡਰਡ ਫॉर ਅਕੈਡਮਿਕ ਪੇਪਰਸ ਐਂਡ ਰਿਪੋਰਟ, ਯਾਨੀ ਕਿਹੜਾ ਜਿਹੜਾ ਫੌਂਟ ਸਾਈਜ਼ ਹੈ ਉਹ ਰਿਪੋਰਟਸ ਵਾਸਤੇ ਜਾਂ ਫਿਰ ਪੇਪਰ ਸਾਈਜ਼ ਵਾਸਤੇ ਮਤਲਬ ਕੰਸੀਡਰ ਕੀਤਾ ਜਾਂਦਾ, ਸਟੈਂਡਰਡ ਕੰਸੀਡਰ ਕੀਤਾ ਜਾਂਦਾ। ਤਾਂ ਜਿਹੜਾ 12 ਨੰਬਰ ਫੌਂਟ ਸਾਈਜ਼ ਹੁੰਦਾ ਉਹ ਸਟੈਂਡਰਡ ਫੌਂਟ ਸਾਈਜ਼ ਹੈ, ਠੀਕ ਹੈ। ਵਟ ਇਜ਼ ਦਾ ਪ੍ਰਾਇਮਰੀ ਡਿਫਰੈਂਸ ਬਿਟਵੀਨ ਡਿਸਟਰੀਬਿਊਟ ਟੈਕਸਟ ਤੇ ਜਸਟੀਫਾਈ ਅਲਾਈਨਮੈਂਟ ਟੈਕਸਟ। ਹੁਣ ਡਿਸਟਰੀਬਿਊਟ ਟੈਕਸਟ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ, ਡਿਸਟਰੀਬਿਊਟ ਟੈਕਸਟ ਦੇ ਵਿੱਚ ਕੀ ਹੁੰਦਾ, ਇਹ ਜਿਹੜਾ ਤੁਹਾਡਾ ਮੰਨ ਲਓ ਫੋਰ ਐਗਜ਼ਾਮਪਲ ਇੱਕ ਵਰਡ ਹੈ, ਸੋਨੇ ਲਿਖਤਾ ਮੰਨ ਲਓ ਨੇਮ ਹੀ ਲਿਖਤਾ, ਮੰਨ ਲਓ ਲੋਕੇਸ਼ ਨੇਮ ਲਿਖਤਾ ਹੈ ਨਾ, ਸੋਨੇ ਆ ਨਾਮ ਲਿਖਤਾ, ਇਹਦੇ ਵਿੱਚ ਜਿਹੜੇ ਲੈਟਰਸ ਦੇ ਵਿੱਚ ਸਪੇਸਿੰਗ ਦਾ ਕੰਮ ਕਰਦਾ ਉਹ ਡਿਸਟਰੀਬਿਊਟ ਟੈਕਸਟ ਕਰਦਾ, ਤੇ ਜਸਟੀਫਾਈ ਅਲਾਈਨਮੈਂਟ ਕੀ ਕਰਦਾ, ਹੁਣ ਸੋਨੇ ਇਹ ਵਰਡ ਲਿਖਤਾ ਉਹਦੇ ਨਾਲ ਅੱਗੇ ਹੋਰ ਸਾਰਾ ਕੰਪਲੀਟ ਸੈਂਟੈਂਸ ਲਿਖਤਾ ਤੇ ਉਸ ਤੋਂ ਬਾਅਦ ਕੰਟਰੋਲ J ਪ੍ਰੈਸ ਕਰਤਾ,
ਤੇ ਜਸਟੀਫਾਈ ਕਰਕੇ ਕੀ ਕਰੂਗਾ, ਸਾਰੇ ਜਿਹੜੇ ਵਰਡਸ ਨੇ ਵਰਡਸ ਦੇ ਵਿੱਚ ਸਪੇਸਿੰਗ ਨੂੰ ਇਕੁਅਲ ਕਰਕੇ ਉਹਨੂੰ ਪ੍ਰੋਪਰ ਜਿਹੜਾ ਟੈਕਸਟ ਬਾਕਸ ਆ ਉਹਦੇ ਵਿੱਚ ਅਲਾਈਨ ਕਰ ਦੂਗਾ। ਠੀਕ ਹੈ, ਯਾਨੀ ਇੱਥੇ ਆਪਾਂ ਆਪਸ਼ਨ ਦੇਖ ਲੈਂਦੇ ਹਾਂ ਇਹਦੇ ਰਿਗਾਰਡਿੰਗ ਕਿਹੜਾ ਆਪਸ਼ਨ ਹੈ, ਡਿਸਟ੍ਰੀਬਿਊਟ ਟੈਕਸਟ ਐਨਸ਼ੋਰ ਦਾ ਇਕੁਅਲ ਸਪੇਸਿੰਗ ਬਿਟਵੀਨ ਦਾ ਲਾਈਨਸ, ਲਾਈਨ ਦੇ ਵਿੱਚ ਤਾਂ ਨਹੀਂ ਕਰਦਾ। ਡਿਸਟ੍ਰੀਬਿਊਟ ਟੈਕਸਟ ਐਡਜਸਟ ਸਪੇਸਿੰਗ ਬਿਟਵੀਨ ਦਾ ਲੈਟਰਸ, ਠੀਕ ਹੈ, ਪਹਿਲਾਂ ਇਹ ਤਾਂ ਠੀਕ ਹੈ। ਪਹਿਲਾ ਵਾਈਜ਼ ਜਸਟੀਫਾਈ ਐਡਜਸਟ ਦਾ ਸਪੇਸਿੰਗ ਬਿਟਵੀਨ ਵਰਡਸ, ਯਾਨੀ ਆਪਸ਼ਨ ਸੀ ਬਿਲਕੁਲ ਕਰੈਕਟ ਆਪਸ਼ਨ ਹੈ। ਡਿਸਟ੍ਰੀਬਿਊਟ ਟੈਕਸਟ ਸਪੇਸ ਸੈੱਟ ਕਰਦਾ ਲੈਟਰਸ ਦੇ ਵਿੱਚ ਤੇ ਜਸਟੀਫਾਈ ਕਰਦਾ ਵਰਡਸ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਟ ਸ਼ਾਰਟਕਟ ਕੀ ਜਾਂ ਫਿਰ ਵਿਚ ਸ਼ਾਰਟਕਟ ਕੀ ਇਜ਼ ਯੂਜ਼ਡ ਟੂ ਐਡ ਅ ਸਲਾਈਡ ਇਨ ਪਾਵਰਪੁਆਇੰਟ ਪ੍ਰੈਜੈਂਟੇਸ਼ਨ। ਤਾਂ ਕੰਟਰੋਲ ਐਮ ਹੈ ਜਿਹੜਾ, ਇਹ ਸ਼ਾਰਟਕਟ ਕੀ ਯੂਜ਼ ਕੀਤਾ ਜਾਂਦਾ ਹੈ ਸਲਾਈਡ ਇਨਸਰਟ ਕਰਨ ਵਾਸਤੇ ਪ੍ਰੈਜੈਂਟੇਸ਼ਨ ਦੇ ਵਿੱਚ। ਕੰਟਰੋਲ ਸੀ ਅੱਗੇ ਕਾਪੀ, ਕੰਟਰੋਲ ਵੀ ਨਵੀਂ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਬਣਾਉਣ ਵਾਸਤੇ ਕੰਟਰੋਲ ਐਨ ਪ੍ਰੈਸ ਕੀਤਾ ਜਾਂਦਾ ਹੈ। ਨਵੀਂ ਸਲਾਈਡ ਇਨਸਰਟ ਕਰਨ ਵਾਸਤੇ ਨਹੀਂ, ਨਵੀਂ ਸਲਾਈਡ ਇਨਸਰਟ ਕਰਨ ਵਾਸਤੇ ਹੁੰਦਾ ਕੰਟਰੋਲ ਐਮ ਸਲਾਈਡ ਨੂੰ ਇਨਸਰਟ ਕਰਨ ਵਾਸਤੇ, ਤੇ ਨਿਊ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਵਾਸਤੇ, ਨਿਊ ਪੀਪੀਟੀ ਵਾਸਤੇ ਤੁਹਾਡੇ ਕੋਲ ਕੰਟਰੋਲ ਐਨ ਹੁੰਦਾ ਹੈ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਵਿਚ ਆਫ ਦਾ ਫੋਲੋਇੰਗ ਬੈਸਟ ਡਿਸਕ੍ਰਾਈਬਸ ਦਾ ਵਰਲਡ ਵਾਈਡ ਵੈਬ। ਯਾਨੀ ਵਰਲਡ ਵਾਈਡ ਵੈਬ ਕੀ ਹੁੰਦਾ, ਆ ਇੱਕ ਸਿਸਟਮ ਹੁੰਦਾ of interconnected web pages and database accessible by internet। ਯਾਨੀ ਬਹੁਤ ਸਾਰੇ ਵੈਬ ਪੇजेस ਜਿਵੇਂ ਕਿ ਵਲੌਗਸ ਹੋ ਗਿਆ, ਠੀਕ ਹੈ, ਵੈਬਸਾਈਟਸ ਹੋ ਗਈਆਂ, ਉਹਨਾਂ ਦਾ ਇੰਟਰਕਨੈਕਟਡ ਸਿਸਟਮ ਹੈ ਜੋ ਕਿ ਤੁਸੀਂ ਜਾਂ ਫਿਰ ਤੁਸੀਂ ਡਾਟਾਬੇਸ ਕਹਿ ਸਕਦੇ ਹੋ, ਜੋ ਕਿ ਐਕਸੈਸ ਕਿਵੇਂ ਕੀਤਾ ਜਾ ਸਕਦਾ, ਇੰਟਰਨੈਟ ਦੇ ਥਰੂ ਕੀਤਾ ਜਾ ਸਕਦਾ। ਠੀਕ ਹੈ, ਉਹ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਐਨ ਐਪਰੋਪ੍ਰੀਏਟ ਟੈਕਨੋਲੋਜੀ ਫॉर ਐਕਸੈਸਿੰਗ ਦਾ ਇੰਟਰਨੈਟ। ਯਾਨੀ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਸਹੀ ਟੈਕਨੋਲੋਜੀ ਨਹੀਂ ਹੈਗੀ ਇੰਟਰਨੈਟ ਨੂੰ ਐਕਸੈਸ ਕਰਨ ਵਾਸਤੇ। ਤਾਂ ਜਿਹੜੀ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਹੈ, ਇੱਕ ਆਪਣੀ ਕੋਡ ਲੈਂਗੁਏਜ ਹੈ ਜਿਹਦੇ ਵਿੱਚ ਕਿ ਕੋਡਸ ਨੂੰ ਲਿਖਿਆ ਜਾਂਦਾ ਹੈ HTML। ਠੀਕ ਹੈ, HTML ਇੱਕ ਕੋਡ ਲੈਂਗੁਏਜ ਹੈ ਜਿਹਦੇ ਥਰੂ ਇੰਟਰਨੈਟ ਨੂੰ ਤੁਸੀਂ ਐਕਸੈਸ ਨਹੀਂ ਕਰ ਸਕਦੇ। HTML ਦੇ ਥਰੂ ਵੈਬਸਾਈਟ ਤੁਸੀਂ ਬਣਾ ਸਕਦੇ ਹੋ। ਠੀਕ ਹੈ, ਪਹਿਲਾਂ HTML ਲੱਗੂਗੀ, ਫਿਰ ਜਾਵਾਸਕ੍ਰਿਪਟ ਲੱਗਦੀ ਹੈ ਨਾ, ਫਿਰ CSS ਲੱਗਦੀ ਹੈ, ਉਹ ਲਿਖ ਕੇ ਫਿਰ ਤੁਸੀਂ ਇੱਕ ਵੈਬਸਾਈਟ ਕ੍ਰੀਏਟ ਕਰ ਸਕਦੇ ਜੋ ਕਿ ਇੰਟਰਨੈਟ ਦੇ ਉੱਪਰ ਪਬਲਿਸ਼ ਹੁੰਦੀ ਹੈ, ਪਰ ਇੰਟਰਨੈਟ ਨੂੰ ਐਕਸੈਸ ਤੁਸੀਂ HTML ਦੇ ਥਰੂ ਨਹੀਂ ਕਰ ਸਕਦੇ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਵਟ ਇਜ਼ ਦਾ ਮੇਨ ਪਰਪਸ ਆਫ ਅਟੈਚਿੰਗ ਅ ਫਾਈਲ ਟੂ ਐਨ ਈਮੇਲ। ਅਗਰ ਤੁਸੀਂ ਕਿਸੇ ਈਮੇਲ ਦੇ ਨਾਲ ਕੋਈ ਫਾਈਲ ਨੂੰ ਅਟੈਚ ਕਰ ਰਹੇ ਹੋ ਤਾਂ ਤੁਸੀਂ ਕੀ ਕਰ ਰਹੇ ਹੋ, ਮਤਲਬ ਕਿਉਂ ਫਾਈਲ ਅਟੈਚ ਕੀਤੀ ਹੈ, ਕੀ ਪਰਪਸ ਕੀ ਹੈ ਤੁਹਾਡਾ। ਤਾਂ ਤੁਸੀਂ ਪ੍ਰੋਵਾਈਡ ਕਰਨਾ ਚਾਹੁੰਦੇ ਹੋ ਐਡੀਸ਼ਨਲ ਇਨਫੋਰਮੇਸ਼ਨ ਤੇ ਡਾਕੂਮੈਂਟ ਪ੍ਰੋਵਾਈਡ ਕਰਨਾ ਚਾਹੁੰਦੇ ਹੋ ਵੀ ਜਿਹੜਾ ਵੀ ਤੁਹਾਨੂੰ ਈਮੇਲ ਕੰਟੈਂਟ ਲਿਖਿਆ, ਮੰਨ ਲਓ ਤੁਹਾਨੂੰ ਈਮੇਲ ਦੇ ਵਿੱਚ ਕੁਛ ਨਾ ਕੁਛ ਕੰਟੈਂਟ ਲਿਖਿਆ ਹੋਊਗਾ, ਜਿਹੜਾ ਵੀ ਤੁਹਾਨੂੰ ਕੰਟੈਂਟ ਲਿਖਿਆ ਈਮੇਲ ਦੇ ਵਿੱਚ ਹੈ ਨਾ, ਉਹਦੇ ਰਿਗਾਰਡਿੰਗ ਤੁਹਾਨੂੰ ਕੋਈ ਕੁਝ ਫੈਕਟਸ ਪ੍ਰੂਵ ਕਰਨੇ ਨੇ ਜਾਂ ਫਿਰ ਕੁਝ ਤੁਹਾਡੇ ਕੋਲ ਨੋਟਸ ਨੇ ਜਾਂ ਫਿਰ ਕੁਝ ਡਾਕੂਮੈਂਟਸ ਨੇ ਜੋ ਕਿ ਤੁਸੀਂ ਭੇਜਣਾ ਚਾਹੁੰਦੇ ਹੋ, ਤਾਂ ਉਹਦੇ ਵਾਸਤੇ ਤੁਸੀਂ ਅਟੈਚ ਫਾਈਲ ਦਾ ਜਿਹੜਾ ਆਪਸ਼ਨ ਹੈ ਉਹ ਯੂਜ਼ ਕਰਦੇ ਹੋ। ਤੇ ਮੇਨ ਪਰਪਸ ਹੀ ਇਹ ਹੁੰਦਾ ਅਟੈਚਿੰਗ ਦਾ ਮਤਲਬ। ਤੇ ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਵਿਚ ਕੰਪੋਨੈਂਟ ਆਫ ਅ ਕੰਪਿਊਟਰ ਇਜ਼ ਰਿਸਪੌਂਸਿਬਲ ਫॉर ਟੈਂਪਰੇਰੀ ਸਟੋਰਿੰਗ ਡਾਟਾ ਐਂਡ ਪ੍ਰੋਗਰਾਮਸ ਡਿਊਰਿੰਗ ਦਾ ਪ੍ਰੋਸੈਸਿੰਗ ਆਫ ਡਾਟਾ ਬਾਈ ਪ੍ਰੋਸੈਸਰ। ਇੱਥੇ ਟੈਂਪਰੇਰੀ ਸਟੋਰ ਕੌਣ ਕਰਦਾ ਹੁੰਦਾ, ਆਪਣਾ ਰੈਮ ਕਰਦਾ ਹੁੰਦਾ। ਠੀਕ ਹੈ, ਸੋ ਸਿਰਫ ਟੈਂਪਰੇਰੀ ਸਟੋਰੇਜ ਦੇਖਣੀ ਹੈ ਤੇ ਉੱਥੇ ਸਿੱਧਾ ਹੀ ਰੈਮ ਦੇ ਉੱਪਰ ਆ ਜਾਣਾ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਵਿਚ ਆਫ ਦਿਸ ਨਾਟ ਅ ਸਰਚ ਇੰਜਨ। ਯਾਨੀ ਇਹਨਾਂ ਚਾਰਾਂ ਦੇ ਵਿੱਚੋਂ ਸਰਚ ਇੰਜਨ ਕਿਹੜਾ ਨਹੀਂ ਹੈਗਾ। ਤਾਂ ਦੇਖੋ ਲਿੰਕਡਨ ਹੈ, ਉਹ ਆਪਣਾ ਇੱਕ ਸੌਫਟਵੇਅਰ ਹੈ ਜਿਹਦੇ ਵਿੱਚ ਕਿ ਤੁਸੀਂ ਮੰਨ ਲਓ ਮੇਨਲੀ ਆਪਣੇ ਜਿਹੜੇ ਨੌਕਰੀ ਪਰਪਸ ਵਾਸਤੇ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਆਪਣੀ ਪ੍ਰੋਫਾਈਲ ਜਾਂ ਫਿਰ CV ਸ਼ੇਅਰ ਕਰਨ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਇਹ ਇੱਕ ਤਰ੍ਹਾਂ ਦਾ ਐਪ ਹੈ, ਨਾ ਕਿ ਕੋਈ ਸਰਚ ਇੰਜਨ ਹੈ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਵਿਚ ਕੀਬੋਰਡ ਸ਼ਾਰਟਕਟ ਇਜ਼ ਕਾਮਨਲੀ ਯੂਜ਼ਡ ਟੂ ਕੁਇਕਲੀ ਡਿਲੀਟ ਅ ਸਲਾਈਡ। ਕਿਸੇ ਵੀ ਸਲਾਈਡ ਨੂੰ ਡਿਲੀਟ ਕਰਨ ਵਾਸਤੇ ਕਿਹੜਾ ਸ਼ਾਰਟਕਟ ਕੀ ਯੂਜ਼ ਕੀਤਾ ਜਾਂਦਾ, ਤੇ ਇੱਥੇ ਮੋਸਟਲੀ ਬੱਚੇ Ctrl+D ਸੋਚਣਗੇ, ਜਦ ਕਿ ਉਹ ਨਹੀਂ ਹੈ। ਡਿਲੀਟ ਦਾ ਜਿਹੜਾ ਬਟਨ ਹੈ ਉਹ ਯੂਜ਼ ਕੀਤਾ ਜਾਂਦਾ ਕਿਸੇ ਵੀ ਸਲਾਈਡ ਨੂੰ ਡਿਲੀਟ ਕਰਨ ਵਾਸਤੇ। Ctrl+D ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਾਹਦੇ ਵਾਸਤੇ ਯੂਜ਼ ਹੁੰਦਾ, ਡੁਪਲੀਕੇਟ ਸਲਾਈਡ ਵਾਸਤੇ ਹੈ ਨਾ, ਤੇ Ctrl+S ਸੇਵ ਵਾਸਤੇ, Ctrl+V ਪੇਸਟ ਵਾਸਤੇ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਵਿਚ ਆਫ ਦਾ ਫੋਲੋਇੰਗ ਟਰਮ ਡਜ਼ ਨਾਟ ਰਿਪਰੈਜ਼ੈਂਟ ਐਨ ਇੰਟਰਨੈਟ ਬੇਸਡ ਸਰਵਿਸ। ਇਹਨਾਂ ਚਾਰਾਂ ਦੇ ਵਿੱਚੋਂ ਇੰਟਰਨੈਟ ਬੇਸਡ ਸਰਵਿਸ ਕਿਹੜੀ ਨਹੀਂ ਸ਼ੋਅ ਕਰਦੀ। ਤਾਂ ਸਵਿਰਦਾ ਜਿਹੜਾ ਸਵਿਰਦਾ ਇਹ ਕੋਈ ਵੀ ਇੰਟਰਨੈਟ ਬੇਸਡ ਸਰਵਿਸ ਨਹੀਂ ਹੈ। ਕਮਰਸ ਵੀ ਹੁੰਦਾ ਹੈ। ਕਮਰਸ ਦਾ ਮਤਲਬ ਹੈ ਤੁਸੀਂ ਮਤਲਬ ਫਲਿੱਪਕਾਰਟ ਜਾਂ ਫਿਰ ਐਮਾਜ਼ੋਨ ਤੋਂ ਕੋਈ ਚੀਜ਼ ਪਰਚੇਜ਼ ਕਰ ਰਹੇ ਹੋ। ਬੈਂਕਿੰਗ ਕੀ ਹੁੰਦਾ, ਵੀ ਬੈਂਕਿੰਗ ਦੇ ਜਿਹੜੇ ਵੀ ਫੀਚਰਸ ਨੇ ਤੁਸੀਂ ਔਨਲਾਈਨ ਉਹਨਾਂ ਨੂੰ ਯੂਜ਼ ਕਰ ਰਹੇ ਹੋ। ਲਰਨਿੰਗ ਦਾ ਕੀ ਮਤਲਬ ਹੁੰਦਾ ਵੀ ਤੁਸੀਂ YouTube ਤੋਂ ਜਾਂ ਫਿਰ ਐਪਸ ਦੇ ਉੱਪਰੋਂ ਸਟੱਡੀ ਕਰ ਰਹੇ ਹੋ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵੀ ਵਟ ਫੰਕਸ਼ਨ ਡਜ਼ ਅ ਵੈਬ ਬਰਾਊਜ਼ਰ ਸਿਕਿਉਰਿਟੀ ਕਨਫੀਗਰੇਸ਼ਨ ਪਰਫਾਰਮ। ਯਾਨੀ ਵੈਬ ਬਰਾਊਜ਼ਰ ਦੇ ਵਿੱਚ ਇੱਕ ਸਿਕਿਉਰਿਟੀ ਕਨਫੀਗਰੇਸ਼ਨ ਹੁੰਦਾ, ਉਹ ਕੀ ਪਰਫਾਰਮ ਕਰਦਾ ਹੈ। ਠੀਕ ਹੈ, ਤਾਂ ਉਹ ਕੀ ਕਰਦਾ, ਤੁਹਾਨੂੰ ਡਾਟਾ ਲੀਕ ਹੋਣ ਤੋਂ ਬਚਾਉਂਦਾ, ਯਾਨੀ ਡਾਟਾ ਲੀਕ ਪ੍ਰੀਵੈਂਸ਼ਨ ਨੂੰ ਬਚਾਉਂਦਾ ਵੀ ਤੁਹਾਡੇ ਕੋਲੇ ਮਤਲਬ ਜਿਹੜੇ ਅਟੈਕਰਸ ਹੁੰਦੇ ਨੇ ਜਾਂ ਫਿਰ ਹੈਕਰਸ ਹੁੰਦੇ ਨੇ ਉਹ ਨਾ ਹੋ ਪਾਵੇ।
ਵੀ ਉਹਨਾਂ ਕੋਲੇ ਡਾਟਾ ਨਾ ਚਲਾ ਜਾਵੇ ਤੁਹਾਡਾ ਕਿਸੇ ਤਰ੍ਹਾਂ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਟ ਇਜ਼ ਦਾ ਫੁੱਲ ਫਾਰਮ ਆਫ ISDN ਇੰਟਰਨੈਟ ਐਕਸੈਸ ਟੈਕਨੀਕਸ। ਯਾਨੀ ISDN ਦੀ ਫੁੱਲ ਫਾਰਮ ਕੀ ਹੈ? ਇੰਟੀਗ੍ਰੇਟਿਡ ਸਰਵਿਸਿਜ਼ ਡਿਜੀਟਲ ਨੈਟਵਰਕ। ਇਹ ਫੁੱਲ ਫਾਰਮ ਹੈ ISDN ਦੀ। ਇਸ ਨੂੰ ਯਾਦ ਰੱਖਣਾ, ਫੁੱਲ ਫਾਰਮ ਡਾਇਰੈਕਟਲੀ ਤੁਹਾਡੇ ਪੇਪਰ ਦੇ ਵਿੱਚ ਆ ਜਾਂਦੀ ਹੁੰਦੀ ਹੈ। ਵੈਨ ਹੈਂਡਲਿੰਗ ਈਮੇਲਸ ਇਨ ਪ੍ਰੋਫੈਸ਼ਨਲ ਸੈਟਿੰਗਸ what is the appropriate action to take when you receive a reply that including forwarding to another click for the input or action। ਯਾਨੀ ਇਹਦੇ ਵਿੱਚ ਐਵੇਂ ਕਿਹਾ ਗਿਆ ਵੀ ਫੋਰ ਐਗਜ਼ਾਮਪਲ ਤੁਸੀਂ ਕਸਟਮਰ ਕੇਅਰ ਦੇ ਉੱਪਰ ਮੰਨ ਲਓ ਸੋਨੇ ਕੋਈ ਗੱਲ ਕਹੀ ਤੇ ਉਹਨਾਂ ਨੇ ਤੁਹਾਡੀ ਗੱਲ ਸੁਣ ਲਈ। ਉਹਨੇ ਕੀ ਕਿਹਾ, ਤੁਹਾਨੂੰ ਗੱਲ ਸੁਣ ਕੇ ਤੁਹਾਨੂੰ ਕਹਿਤਾ ਵੀ ਦੇਖੋ ਜਿਹੜੀ ਤੁਹਾਡੀ ਵੀ ਕੰਸਰਨ ਸੀ ਜਾਂ ਫਿਰ ਜਿਹੜੀ ਤੁਹਾਡੀ ਪ੍ਰੋਬਲਮ ਹੈ ਸਾਨੂੰ ਇੱਕ ਰੈਲੇਵੈਂਟ ਟੀਮ ਨੂੰ ਫਾਰਵਰਡ ਕਰ ਦਿੱਤੀ ਹੈ। ਠੀਕ ਹੈ, ਸੇਮ ਈਮੇਲ ਦੇ ਵਿੱਚ ਇਹ ਹੁੰਦਾ ਵੀ ਉਹ ਜਿਹੜਾ ਵੀ ਐਕਸ਼ਨ ਹੁੰਦਾ ਉਹਦੇ ਉੱਪਰ ਜਿਹੜੀ ਪ੍ਰੋਫੈਸ਼ਨਲ ਟੀਮ ਹੁੰਦੀ ਹੈ ਨਾ ਉਹੀ ਲੈਂਦੀ ਹੈ। ਤੇ ਜਿਹੜਾ ਬੰਦਾ ਸੁਣ ਰਿਹਾ ਤੁਹਾਡੀ ਗੱਲ ਉਹ ਤੁਹਾਨੂੰ ਇਹ ਜਵਾਬ ਦਿੰਦਾ ਵੀ ਜਿਹੜੀ ਸਾਨੇ ਰੈਲੇਵੈਂਟ ਟੀਮ ਨੂੰ ਅੱਗੇ ਜਾ ਕੇ ਫਾਰਵਰਡ ਕਰ ਦਿੱਤੀ ਹੈ। ਠੀਕ ਹੈ, ਸਮਝ ਗਏ ਨਾ ਤੁਸੀਂ? ਤਾਂ ਕੀ ਰਿਪਲਾਈ ਦਿੰਦਾ? ਤਾਂ ਰਿਪਲਾਈ ਟੂ ਸੈਂਡਰ ਵੀ ਦੈਟ ਐਕਨੋਲਜ ਰਿਸਿਪਟ, ਯਾਨੀ ਕਿ ਉਹਨਾਂ ਨੂੰ ਚੀਜ਼ਾਂ ਮਿਲ ਚੁੱਕੀਆਂ ਨੇ ਜੋ ਉਹਨੇ ਇਨਫੋਰਮ ਕੀਤਾ ਸੀ। ਇਨਫੋਰਮ ਦੈਟ ਯੂ ਵਿਲ ਫਾਰਵਰਡ ਦਾ ਈਮੇਲ ਟੂ ਦਾ ਰੈਲੇਵੈਂਟ ਕੋਲੀਗ। ਯਾਨੀ ਸੋਨੇ ਰੈਲੇਵੈਂਟ ਜਿਹੜਾ ਬੰਦਾ ਉਸ ਦੇ ਰੈਲੇਵੈਂਟ ਕੰਮ ਕਰਦਾ ਜਾਂ ਫਿਰ ਉਹ ਕੰਮ ਕਰਦਾ ਉਹਨੂੰ ਈਮੇਲ ਭੇਜ ਦਿੱਤੀ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਵਟ ਡਜ਼ ਦਾ ਟੈਕਸਟ ਡਾਇਰੈਕਸ਼ਨ ਆਪਸ਼ਨ ਇਨ MS PowerPoint ਅਲਾਉਜ਼ ਯੂ ਟੂ ਡੂ। ਯਾਨੀ ਜਿਹੜਾ ਟੈਕਸਟ ਡਾਇਰੈਕਸ਼ਨ ਦਾ ਆਪਸ਼ਨ ਹੁੰਦਾ ਉਹ ਤੁਹਾਨੂੰ ਕੀ ਕਰਦਾ? ਜਿਹੜਾ ਟੈਕਸਟ ਡਾਇਰੈਕਸ਼ਨ ਦਾ ਆਪਸ਼ਨ ਹੁੰਦਾ ਉਹ ਤੁਹਾਨੂੰ ਹੈਲਪ ਕਰਦਾ ਵੀ ਤੁਸੀਂ ਟੈਕਸਟ ਨੂੰ ਰੋਟੇਟ ਕਰ ਸਕਦੇ ਹੋ ਵਰਟੀਕਲੀ ਵੀ ਤੇ ਹੋਰੀਜ਼ੋਨਟਲੀ ਵੀ ਟੈਕਸਟ ਬਾਕਸ ਦੇ ਵਿੱਚ। ਯਾਨੀ ਕਿ ਮੰਨ ਲਓ ਇਹ ਟੈਕਸਟ ਬਾਕਸ ਆ ਆਪਣਾ। ਠੀਕ ਹੈ, ਇੱਥੇ ਤੁਹਾਨੂੰ ਕੋਈ ਵੀ ਟੈਕਸਟ ਲਿਖਿਆ ਹੋਇਆ ਤੇ ਉਹਨੂੰ ਤੁਸੀਂ ਐਵੇਂ ਸਿੱਧਾ ਵੀ ਖੜਾ ਕਰ ਸਕਦੇ ਹੋ ਤੇ ਟੇਢਾ ਵੀ ਖੜਾ ਕਰ ਸਕਦੇ ਹੋ। ਇਹ ਕੌਣ ਕੰਮ ਕਰਦਾ? ਟੈਕਸਟ ਡਾਇਰੈਕਸ਼ਨ ਹੈਲਪ ਕਰਦਾ ਤੁਹਾਡੀ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਵਿਚ ਟਾਈਪ ਆਫ ਅ ਕੰਪਿਊਟਰ ਨੈਟਵਰਕ ਪ੍ਰੋਵਾਈਡਸ ਲੌਂਗ ਡਿਸਟੈਂਸ ਟਰਾਂਸਮਿਸ਼ਨ ਆਫ ਡਾਟਾ, ਵੌਇਸ, ਇਮੇਜ, ਵੀਡੀਓ ਇਨਫੋਰਮੇਸ਼ਨ ਓਵਰ ਲਾਰਜ ਜਿਓਗ੍ਰਾਫੀਕਲ ਏਰੀਆ। ਯਾਨੀ ਕਿ ਮਤਲਬ ਵਰਲਡ ਵਾਈਡ ਤੁਸੀਂ ਫੋਟੋ, ਵੀਡੀਓ ਜਾਂ ਫਿਰ ਬਾਕੀ ਜਿੰਨੀ ਕੁ ਵੀ ਚੀਜ਼ਾਂ ਨੇ ਉਹ ਤੁਸੀਂ ਕਿਵੇਂ ਭੇਜ ਸਕਦੇ ਹੋ? ਤਾਂ ਵਾਈਡ ਏਰੀਆ ਨੈਟਵਰਕ ਦੇ ਥਰੂ ਹੀ ਤੁਸੀਂ ਇਹ ਚੀਜ਼ਾਂ ਸਾਰੀਆਂ ਨੂੰ ਸ਼ੇਅਰ ਕਰ ਸਕਦੇ ਹੋ। ਵਾਈਡ ਏਰੀਆ ਨੈਟਵਰਕ ਹੀ ਇੰਟਰਨੈਟ ਵਾਈਡ ਏਰੀਆ ਨੈਟਵਰਕ ਦਾ ਹੀ ਐਗਜ਼ਾਮਪਲ ਹੈ। ਠੀਕ ਹੈ, ਲੋਕਲ ਏਰੀਆ ਨੈਟਵਰਕ ਤਾਂ ਇੱਕ ਆਰਗੇਨਾਈਜੇਸ਼ਨ ਦੇ ਵਿਚਕਾਰ ਹੋ ਜਾਂਦਾ। ਮੈਟਰੋਪੋਲੀਟਨ ਏਰੀਆ ਹੋ ਸਕਦਾ ਤੁਸੀਂ 20 ਕਿਲੋਮੀਟਰ ਦੇ ਵਿਚਕਾਰ ਦਾ। ਪਰਸਨਲ ਏਰੀਆ ਵੀ ਤੁਹਾਡੇ ਘਰ ਦੇ ਵਿੱਚ ਦੀ ਗੱਲ ਹੁੰਦੀ ਹੈ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਆਇਆ ਕੁਐਸਚਨ ਨੰਬਰ 99 ਵਿਚ ਯੂਜ਼ਰ ਅਕਾਊਂਟ ਪ੍ਰਿਵਿਲੇਜ ਇਜ਼ ਟਿਪਿਕਲੀ ਰਿਕੁਆਇਰਡ ਟੂ ਚੇਂਜ ਦਾ ਸਿਸਟਮ ਟਾਈਮ ਐਂਡ ਡੇਟ। ਇੱਥੇ ਟਾਈਮ ਐਂਡ ਟਾਈਮ ਲਿਖਿਆ ਹੋਇਆ ਤੇ ਟਾਈਮ ਐਂਡ ਡੇਟ ਕਰ ਲਿਓ। ਟਾਈਮ ਐਂਡ ਡੇਟ ਯਾਨੀ ਕਿਹੜੇ ਅਕਾਊਂਟ ਤੁਸੀਂ ਯੂਜ਼ ਕਰਦੇ ਹੋ। ਠੀਕ ਹੈ, ਐਡਮਿਨਿਸਟ੍ਰੇਟਰ ਜਿਹੜਾ ਹੁੰਦਾ ਨਾ ਉਹੀ ਚੇਂਜ ਕਰ ਸਕਦਾ ਹੋ ਆਪਣੀ ਡੇਟ ਤੇ ਟਾਈਮ। ਠੀਕ ਹੈ, ਜਦੋਂ ਵੀ ਤੁਸੀਂ ਡੇਟ ਤੇ ਟਾਈਮ ਚੇਂਜ ਕਰਨੀ ਹੈ ਤਾਂ ਤੁਹਾਨੂੰ ਰਨ ਐਜ਼ ਐਡਮਿਨਿਸਟ੍ਰੇਸ਼ਨ ਕਰਕੇ ਹੀ ਤੁਸੀਂ ਡੇਟ ਤੇ ਟਾਈਮ ਚੇਂਜ ਕਰ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਵਿਚ ਟੂਲ encrypts data to ensure its confidentiality and prevent unauthorized access। ਯਾਨੀ ਕਿ ਕਿਹੜਾ ਟੂਲ ਹੈ ਜਿਹੜਾ ਡਾਟਾ ਨੂੰ ਇਨਕ੍ਰਿਪਟ ਕਰਦਾ ਹੈ। ਠੀਕ ਹੈ, ਤੇ ਤੁਹਾਡੀ ਜਿਹੜੀ ਕਨਫੀਡੈਂਸ਼ੀਅਲਿਟੀ ਹੈ ਮਤਲਬ ਜਿਹੜਾ ਤੁਹਾਡਾ ਸੈਂਸਿਟਿਵ ਡਾਟਾ ਉਹਨੂੰ ਬਚਾਉਣ ਵਾਸਤੇ ਕਿਹੜਾ ਹੈਲਪ ਕਰਦਾ? ਤਾਂ ਜਿਹੜਾ VPN ਜਦ ਤੁਸੀਂ ਲਗਾਉਂਦੇ ਹੋ ਨਾ ਇੰਟਰਨੈਟ ਦੇ ਉੱਪਰ, ਇੰਟਰਨੈਟ ਨੂੰ ਐਕਸੈਸ ਕਰਦੇ ਹੋ, VPN ਲਗਾਉਂਦੇ ਹੋ ਵਰਚੁਅਲ ਪ੍ਰਾਈਵੇਟ ਨੈਟਵਰਕ, ਉਹੀ ਹੈਲਪ ਕਰਦਾ ਤੁਹਾਡੀ ਜਿਹੜੀ ਮਤਲਬ ਵੀ ਕੋਈ ਐਕਸੈਸ ਨਾ ਕਰ ਪਾਏ, ਵੀ ਤੁਹਾਡੇ ਦੇ ਉੱਪਰ ਕਿਸੇ ਤਰ੍ਹਾਂ ਦਾ ਸਾਈਬਰ ਅਟੈਕ ਨਾ ਹੋ ਜੇ, ਕੋਈ ਹੈਕਰ ਨਾ ਤੁਹਾਡਾ ਕੋਈ ਡਾਟਾ ਚੋਰੀ ਕਰ ਲੇ। ਇਹ ਸਾਰਾ ਕੰਮ ਕੌਣ ਕਰਦਾ? ਆਪਣਾ ਵਰਚੁਅਲ ਪ੍ਰਾਈਵੇਟ ਨੈਟਵਰਕ ਇਸ ਦੇ ਵਿੱਚ ਹੈਲਪ ਕਰਦਾ। ਠੀਕ ਹੈ, ਇੱਥੇ ਤੱਕ ਆਪਣੇ 100 ਕੁਐਸਚਨ ਹੋ ਚੁੱਕੇ ਨੇ ਤੇ ਇੱਥੇ ਤੱਕ ਆਪਣੇ 100 ਕੁਐਸਚਨ ਕੰਪਲੀਟ ਹੁੰਦੇ ਨੇ। ਹੁਣ ਆਪਾਂ ਚੱਲਦੇ ਹਾਂ ਅੱਗੇ। ਆਪਣਾ ਨੈਕਸਟ ਕੁਐਸਚਨ ਆ ਜਾਂਦਾ 101 101 ਵਿਚ ਆਫ ਦਾ ਫੋਲੋਇੰਗ ਆਰ ਪ੍ਰੈਜ਼ੈਂਟ ਇਨ ਪ੍ਰਿੰਟ ਪ੍ਰੀਵਿਊ ਆਫ MS ਵਰਡ ਡਾਕੂਮੈਂਟ। ਯਾਨੀ MS ਵਰਡ ਡਾਕੂਮੈਂਟ ਦੇ ਵਿੱਚ ਪ੍ਰਿੰਟ ਪ੍ਰੀਵਿਊ ਦੇ ਵਿੱਚ ਤੁਹਾਨੂੰ ਕੀ ਕੁਝ ਦੇਖਣ ਨੂੰ ਮਿਲਦਾ? ਤਾਂ ਪ੍ਰਿੰਟ ਪ੍ਰੀਵਿਊ ਦੇ ਵਿੱਚ ਤੁਹਾਨੂੰ ਪ੍ਰਿੰਟ ਤੇ ਪੇਜ ਰੂਲਰ ਇਹ ਦੋਨੋਂ ਆਪਸ਼ਨ ਹੀ ਦੇਖਣ ਨੂੰ ਮਿਲਦੇ ਨੇ। ਠੀਕ ਹੈ, ਤਾਂ ਹੁਣ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ which option in print setting allows user to specific the number of slides per page when printing slides in MS PowerPoint। ਯਾਨੀ ਪ੍ਰਿੰਟ ਸੈਟਿੰਗ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਜਾਂ ਫਿਰ ਕਿਸੇ ਵੀ ਡਾਕੂਮੈਂਟ ਨੂੰ ਪ੍ਰਿੰਟ ਕਰਦੇ ਹੋ MS PowerPoint ਦੇ ਵਿੱਚ, ਤਾਂ ਉੱਥੇ ਸਲਾਈਡਸ ਪਰ ਪੇਜ ਨੂੰ ਸਪੈਸੀਫਾਈਡ ਕਰਨ ਦਾ ਕੰਮ ਹੈ ਜਿਹੜਾ ਉਹ ਕੌਣ ਕਰਦਾ ਜਾਂ ਫਿਰ ਕੀ ਡਿਨੋਟ ਕਰਦਾ? ਤਾਂ ਸਲਾਈਡਸ ਪਰ ਪੇਜ ਡਿਨੋਟ ਕਰਦਾ ਹੁੰਦਾ। ਠੀਕ ਹੈ, ਤਾਂ ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਹਾਊ ਡੂ ਯੂ ਰਿਸਾਈਜ਼ ਐਂਡ ਮੂਵ ਅ ਟੇਬਲ ਆਫਟਰ ਇੰਸਰਟਿੰਗ ਇਨਟੂ MS PowerPoint 2019। ਅਗਰ ਤੁਸੀਂ MS PowerPoint ਦੇ ਵਿੱਚ ਕੋਈ ਵੀ ਟੇਬਲ ਨੂੰ ਇਨਸਰਟ ਕਰ ਦਿੰਦੇ ਹੋ, ਉਸ ਟੇਬਲ ਨੂੰ ਰੀਸਾਈਜ਼ ਕਰਨਾ ਜਾਂ ਫਿਰ ਮੂਵ ਕਰਨ ਵਾਸਤੇ ਤੁਸੀਂ ਕੀ ਕੰਮ ਕਰੋਗੇ? ਤਾਂ ਅਗਰ ਤੁਹਾਨੂੰ ਉਸ ਚੀਜ਼ ਨੂੰ ਰੀਸਾਈਜ਼ ਕਰਨਾ ਹੈ ਤਾਂ ਤੁਸੀਂ
insert the table can be resized by clicking and dragging the corner or edges of the table। यानी ऑप्शन डी बिल्कुल अपना करेक्ट है। ठीक है, ਤਾਂ ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਵਟ ਇਜ਼ ਦਾ ਮੇਨ ਪਰਪਸ ਆਫ ਪ੍ਰਿੰਟਿੰਗ ਡਾਕੂਮੈਂਟ। ਡਾਕੂਮੈਂਟ ਨੂੰ ਪ੍ਰਿੰਟ ਕਰਨ ਦਾ ਮੇਨ ਪਰਪਸ ਕੀ ਹੁੰਦਾ ਹੈ ਵੀ ਤਾਂ ਕਿ ਆਪਣੇ ਕੋਲੇ ਫਿਜ਼ੀਕਲ ਕਾਪੀ ਦੇ ਵਿੱਚ ਰਿਕਾਰਡ ਹੋ ਜੇ, ਹਨਾ, ਤਾਂ ਕਿ ਹਾਰਡ ਕਾਪੀ ਦੇ ਵਿੱਚ ਆਪਣੇ ਕੋਲੇ ਰਿਕਾਰਡ ਰਹੀ ਜਾਵੇ। ਉਸ ਤੋਂ ਬਾਅਦ ਨੈਕਸਟ ਕੁਐਸਚਨ ਬਣਦਾ ਹੈ ਵਿਚ ਮੈਨੂ ਆਪਸ਼ਨ ਇਨ ਮਾਈਕਰੋਸਾਫਟ ਵਰਡ ਅਲਾਉਜ਼ ਯੂਜ਼ਰ ਟੂ ਐਡਜਸਟ ਪੇਜ ਮਾਰਜਨ। ਯਾਨੀ ਇਹਨਾਂ ਚਾਰਾਂ ਦੇ ਆਪਸ਼ਨ ਦੇ ਵਿੱਚੋਂ ਕਿਹੜਾ ਇਹ ਜਿਹਾ ਆਪਸ਼ਨ ਹੈ MS ਵਰਡ ਦਾ ਜਿਹੜਾ ਕਿ ਤੁਹਾਨੂੰ ਪੇਜ ਮਾਰਜਨ ਐਡਜਸਟ ਕਰਨ ਵਾਸਤੇ ਉਹ ਕਰਦਾ। ਤਾਂ ਪੇਜ ਲੇਆਊਟ, ਇੱਥੇ ਲੇਆਊਟ ਲਿਖਿਆ ਹੋਇਆ ਤੇ ਪੇਜ ਲੇਆਊਟ ਲਿਖ ਲਿਓ। ਇਹ ਕੁਐਸਚਨ ਕਾਫੀ ਵਾਰੀ ਹੁਣ ਤੱਕ ਰਿਪੀਟ ਹੋ ਚੁੱਕਿਆ। ਠੀਕ ਹੈ, ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਟ ਇਜ਼ ਦਾ ਮੇਨ ਪਰਪਸ ਆਫ ਚੇਂਜਿੰਗ ਦਾ ਸਿਸਟਮ ਡੇਟ ਐਂਡ ਟਾਈਮ ਇਨ ਆਪਰੇਟਿੰਗ ਸਿਸਟਮ। ਅਗਰ ਤੁਸੀਂ ਕਿਸੇ ਆਪਰੇਟਿੰਗ ਸਿਸਟਮ ਦੇ ਵਿੱਚ ਡੇਟ ਤੇ ਟਾਈਮ ਨੂੰ ਚੇਂਜ ਕਰਦੇ ਹੋ ਤਾਂ ਉਹਦਾ ਕੀ ਪਰਪਸ ਰਹਿੰਦਾ ਹੈ ਵੀ ਕਿਉਂ ਤੁਸੀਂ ਡੇਟ ਤੇ ਟਾਈਮ ਨੂੰ ਚੇਂਜ ਕੀਤਾ ਹੈ, ਤਾਂ ਉਸ ਨੂੰ ਦੱਸਣਾ। ਤਾਂ ਉਹ ਆਪਾਂ ਇਸ ਕਰਕੇ ਕਰਦੇ ਹਾਂ ਵੀ ਤਾਂ ਕਿ ਇੱਕ ਸਿੰਕਰੋਨਾਈਜੇਸ਼ਨ ਬਣ ਜੇ ਕਿਹਦੇ ਵਿੱਚ ਐਕਸਟਰਨਲ ਟਾਈਮ ਸਰਵਿਸ ਦੇ ਵਿੱਚ, ਜਿਵੇਂ ਕਿ ਜੋ ਕਿ ਯੂਨੀਵਰਸਲ ਟਾਈਮ ਸਰਵਰ ਚੱਲ ਰਿਹਾ ਉਹਦੇ ਵਿੱਚ ਇੱਕ ਸਿੰਕਰੋਨਾਈਜ਼ ਹੋ ਜੇ ਤਾਂ ਕਿ ਸੇਮ ਜਾਏ ਟਾਈਮ ਹੀ ਰਵੇ। ਇਸ ਕਰਕੇ ਆਪਾਂ ਚੇਂਜ ਕਰਦੇ ਹੁੰਦੇ ਹਾਂ। ਵਿਚ ਕੀ ਇਨ MS PowerPoint ਮੇਨਟੇਨ ਦਾ ਐਸਪੈਕਟ ਰੇਸ਼ੋ ਵੈਨ ਦਾ ਰੀਸਾਈਜ਼ ਦਾ ਸਾਈਜ਼ ਆਫ ਐਨ ਆਬਜੈਕਟ। ਅਗਰ ਤੁਸੀਂ ਕਿਸੇ ਆਬਜੈਕਟ ਨੂੰ ਰੀਸਾਈਜ਼ ਕਰ ਰਹੇ ਹੋ ਤੇ ਉਸ ਨੂੰ ਉਸੇ ਮਤਲਬ ਫੋਰ ਐਗਜ਼ਾਮਪਲ ਤੁਸੀਂ ਇੱਕ ਇਹ ਆਬਜੈਕਟ ਹੈ ਨਾ ਰੈਕਟੈਂਗਲ ਫਾਰਮ ਦੇ ਵਿੱਚ, ਹੁਣ ਅਗਰ ਤੁਸੀਂ ਇਹਨੂੰ ਕਾਰਨਰ ਤੋਂ ਫੜ ਕੇ ਡਰੈਗ ਕਰੋਗੇ ਭਾਵੇਂ ਨੀਚੇ ਨੂੰ ਤਾਂ ਇਹਦਾ ਸਾਈਜ਼ ਚੇਂਜ ਹੋ ਕੇ ਸਕੁਅਰ ਬਣ ਜਾਊਗਾ, ਹਨਾ। ਉਸ ਸਾਈਜ਼ ਨੂੰ ਮੇਨਟੇਨ ਕਰਕੇ ਰੱਖਣਾ ਵੀ ਤੁਹਾਨੂੰ ਇਸ ਸਾਈਜ਼ ਦੇ ਵਿੱਚ ਰੱਖਣਾ ਜੀ, ਤਾਂ ਤੁਸੀਂ ਕਿਹੜੀ ਕੀ ਪ੍ਰੈਸ ਕਰਕੇ ਰੱਖੋਗੇ ਤਾਂ ਕਿ ਸਾਈਜ਼ ਐਜ਼ ਇਟ ਇਜ਼ ਰਵੇ। ਤਾਂ ਸ਼ਿਫਟ ਕੀ ਤੁਸੀਂ ਪ੍ਰੈਸ ਕਰਕੇ ਰੱਖੋਗੇ ਤਾਂ ਜਿਹੜਾ ਸਾਈਜ਼ ਹੈ ਉਸੇ ਤਰ੍ਹਾਂ ਦਾ ਹੀ ਸਾਈਜ਼ ਬਣਿਆ ਰਹੂਗਾ, ਉਹੀ ਐਸਪੈਕਟ ਰੇਸ਼ੋ ਰਹੂਗਾ ਉਹਦਾ। ਠੀਕ ਹੈ, ਵਿਚ ਵਰਜ਼ਨ ਆਫ ਇੰਟਰਨੈਟ ਪ੍ਰੋਟੋਕੋਲ ਬੀਇੰਗ ਗ੍ਰੈਜੂਅਲੀ ਰਿਪਲੇਸਡ ਬਾਈ IPv6 ਡਿਊ ਟੂ ਦਾ ਐਂਡ ਆਫ ਦਾ ਐਡਰੈਸ। ਯਾਨੀ IPv6 ਕਿਹਦੀ ਰਿਪਲੇਸਮੈਂਟ ਹੈ ਜਾਂ ਫਿਰ ਕਿਹਨੂੰ ਰਿਪਲੇਸ ਕਰਕੇ IPv6 ਲੈ ਕੇ ਆਇਆ ਗਿਆ ਕਿਉਂਕਿ ਉਹਦੇ ਐਡਰੈਸਸ ਉਹ ਮੁੱਕ ਗਏ ਸੀ। ਤਾਂ IPv4 ਸੀ ਜਿਹੜਾ ਉਹਨੂੰ ਉਹਦੇ ਐਡਰੈਸ ਖਤਮ ਹੋਣ ਤੋਂ ਬਾਅਦ IPv6 ਨੂੰ ਲੈ ਕੇ ਆਇਆ ਗਿਆ ਸੀ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ। ਇੱਥੇ ਆਪਾਂ ਨੂੰ ਦੋ ਸਟੇਟਮੈਂਟਾਂ ਦਿੱਤੀਆਂ ਨੇ, ਸਟੇਟਮੈਂਟਾਂ ਨੂੰ ਪੜ੍ਹ ਕੇ ਆਪਾਂ ਨੇ ਇਹ ਡਿਸਾਈਡ ਕਰਨਾ ਇਹਨਾਂ ਦੋਨਾਂ ਸਟੇਟਮੈਂਟਾਂ ਦੇ ਵਿੱਚੋਂ ਕਰੈਕਟ ਸਟੇਟਮੈਂਟ ਕਿਹੜੀ ਹੈ ਤੇ ਇਨਕਰੈਕਟ ਕਿਹੜੀ ਹੈ। ਚੂਜ਼ ਦਾ ਕਰੈਕਟ ਆਪਸ਼ਨ ਫॉर द ਫੋਲੋਇੰਗ ਸਟੇਟਮੈਂਟ। ਚਾਰਲਸ ਬੇਬੇਜ ਇਜ਼ ਕੰਸੀਡਰਡ ਐਜ਼ ਦ ਫਾਦਰ ਆਫ ਮਾਡਰਨ ਡਿਜੀਟਲ ਕੰਪਿਊਟਰ। ਯਾਨੀ ਪਹਿਲੀ ਦਾ ਟਰੂ ਹੈ, ਉਹਨਾਂ ਨੂੰ ਕਿਹਾ ਜਾਂਦਾ ਹੈ, ਤੇ ਦੂਜੀ ਦਾ ਮੇਨ ਟੈਕਨੋਲੋਜੀ ਆਫ ਸੈਕੰਡ ਜਨਰੇਸ਼ਨ ਕੰਪਿਊਟਰ ਆਰ ਵੈਕਿਊਮ ਟਿਊਬਸ। ਇਹੀ ਇੱਥੇ ਗਲਤ ਹੁੰਦਾ ਕਿਉਂਕਿ ਵੈਕਿਊਮ ਟਿਊਬਸ ਹੈ ਜਿਹੜੀ ਉਹ ਫਸਟ ਜਨਰੇਸ਼ਨ ਦੀ ਟੈਕਨੋਲੋਜੀ ਸੀ ਨਾ ਕਿ ਸੈਕੰਡ ਜਨਰੇਸ਼ਨ ਦੀ। ਯਾਨੀ ਕਿ ਪਹਿਲਾ ਤਾਂ ਟਰੂ ਹੈ, ਦੂਜਾ ਫਾਲਸ ਹੈ। ਹੁਣ ਦੇਖਣ ਵਾਲੇ ਆਪਾਂ ਪਹਿਲਾ ਟਰੂ ਤੇ ਦੂਜਾ ਫਾਲਸ ਕਿਹਦੇ ਵਿੱਚ ਹੈ, ਤਾਂ ਆਪਸ਼ਨ ਸੀ ਦੇ ਵਿੱਚ ਹੈ, ਯਾਨੀ ਕਿ ਆਪਸ਼ਨ ਸੀ ਬਿਲਕੁਲ ਆਪਣਾ ਕਰੈਕਟ ਆਨਸਰ ਹੋ ਜਾਊਗਾ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਹਾਊ ਕੈਨ ਵੀ ਕਨੈਕਟ ਅ ਰਿਮੋਟ ਡਾਟਾ ਸੋਰਸ ਟੂ ਦਾ ਮੇਲਿੰਗ ਲਿਸਟ ਆਫ ਅ ਮਾਈਕਰੋਸਾਫਟ ਵਰਡ ਡਾਕੂਮੈਂਟ। ਯਾਨੀ ਕਿ ਆਪਾਂ ਜਿਹੜਾ ਰਿਮੋਟ ਡਾਟਾ ਸੋਰਸ ਦਾ ਮਤਲਬ ਕੀ ਹੈ, ਮਤਲਬ ਤੁਸੀਂ ਅੱਜ ਇੱਥੇ ਬੈਠੇ ਹੋ, ਇਸ ਜਗ੍ਹਾ ਤੇ ਬੈਠੇ ਹੋ, ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਪਟਿਆਲੇ ਬੈਠੇ ਹੋ ਤੇ ਇੱਕ ਬੰਦਾ ਜਲੰਧਰ ਬੈਠਾ ਹੈ। ਜਲੰਧਰ ਬੈਠੇ ਹੁਣ ਜਿਹੜਾ ਬੰਦਾ ਉਹਦੇ ਕੋਲ ਵੀ ਕੁਝ ਡਾਟਾ ਸੋਰਸ ਹੈ, ਤੁਹਾਡੇ ਕੋਲ ਵੀ ਕੁਝ ਡਾਟਾ ਸੋਰਸ ਹੈ। ਉਹਦਾ ਡਾਟਾ ਸੋਰਸ ਤੁਸੀਂ ਐਕਸੈਸ ਕਰਨਾ ਚਾਹੁੰਦੇ ਹੋ ਤਾਂ ਕਿਵੇਂ ਐਕਸੈਸ ਕਰੋਗੇ? ਰਿਮੋਟਲੀ ਹੀ ਤੁਸੀਂ ਉਹਨੂੰ ਐਕਸੈਸ ਕਰ ਸਕਦੇ ਹੋ। ਠੀਕ ਹੈ, ਤਾਂ ਉਹਨੂੰ ਕਿਵੇਂ ਐਕਸੈਸ ਕਰਨਾ ਹੈ ਜਾਂ ਫਿਰ ਕਿਵੇਂ ਕਨੈਕਟ ਕਰਨਾ ਹੈ, ਤਾਂ ਉਹ ਕਿਹਦੇ ਥਰੂ ਹੋਊਗਾ? ਬਾਈ ਡਾਟਾ ਕਨੈਕਸ਼ਨ ਵਿਜ਼ਾਰਡ ਦੇ ਥਰੂ ਹੋਊਗਾ। ਠੀਕ ਹੈ, ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਵਿਚ ਆਪਸ਼ਨ ਇਜ਼ ਯੂਜ਼ਡ ਟੂ ਕ੍ਰੀਏਟ ਅ ਹੈਂਗਿੰਗ ਇੰਡੈਂਟ। ਹੈਂਗਿੰਗ ਇੰਡੈਂਟ ਬਣਾਉਣ ਵਾਸਤੇ ਕਿਹੜਾ ਆਪਸ਼ਨ ਲੱਗਦਾ ਹੈ? ਤਾਂ ਹੈਂਗਿੰਗ ਇੰਡੈਂਟ ਦਾ ਹੀ ਇੱਕ ਆਪਸ਼ਨ ਹੁੰਦਾ, ਉਹੀ ਲੱਗਦਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਜਾਂਦਾ ਹੈ ਵਟ ਕੀਬੋਰਡ ਸ਼ਾਰਟਕਟ ਇਜ਼ ਕਾਮਨਲੀ ਯੂਜ਼ਡ ਟੂ ਕੁਇਕਲੀ ਕ੍ਰੀਏਟ ਅ ਨਿਊ ਬੁਲਟ ਪੁਆਇੰਟ ਵੈਨ ਐਂਟਰਿੰਗ ਟੈਕਸਟ ਇਨਟੂ ਬੁਲਟ ਪੁਆਇੰਟ। ਯਾਨੀ ਕਿ ਤੁਸੀਂ ਪਹਿਲਾਂ ਵੀ ਦੇਖੋ ਬੁਲਟ ਪੁਆਇੰਟ ਦੇ ਉੱਪਰ ਟੈਕਸਟ ਲਿਖ ਰਹੇ ਸੀ, ਹੁਣ ਤੁਹਾਨੂੰ ਅੱਗੇ ਬੁਲਟ ਪੁਆਇੰਟ ਲਗਾਉਣੇ ਨੇ, ਇਹਦੇ ਅੱਗੇ ਸਬ ਪੁਆਇੰਟਸ ਲਗਾਉਣੇ ਨੇ, ਤਾਂ ਤੁਸੀਂ ਕੀ ਕਰੋਗੇ? ਸਿੰਪਲੀ ਐਂਟਰ ਪ੍ਰੈਸ ਕਰੋਗੇ ਤਾਂ ਅੱਗੇ ਬੁਲਟ ਪੁਆਇੰਟ ਲੱਗ ਜਾਣਗੇ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਵਟ ਆਰ ਦਾ ਬੈਨੀਫਿਟਸ ਆਫ ਯੂਜ਼ਿੰਗ ਮੇਲ ਮਰਜ। ਮੇਲ ਮਰਜ ਦਾ ਬੈਨੀਫਿਟ ਕੀ ਹੁੰਦਾ? ਇਹ ਅਲਾਉ ਕਰਦਾ ਆਪਾਂ ਨੂੰ ਪਰਸਨਲਾਈਜ਼ ਕਮਿਊਨੀਕੇਸ਼ਨ ਵਿਦ ਦਾ ਰੈਸਿਪੀਐਂਟ। ਯਾਨੀ ਜਿਹਨੂੰ ਇਹ ਮੇਲਸ ਜਾਂ ਫਿਰ ਡਾਕੂਮੈਂਟ ਰਿਸੀਵ ਹੋਣਗੇ ਉਹਦੇ ਨਾਲ ਪਰਸਨਲਾਈਜ਼ ਤੁਸੀਂ ਕਮਿਊਨੀਕੇਸ਼ਨ ਕਰ ਸਕਦੇ ਹੋ। ਠੀਕ ਹੈ, ਉਹ ਤੋਂ ਬਾਅਦ ਨੈਕਸਟ ਕੁਐਸਚਨ ਆ ਜਾਂਦਾ ਵਿਚ ਆਫ ਦਾ ਫੋਲੋਇੰਗ ਆਪਸ਼ਨ ਇਨ MS ਵਰਡ 2010 ਅਲਾਉਜ਼ ਯੂਜ਼ਰ ਟੂ ਮੋਡੀਫਾਈ ਦਾ ਓਰੀਐਂਟੇਸ਼ਨ ਆਫ ਦਾ ਫਸਟ ਪੇਜ ਇਨ ਪੇਜ ਸੈਟਅਪ। ਯਾਨੀ MS ਵਰਡ ਜਿਹੜਾ 2010 ਸੀ ਉਹਦੇ ਵਿੱਚ ਓਰੀਐਂਟੇਸ਼ਨ ਨੂੰ ਮੋਡੀਫਾਈ ਕਰਨ ਵਾਸਤੇ ਜਿਹੜਾ ਫਸਟ ਪੇਜ ਸੀ ਉਹ ਕਿਵੇਂ ਯੂਜ਼ ਹੁੰਦਾ ਸੀ, ਤਾਂ ਕਿਹਦੇ ਥਰੂ ਉਹ ਮੋਡੀਫਾਈ ਹੁੰਦਾ ਸੀ ਉਹ ਦੱਸਣਾ ਆਪਾਂ ਨੇ ਇਹਦੇ ਵਿੱਚ। ਤਾਂ ਉਹ ਡਿਫਰੈਂਟ ਫਸਟ ਪੇਜ, ਯਾਨੀ ਪਹਿਲਾ ਪੇਜ ਡਿਫਰੈਂਟ ਰਹਿੰਦਾ ਸੀ ਉਹਦੇ ਤੋਂ। ਠੀਕ ਹੈ, ਤਾਂ ਉਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਆ ਜਾਂਦਾ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਅ ਸਿਸਟਮ ਸੌਫਟਵੇਅਰ। ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਸਿਸਟਮ ਸੌਫਟਵੇਅਰ ਨਹੀਂ ਹੈਗਾ? ਇੱਥੇ ਨਨ ਆਫ ਦਾ ਅਬਵ ਦਿੱਤਾ ਹੋਇਆ, ਇਹਨੂੰ ਇੱਥੇ ਕੱਟ ਕਰ ਲਿਓ, ਇੱਥੇ ਤੁਸੀਂ ਲਿਖ ਸਕਦੇ ਹੋ iTunes ਲਿਖ ਲਿਓ। ਠੀਕ ਹੈ,
iTunes ਜਾਂ ਫਿਰ ਕੋਈ ਵੀ MS PowerPoint ਵਗੈਰਾ, ਠੀਕ ਹੈ। ਇਹ ਸਾਰੇ ਤਾਂ ਆਪਣੇ ਸਿਸਟਮ ਸੌਫਟਵੇਅਰ ਨੇ, ਸਿਰਫ ਜਿਹੜਾ iTunes ਹੈ ਇਹ ਸਿਸਟਮ ਸੌਫਟਵੇਅਰ ਨਹੀਂ ਹੈਗਾ। ਜਾਂ ਫਿਰ ਤੁਸੀਂ ਇੱਥੇ ਆਪਸ਼ਨ ਡੀ ਸਿਲੈਕਟ ਕਰੋਗੇ, ਨਨ ਆਫ ਦਾ ਅਬਾਵ। ਦ ਫੋਲੋਇੰਗ ਲਿਸਟ ਸੈਵਰਲ ਮੈਥਡ ਆਫ ਕ੍ਰੀਏਟਿੰਗ ਅ ਡਾਕੂਮੈਂਟ ਇਨ MS Word ਐਕਸੈਪਟ ਵਨ। ਯਾਨੀ ਬਹੁਤ ਸਾਰੇ ਮੈਥਡ ਨੇ, ਠੀਕ ਹੈ, ਇੱਕ ਨਵਾਂ ਡਾਕੂਮੈਂਟ ਕ੍ਰੀਏਟ ਕਰਨ ਵਾਸਤੇ MS Word ਦੇ ਵਿੱਚ। ਉਹਨਾਂ ਸਾਰਿਆਂ ਮੈਥਡਾਂ ਦੇ ਵਿੱਚੋਂ ਇਹਨਾਂ ਦੇ ਵਿੱਚ 4 ਆਪਸ਼ਨਾਂ ਦੇ ਵਿੱਚ ਇੱਕ ਮੈਥਡ ਇਹੀ ਜਿਹਾ ਜਿਹੜਾ ਨਹੀਂ ਯੂਜ਼ ਹੁੰਦਾ, ਉਹ ਕਿਹੜਾ ਹੈ ਉਹ ਆਪਾਂ ਨੇ ਦੱਸਣਾ ਹੈ। ਓਪਨ ਦਾ ਫਾਈਲ ਟੈਬ, ਸਿਲੈਕਟ ਨਿਊ ਤੇ ਬਲੈਂਕ ਡਾਕੂਮੈਂਟ, ਇਹ ਤਾਂ ਠੀਕ ਹੈ ਬਿਲਕੁਲ। ਓਪਨ ਦਾ ਫਾਈਲ ਟੈਬ, ਸਿਲੈਕਟ ਨਿਊ ਤੇ ਡਬਲ ਕਲਿੱਕ ਔਨ ਇਮੇਜ ਨੇ ਤੇ ਟੈਂਪਲੇਟ ਆਊਗਾ, ਡਬਲ ਕਲਿੱਕ ਔਨ ਟੈਂਪਲੇਟ, ਠੀਕ ਹੈ, ਟੈਂਪਲੇਟ ਇਮੇਜ। ਉਸ ਤੋਂ ਬਾਅਦ ਯੂਜ਼ ਕੀਬੋਰਡ ਸ਼ਾਰਟਕਟ ਕੰਟਰੋਲ ਐਨ, ਇਹ ਵੀ ਹੁੰਦਾ ਯੂਜ਼ ਕੀਬੋਰਡ ਸ਼ਾਰਟਕਟ ਕੰਟਰੋਲ ਪਲੱਸ ਆਰਟ ਪਲੱਸ ਐਨ, ਨਹੀਂ ਇਹ ਨਹੀਂ ਹੁੰਦਾ। ਯਾਨੀ ਆਪਸ਼ਨ ਡੀ ਹੈ ਜਿਹੜਾ ਉਹ ਬਿਲਕੁਲ ਆਪਣਾ ਕਰੈਕਟ ਆਂਸਰ ਹੈ। ਇਸ ਤਰ੍ਹਾਂ ਦਾ ਕੋਈ ਵੀ ਕਮਾਂਡ ਜਾਂ ਫਿਰ ਸ਼ਾਰਟਕਟ ਕੀ ਤੁਸੀਂ ਯੂਜ਼ ਕਰਕੇ ਨਵਾਂ ਡਾਕੂਮੈਂਟ ਨਹੀਂ ਕ੍ਰੀਏਟ ਕਰ ਸਕਦੇ, ਠੀਕ ਹੈ। ਇੱਥੇ ਐਨ ਨਹੀਂ ਡੀ ਆਊਗਾ, ਠੀਕ ਹੈ, ਕੰਟਰੋਲ ਡੀ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, ਇਨਸਰਟ ਟੇਬਲ ਡਾਇਲੌਗ ਬਾਕਸ in MS Word and the 2 inputs to be given in the insert table dialog box। ਯਾਨੀ ਸੁਣੇ ਟੇਬਲ ਡਾਇਲੌਗ, ਸਿੰਪਲੀ ਮੈਂ ਤੁਹਾਨੂੰ ਦੱਸਦਾ, MS Word ਦੇ ਵਿੱਚ ਸੁਣੇ ਟੇਬਲ ਡਾਇਲੌਗ ਬਾਕਸ ਓਪਨ ਕਰ ਲਿਆ ਵੀ ਸੁਣੇ ਇੱਕ ਟੇਬਲ ਨੂੰ ਇਨਸਰਟ ਕਰਨਾ ਹੈ, ਉਹਦੇ ਵਿੱਚ ਤੁਹਾਨੂੰ ਕੀ ਕੁਝ ਦੇਖਣ ਨੂੰ ਮਿਲੂਗਾ, ਤਾਂ ਉਹ ਚੀਜ਼ ਆਪਾਂ ਨੇ ਦੱਸਣੀਆਂ ਨੇ। ਉੱਥੇ ਤੁਹਾਨੂੰ ਦੇਖਣ ਨੂੰ ਮਿਲੂਗਾ ਨੰਬਰ ਆਫ ਰੋਜ਼ ਤੇ ਨੰਬਰ ਆਫ ਕਾਲਮ, ਯਾਨੀ ਤੁਹਾਨੂੰ ਕਿੰਨੇ ਨੰਬਰ ਆਫ ਰੋਜ਼ ਇਨਸਰਟ ਕਰਨੇ ਨੇ ਤੇ ਕਿੰਨੇ ਨੰਬਰ ਆਫ ਕਾਲਮਸ ਇਨਸਰਟ ਕਰਨੇ ਨੇ, ਠੀਕ ਹੈ, ਇਹ ਚੀਜ਼ ਪੁੱਛੀ ਗਈ ਹੈ ਇਹਦੇ ਵਿੱਚ। ਉਸ ਤੋਂ ਬਾਅਦ ਮੇਨ ਡਿਸਐਡਵਾਂਟੇਜ ਆਫ WAN, ਤਾਂ WAN ਵਾਈਡ ਏਰੀਆ ਨੈਟਵਰਕ ਦੀ ਮੇਨ ਡਿਸਐਡਵਾਂਟੇਜ ਕੀ ਹੈ, ਇਟ ਇਜ਼ ਸਲੋਅਰ ਦੈਨ ਦਾ LAN। ਲੋਕਲ ਏਰੀਆ ਨੈਟਵਰਕ ਹੈ, ਆਪਾਂ ਨੇ ਪੜ੍ਹਿਆ ਸੀ ਵੀ ਉਹ ਹਾਈਅਰ ਸਪੀਡ ਹੁੰਦੀ ਹੈ, ਉਹ 'ਚ ਵਾਈਡ ਏਰੀਆ ਨੈਟਵਰਕ ਦੇ ਵਿੱਚ ਸਲੋਅਰ ਹੁੰਦਾ। ਕਿਉਂ? ਹੁਣ ਦੇਖੋ ਵਾਈਡ ਏਰੀਆ ਨੈਟਵਰਕ ਦੇ ਵਿੱਚ ਪੂਰਾ ਵਰਲਡ ਵਾਈਡ ਕਵਰ ਹੋ ਗਿਆ ਨਾ, ਕਿਤੇ ਤਾਂ ਲੋਕਲ ਏਰੀਆ ਨੈਟਵਰਕ ਦੇ ਵਿੱਚ ਇੱਕ ਛੋਟੀ ਜਿਹੀ ਜਿਓਗ੍ਰਾਫੀਕਲ ਲੋਕੇਸ਼ਨ ਕਵਰ ਹੁੰਦੀ ਹੈ, ਕਿਤੇ ਪੂਰਾ ਏਰੀਆ ਹੋਣਾ, ਪੂਰੇ ਏਰੀਆ ਦੇ ਵਿੱਚ ਜਾ ਕੇ ਤਾਂ ਸਪੀਡ ਘੱਟ ਹੀ ਜਾਊਗੀ ਨਾ, ਇਸ ਕਰਕੇ ਉਹ ਸਲੋ ਹੁੰਦਾ, ਠੀਕ ਹੈ। ਉਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਆ ਗਿਆ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਵੈਲਿਡ ਵੇਟ ਆਫ ਅ ਲਾਈਨ ਆਬਜੈਕਟ ਇਨ MS PowerPoint। ਯਾਨੀ ਇਹਨਾਂ ਦੇ ਵਿੱਚੋਂ ਕਿਹੜਾ ਤੁਸੀਂ ਕਹਿ ਸਕਦੇ ਹੋ ਵੇਟੇਜ ਹੈ ਉਹ ਕਰੈਕਟ ਨਹੀਂ ਹੈਗੀ। ਦੇਖੋ 1 ਪੁਆਇੰਟ ਵੀ ਹੁੰਦੀ ਹੈ, ਠੀਕ ਹੈ, 1/2 ਵੀ ਹੁੰਦੀ ਹੈ, 1/4 ਵੀ ਹੁੰਦੀ ਹੈ, 5 ਪੁਆਇੰਟਸ ਵੀ ਹੁੰਦੀ ਹੈ, ਇੱਥੇ ਨਾ 1.3 ਪੁਆਇੰਟਸ ਆਊਗਾ, ਠੀਕ ਹੈ। ਕੁਝ ਆਪਸ਼ਨ ਇਨਕਰੈਕਟ ਨੇ, ਉਹ ਟਾਈਪਿੰਗ ਦੇ ਵਿੱਚ ਥੋੜੀ ਮੋਟੀ ਮਿਸਟੇਕ ਹੁੰਦੀ ਰਹਿੰਦੀ ਹੈ, ਤਾਂ 1.3 ਨਾਮ ਦਾ ਕੋਈ ਵੀ ਪੁਆਇੰਟਸ ਨਹੀਂ ਹੁੰਦੇ ਹੈਗੇ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, ਵਟ ਇਜ਼ ਇਲੈਕਟ੍ਰੋਨਿਕ ਮੇਲ। ਯਾਨੀ ਇਲੈਕਟ੍ਰੋਨਿਕ ਮੇਲ ਕੀ ਹੈ, ਅ ਮੈਥਡ ਆਫ ਸੈਂਡਿੰਗ ਐਂਡ ਰਿਸੀਵਿੰਗ ਡਿਜੀਟਲ ਮੈਸੇਜ ਓਵਰ ਦਾ ਇੰਟਰਨੈਟ, ਠੀਕ ਹੈ, ਆਪਸ਼ਨ ਸੀ ਬਿਲਕੁਲ ਕਰੈਕਟ ਆਂਸਰ ਹੈ। ਉਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਆ ਜਾਂਦਾ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਦਾ ਪ੍ਰੋਸੈਸ ਯੂਜ਼ ਟੂ ਮਰਜ ਡਾਇਰੈਕਟਰੀ ਇਨ ਦਾ ਮੇਨ ਡਾਕੂਮੈਂਟ ਆਫ MS Word ਡਾਕੂਮੈਂਟ। ਯਾਨੀ ਮੇਨ ਡਾਇਰੈਕਟਰੀ ਦੇ ਵਿੱਚ ਅਗਰ ਤੁਹਾਨੂੰ ਮਰਜ ਕਰਨੀ ਹੈ ਦੂਜੀ ਡਾਇਰੈਕਟਰੀ, ਤਾਂ ਉਹ ਤੁਸੀਂ ਕਿਵੇਂ ਕਰੋਗੇ, ਉਹਦਾ ਪੁੱਛਿਆ ਗਿਆ ਵੀ ਕਿਹੜਾ ਤਰੀਕਾ ਹੈ। ਤਾਂ ਤੁਸੀਂ ਸਿੰਪਲੀ ਕੀ ਕਰੋਗੇ, ਸਿਲੈਕਟਿੰਗ ਦਾ ਮੇਲਿੰਗ ਟੈਬ, ਠੀਕ ਹੈ, ਸਟਾਰਟ ਮੇਲ ਮਰਜ ਐਂਡ ਸਿਲੈਕਟ ਡਾਕੂਮੈਂਟ ਟਾਈਪ ਤੇ ਸਿਲੈਕਟ ਡਾਇਰੈਕਟਰੀ, ਠੀਕ ਹੈ। ਇਸ ਤਰ੍ਹਾਂ ਤੁਸੀਂ ਜਿਹੜਾ ਇਹ ਪ੍ਰੋਸੈਸ ਹੈ ਡਾਇਰੈਕਟਰੀ ਨੂੰ ਮਰਜ ਕਰਨ ਦਾ। ਉਹ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, which component of CPU is responsible for the executing instruction। ਯਾਨੀ ਐਗਜ਼ੀਕਿਊਟ ਕਰਨ ਵਾਸਤੇ ਕਿਹੜਾ CPU ਦਾ ਕੰਪੋਨੈਂਟ ਯੂਜ਼ ਹੁੰਦਾ, ਤਾਂ ਕੰਟਰੋਲ ਯੂਨਿਟ ਹੀ ਹੁੰਦਾ, ਕੰਟਰੋਲ ਕਰਨ ਵਾਸਤੇ, ਮਤਲਬ ਐਗਜ਼ੀਕਿਊਟ ਕਰਨ ਵਾਸਤੇ। which type of services connect to the internet using modem over a traditional telephone line। ਤਾਂ ਕਿਹੜੀ ਹੁੰਦੀ ਹੈ, ਤਾਂ ਡਾਇਲ-ਅਪ ਸਰਵਿਸਿਜ਼, ਠੀਕ ਹੈ, ਡਾਇਲ-ਅਪ ਸਰਵਿਸਿਜ਼ ਜਿਹੜੀ ਹੁੰਦੀਆਂ ਨੇ ਉਹ ਹੁੰਦੀ ਹੈ ਮੋਡਮ ਦੇ ਵਿੱਚ, ਟ੍ਰੈਡੀਸ਼ਨਲ ਸਰਵਿਸਿਜ਼। ਵਟ ਇਜ਼ ਦਾ ਪਰਪਸ ਆਫ ਰੀਡਿੰਗ ਵਿਊ ਇਨ MS PowerPoint। ਤਾਂ ਜਿਹੜਾ ਰੀਡਿੰਗ ਵਿਊ ਹੈ ਉਹਦਾ ਕੀ ਕੰਮ ਹੁੰਦਾ MS PowerPoint ਦੇ ਵਿੱਚ, ਜਾਂ ਫਿਰ ਉਹਦਾ ਕੀ ਪਰਪਸ ਹੈ, ਤਾਂ ਉਹਦਾ ਜਿਹੜਾ ਮੇਨ ਪਰਪਸ ਹੈ, ਟੂ ਵਿਊ ਪ੍ਰੈਜੈਂਟੇਸ਼ਨ ਇਨ ਅ ਡਿਸਟਰੈਕਸ਼ਨ ਫ੍ਰੀ ਇਨਵਾਇਰਮੈਂਟ। ਯਾਨੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਡਿਸਟਰੈਕਸ਼ਨ ਨਹੀਂ ਹੋਣੀ ਚਾਹੀਦੀ, ਇਸ ਤਰ੍ਹਾਂ ਦਾ ਵਿਊ ਤੁਹਾਨੂੰ ਪ੍ਰੋਵਾਈਡ ਕਰਦਾ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆਇਆ, ਕੁਐਸਚਨ ਨੰਬਰ 125, ਹਾਊ ਕੈਨ ਅ ਯੂਜ਼ਰ ਐਕਸੈਸ ਅ ਸਪੈਸੀਫਿਕ ਪ੍ਰੋਗਰਾਮ ਔਰ ਐਪਲੀਕੇਸ਼ਨ ਪਿੰਡ ਟੂ ਦਾ ਟਾਸਕ ਬਾਰ ਇਨ ਵਿੰਡੋਜ਼। ਕਿਵੇਂ ਐਕਸੈਸ ਕਰੂਗਾ, ਸਿੰਪਲੀ ਰਾਈਟ ਕਲਿੱਕ ਕਰਕੇ, ਰਾਈਟ ਕਲਿੱਕ ਔਨ ਦਾ ਪ੍ਰੋਗਰਾਮ, ਸਿੰਗਲ ਰਾਈਟ ਕਲਿੱਕ ਕਰਨਾ, ਨਾ ਕਿ ਡਬਲ ਰਾਈਟ ਕਲਿੱਕ ਕਰਨਾ। ਉਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਆ ਜਾਂਦਾ ਹੈ, ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ, ਵਿਚ ਆਫ ਦਾ ਫੋਲੋਇੰਗ ਇਜ਼ ਅ ਕਾਮਨ ਪ੍ਰੈਕਟਿਸਿਸ ਇਨ ਐਪਲੀਕੇਸ਼ਨ ਸਿਕਿਉਰਿਟੀ ਟੂ ਪ੍ਰੀਵੈਂਟ ਅਨਆਥੋਰਾਈਜ਼ਡ ਐਕਸੈਸ ਟੂ ਸੈਂਸਿਟਿਵ ਡਾਟਾ। ਯਾਨੀ ਕਿ ਤੁਸੀਂ ਕੀ ਕਰ ਸਕਦੇ ਹੋ, ਠੀਕ ਹੈ, ਯਾਨੀ ਕਿਹੜੀ ਕਾਮਨ ਪ੍ਰੈਕਟਿਸ ਯੂਜ਼ ਕਰ ਸਕਦੇ ਹੋ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ, ਤਾਂ ਕਿ ਤੁਹਾਡਾ ਜਿਹੜਾ ਡਾਟਾ ਹੈ ਉਹ ਅਨਆਥੋਰਾਈਜ਼ਡਲੀ, ਮਤਲਬ ਤੁਹਾਡੀ ਇੱਛਾ ਤੋਂ ਬਗੈਰ ਐਕਸੈਸ ਨਾ ਹੋ ਪਾਵੇ। ਤਾਂ ਤੁਸੀਂ ਐਨਕ੍ਰਿਪਸ਼ਨ ਦੀ ਜਿਹੜੀ ਸਿਕਿਉਰਿਟੀ ਹੁੰਦੀ ਹੈ ਉਹ ਹੈਲਪ ਕਰਦੀ ਹੈ ਇਹਦੇ ਵਿੱਚ। ਉਸ ਤੋਂ ਬਾਅਦ ਡੈਸ਼ ਮੈਨੂ ਆਈਕਨ ਇਜ਼ ਯੂਜ਼ ਟੂ ਇਨਸਰਟ ਅ ਵਰਡ ਟੇਬਲ ਔਰ ਐਕਸਲ ਵਰਕਸ਼ੀਟ ਇਨ ਪਾਵਰਪੁਆਇੰਟ ਪ੍ਰੈਜੈਂਟੇਸ਼ਨ। ਤਾਂ ਓਬਜੈਕਟ ਮੈਨੂ ਜਿਹੜਾ ਹੁੰਦਾ ਉੱਥੋਂ ਹੀ ਤੁਸੀਂ
ਐਕਸਲ ਵਰਕਸ਼ੀਟ ਜਾਂ ਫਿਰ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਨੂੰ ਇਨਸਰਟ ਕਰ ਸਕਦੇ ਹੋ। ਵਿਚ ਟਾਈਪ ਆਫ ਫਾਈਲ ਹੈਜ਼ ਦਾ ਐਬਿਲਿਟੀ ਟੂ ਬੀ ਐਗਜ਼ੀਕਿਊਟਿਡ ਇਨ ਬਾਈ ਦਾ ਆਪਰੇਟਿੰਗ ਸਿਸਟਮ ਇਨ ਵਿੰਡੋਜ਼, ਯਾਨੀ ਜਿਹੜੀ .exe ਫਾਈਲ ਹੁੰਦੀ ਹੈ ਉਹੀ ਫਾਈਲ ਐਗਜ਼ੀਕਿਊਟੇਬਲ ਹੁੰਦੀਆਂ ਨੇ, ਠੀਕ ਹੈ। .jpg ਹੈ ਜਿਹੜੀ, ਇਹ ਤਾਂ ਫੋਟੋ ਦਾ ਫਾਈਲ ਫਾਰਮੈਟ ਹੋ ਗਿਆ, ਟੈਕਸਟ ਹੋ ਗਿਆ ਟੈਕਸਟ ਡਾਕੂਮੈਂਟ ਦਾ, ਤੇ ਬਿਨ ਹੋ ਗਿਆ ਕੋਈ ਅਗਰ ਤੁਸੀਂ ਕਮਾਂਡ ਸਪੈਸੀਫਿਕ ਹੈ ਮਤਲਬ CMD ਦੇ ਵਿੱਚ ਯਾਨੀ ਕਮਾਂਡ ਪ੍ਰੌਂਪਟ ਦੇ ਵਿੱਚ ਕੋਈ ਕਮਾਂਡ ਨੂੰ ਐਗਜ਼ੀਕਿਊਟ ਕਰਨਾ ਚਾਹੁੰਦੇ ਹੋ, ਤੁਸੀਂ ਉਹਨੂੰ ਪ੍ਰੋਪਰਲੀ ਲਿਖਣਾ ਨਹੀਂ ਆਉਂਦਾ, ਠੀਕ ਹੈ। ਤਾਂ ਕੋਈ ਇੱਕ ਮਤਲਬ ਪ੍ਰੋਪਰ ਜਿਹੜਾ ਯੂਜ਼ਰ ਹੁੰਦਾ ਹੈ ਜਿਹਨੂੰ ਕਿ ਉਸ ਚੀਜ਼ ਬਾਰੇ ਅੱਛੀ ਨੌਲੇਜ ਹੈ, ਉਹ ਕਮਾਂਡ ਕ੍ਰੀਏਟ ਕਰਕੇ .bin ਫਾਈਲ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰ ਦਿੰਦਾ ਤਾਂ ਕਿ ਤੁਸੀਂ ਉਹਨੂੰ ਸਿੰਪਲੀ ਡਬਲ ਕਲਿੱਕ ਕਰਕੇ ਐਗਜ਼ੀਕਿਊਟ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, ਵਿਚ ਆਫ ਦਾ ਫੋਲੋਇੰਗ ਮੇਨ ਮੈਨੂ ਟੇਬਲ ਟੈਬਸ ਹੈਲਪ ਟੂ ਕ੍ਰੀਏਟ ਅ ਨਿਊ ਡਾਕੂਮੈਂਟ ਇਨ MS ਵਰਡ। ਕਿਹੜਾ ਟੇਬਲ ਹੈ? ਤਾਂ ਫਾਈਲ ਜਿਹੜਾ ਫਾਈਲ ਦੇ ਵਿੱਚ ਜਾ ਕੇ ਤੁਸੀਂ ਇੱਕ ਨਵਾਂ ਡਾਕੂਮੈਂਟ ਕ੍ਰੀਏਟ ਕਰ ਸਕਦੇ ਹੋ। ਇਹ ਕੁਐਸਚਨ ਪਹਿਲਾਂ ਵੀ ਰਿਪੀਟ ਹੋ ਚੁੱਕਿਆ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, ਵਿਚ ਡਿਸਪਲੇ ਪ੍ਰੋਪਰਟੀਜ਼ ਆਪਸ਼ਨ ਗਿਵਸ ਯੂਜ਼ਰ ਦਾ ਐਬਿਲਿਟੀ ਟੂ ਪਰਸਨਲਾਈਜ਼ ਸਕਰੀਨ ਸੇਵਰਸ ਐਂਡ ਡੈਸਕਟਾਪ ਬੈਕਗਰਾਉਂਡ। ਯਾਨੀ ਇਹਨਾਂ ਸਾਰਿਆਂ ਦੇ ਵਿੱਚੋਂ ਕਿਹੜੀ ਪ੍ਰੋਪਰਟੀ ਹੈ ਜਿਹਦੇ ਵਿੱਚ ਜਾ ਕੇ ਤੁਸੀਂ ਕਿ ਮਤਲਬ ਵੀ ਸਕਰੀਨ ਦਾ ਜਿਹੜਾ ਸੇਵਰ ਹੈ ਉਹਨੂੰ ਵੀ ਚੇਂਜ ਕਰ ਸਕਦੇ ਹੋ ਤੇ ਡੈਸਕਟਾਪ ਬੈਕਗਰਾਉਂਡ ਨੂੰ ਵੀ ਚੇਂਜ ਕਰ ਸਕਦੇ ਹੋ। ਤਾਂ ਪਰਸਨਲਾਈਜੇਸ਼ਨ ਦੇ ਵਿੱਚ ਜਾ ਕੇ ਤੁਸੀਂ ਇਹ ਸਭ ਚੀਜ਼ਾਂ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਬਟ ਵਲਨਰੇਬਿਲਿਟੀ ਐਗਜ਼ਿਸਟ ਇਨ ਦਾ ਡਾਟਾ ਸੈਂਟ ਓਵਰ ਅ ਨੈਟਵਰਕ ਇਜ਼ ਨਾਟ ਐਨਕ੍ਰਿਪਟਡ। ਜਿਹੜੀ ਵਲਨਰੇਬਿਲਿਟੀ ਹੈ ਕਿਹੜੀ ਫਾਊਂਡ ਹੁੰਦੀ ਹੈ ਉਹ ਦੱਸਣੀ ਆਪਣੇ, ਵਲਨਰੇਬਿਲਿਟੀ ਟੂ ਸਨੂਫਿੰਗ ਅਟੈਕ, ਠੀਕ ਹੈ। ਇਹ ਇਸ ਤਰ੍ਹਾਂ ਦੀ ਕੁਝ ਵਲਨਰੇਬਿਲਿਟੀ ਹੈ ਜਿਹੜੀ ਕਿ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਜਦੋਂ ਤੁਸੀਂ ਡਾਟਾ ਜਾਂ ਫਿਰ ਨੈਟਵਰਕ ਇਫ ਡਾਟਾ ਸੈਂਟ ਓਵਰ ਅ ਨੈਟਵਰਕ, ਅਗਰ ਤੁਸੀਂ ਕੁਝ ਡਾਟਾ ਨੂੰ ਸੈਂਡ ਕਰਦੇ ਹੋ। ਇਹਦੇ ਵਿੱਚ ਹੁੰਦਾ ਕੀ ਹੈ ਸਨੂਪਿੰਗ ਅਟੈਕ ਦੇ ਵਿੱਚ, ਇਸ ਅਟੈਕ ਦੇ ਵਿੱਚ ਇਹ ਹੁੰਦਾ ਵੀ ਤੁਸੀਂ ਜਿਹੜਾ ਡਾਟਾ ਸੈਂਡ ਕੀਤਾ ਜਾਂ ਫਿਰ ਤੁਸੀਂ ਜਿਹੜੇ ਟੈਕਸਟ ਸੈਂਡ ਕੀਤਾ ਕਿਸੇ ਵੀ ਦੂਜੇ ਪਰਸਨ ਨੂੰ, ਫੋਰ ਐਗਜ਼ਾਮਪਲ ਕੋਈ ਪਰਸਨ A ਹੈ ਉਹ ਪਟਿਆਲੇ ਬੈਠਾ ਹੈ, ਕੋਈ ਪਰਸਨ B ਹੈ ਜਲੰਧਰ, ਉਹਨੇ ਕੁਝ ਟੈਕਸਟ ਡਾਕੂਮੈਂਟਸ ਕੁਝ ਪਿਕਚਰਸ ਨੇ ਉਹਨੂੰ ਭੇਜੀਆਂ ਨੇ, ਠੀਕ ਹੈ। ਉਹ ਜਿਹੜਾ ਉਸਨੇ ਡਾਟਾ ਭੇਜਿਆ ਉਹ ਭੇਜਿਆ ਤਾਂ ਸਿਕਿਉਰਿਟੀ ਵਾਈਜ਼ ਵੀ ਸਿਕਿਉਰ ਹੋ ਕੇ ਵੀ ਹੋਰ ਕਿਸੇ ਨੂੰ ਪਤਾ ਨਾ ਲੱਗੇ, ਪਰ ਕੋਈ ਨਾ ਕੋਈ ਹੈਕਰ ਜਾਂ ਫਿਰ ਅਨਆਥੋਰਾਈਜ਼ਡ ਹੈਕਰ ਹੈ ਜਿਹੜਾ ਉਹਨੂੰ ਅਨਇਨਕ੍ਰਿਪਟ ਕਰਕੇ ਮਤਲਬ ਡੀਕ੍ਰਿਪਟ ਕਰਕੇ ਉਸ ਚੀਜ਼ ਨੂੰ ਦੇਖ ਲੈਂਦਾ, ਤਾਂ ਉਹਨੂੰ ਹੀ ਸਨੂਪਿੰਗ ਅਟੈਕ ਕਹਿੰਦੇ ਹੁੰਦੇ ਆ, ਠੀਕ ਹੈ। ਵਟ ਇਜ਼ ਦਾ ਮੈਕਸਿਮਮ ਫੌਂਟ ਸਾਈਜ਼ MS ਵਰਡ ਦੇ ਵਿੱਚ ਮੈਕਸਿਮਮ ਫੌਂਟ ਸਾਈਜ਼ ਕਿੰਨਾ ਹੁੰਦਾ? 1638 ਦਾ ਹੁੰਦਾ, ਠੀਕ ਹੈ। ਵਿਚ ਕੀਬੋਰਡ ਸ਼ਾਰਟਕਟ ਇਜ਼ ਕਾਮਨਲੀ ਯੂਜ਼ਡ ਫॉर ਮੇਨਟੇਨਿੰਗ ਦਾ ਐਸਪੈਕਟ ਰੇਸ਼ੋ ਵਾਈਲ ਦਾ ਸੇਮ ਚੀਜ਼ ਪਹਿਲਾਂ ਵੀ ਕੁਐਸਚਨ ਆ ਚੁੱਕਿਆ, ਤਾਂ ਸ਼ਿਫਟ ਜਿਹੜੀ ਕੀ ਹੁੰਦੀ ਹੈ ਉਹ ਯੂਜ਼ ਹੁੰਦੀ ਹੈ ਵੀ ਉਹਦਾ ਜਿਹੜਾ ਐਸਪੈਕਟ ਰੇਸ਼ੋ ਹੈ ਉਹ ਮੇਨਟੇਨ ਰਹੀ ਜਾਵੇ। ਉਹ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, ਵਿਚ ਆਫ ਦਾ ਫੋਲੋਇੰਗ statements are true for an internet service provider. Internet service provide access the internet. ਇਹ ਪਹਿਲੀ ਸਟੇਟਮੈਂਟ ਟਰੂ ਆ। ਦਾ ਮੇਨ ISP ਇਨ ਇਨਫੋਸਿਸ ਤੇ ਵਿਪਰੋ, ਨਹੀਂ ਇਹ MNC ਕੰਪਨੀਜ਼ ਨੇ ਤੇ ਟੈਕ ਕੰਪਨੀਜ਼ ਨੇ, ਨਾ ਕਿ ਮਤਲਬ ਇੰਟਰਨੈਟ ਸਰਵਿਸ ਪ੍ਰੋਵਾਈਡਰ ਨੇ। ਤਾਂ ਪਹਿਲਾ ਆਪਸ਼ਨ ਟਰੂ ਹੋਊਗਾ, ਦੂਜਾ ਫਾਲਸ ਹੋਊਗਾ, ਠੀਕ ਹੈ। ਤਾਂ ਆਪਸ਼ਨ ਡੀ ਬਿਲਕੁਲ ਆਪਣਾ ਕਰੈਕਟ ਹੈ। ਉਹ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, ਵਿਚ ਆਫ ਦਾ ਫੋਲੋਇੰਗ ਡਿਵਾਈਸਿਸ is commonly used to connect multiple computers and devices within a localized area such as an office or a home network। ਯਾਨੀ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਇੱਕ ਡਿਵਾਈਸ ਨੂੰ ਤੁਸੀਂ ਅਗਰ ਲੋਕਲਾਈਜ਼ ਏਰੀਆ ਦੇ ਵਿੱਚ ਕਨੈਕਟ ਕਰਨਾ, ਠੀਕ ਹੈ, ਤਾਂ ਉਹਦੇ ਵਾਸਤੇ ਤੁਸੀਂ ਕਿਹੜਾ ਮਤਲਬ ਕੀ ਯੂਜ਼ ਕਰਦੇ ਹੋ? ਤਾਂ ਰਾਊਟਰ ਦਾ ਯੂਜ਼ ਕੀਤਾ ਜਾਂਦਾ, ਠੀਕ ਹੈ। ਵਿਚ ਫੋਲਡਰ ਇਨ ਦਾ ਈਮੇਲ ਸਿਸਟਮ ਯੂਜੂਅਲੀ ਹੈਂਡਲਸ ਦਾ ਰਿਸੀਵਡ ਈਮੇਲ ਕਿੱਥੇ ਦੇਖਣ ਨੂੰ ਮਿਲਦੇ ਨੇ? ਇਨਬਾਕਸ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ, ਠੀਕ ਹੈ। ਉਸ ਤੋਂ ਬਾਅਦ ਵਟ ਇਜ਼ ਦਾ ਡਿਫੋਲਟ ਮਾਰਜਨ ਸੈਟਿੰਗ MS ਵਰਡ ਦੇ ਵਿੱਚ? ਡਿਫੋਲਟ ਮਾਰਜਨ ਸੈਟਿੰਗ ਕਿੰਨੀ ਹੁੰਦੀ ਹੈ? 1 ਇੰਚ ਸਾਈਡ ਫਰੋਮ ਆਲ ਸਾਈਡ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, ਵਿਚ ਪ੍ਰੈਜੈਂਟੇਸ਼ਨ ਵਿਊ ਡਜ਼ ਨਾਟ ਅਪੀਅਰ ਇਨ ਦਾ ਵਿਊ ਟੈਬ ਇਨ MS ਪਾਵਰਪੁਆਇੰਟ ਦੇ ਵਿੱਚ ਵਿਊ ਟੈਬ ਦੇ ਵਿੱਚ ਕਿਹੜਾ ਤੁਹਾਨੂੰ ਜਿਹੜਾ ਵਿਊ ਹੈ ਉਹ ਦੇਖਣ ਨੂੰ ਨਹੀਂ ਮਿਲਦਾ? ਦੇਖੋ ਨਾਰਮਲ ਵਿਊ ਵੀ ਹੁੰਦਾ, ਉਸ ਤੋਂ ਬਾਅਦ ਆਊਟਲਾਈਨ ਵਿਊ ਵੀ ਹੁੰਦਾ, ਠੀਕ ਹੈ, ਰੀਡਿੰਗ ਵਿਊ ਵੀ ਹੁੰਦਾ, ਡਿਜ਼ਾਈਨ ਵਿਊ ਨਹੀਂ ਹੁੰਦਾ, ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਉਹਦੇ ਵਿੱਚ, ਠੀਕ ਹੈ। ਤਾਂ ਆਪਸ਼ਨ ਜਿਹੜਾ ਡੀ ਆ ਉਹ ਇਨਕਰੈਕਟ ਹੈ। ਜਾਂ ਫਿਰ ਤੁਸੀਂ ਇੱਥੇ ਰਾਈਟਿੰਗ ਵਿਊ ਵੀ ਲਿਖ ਸਕਦੇ ਹੋ, ਰਾਈਟਿੰਗ ਵਿਊ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, ਵਿਚ ਆਫ ਦਾ ਫੋਲੋਇੰਗ ਆਪਸ਼ਨ ਇਜ਼ ਯੂਜ਼ਡ ਵਿਦਿਨ ਦਾ ਮਾਈਕਰੋਸਾਫਟ ਵਰਡ ਟੂ ਡਿਲੀਟ ਦਾ ਸਿਲੈਕਟਡ ਟੈਕਸਟ ਐਂਡ ਪਲੇਸ ਇਟ ਔਨ ਦਾ ਕਲਿੱਪਬੋਰਡ, ਠੀਕ ਹੈ। ਸੋਨੇ ਇੱਥੇ ਤੱਕ ਅਗਰ ਚੀਜ਼ ਪੜ੍ਹ ਲਈ, ਡਿਲੀਟ ਦਾ ਸਿਲੈਕਟਡ ਟੈਕਸਟ, ਤੁਸੀਂ ਡਿਲੀਟ ਦੇ ਉੱਪਰ ਨੱਪ ਦੇਣਾ, ਪਰ ਅੱਗੇ ਕੀ ਚੀਜ਼ ਕਹੀ ਹੈ? ਪਲੇਸ ਇਟ ਔਨ ਦਾ ਕਲਿੱਪਬੋਰਡ ਦੇ ਉੱਪਰ ਕਿਵੇਂ ਪੇਸਟ ਹੋਊਗਾ? ਜਦੋਂ ਤੁਸੀਂ ਇਹਨੂੰ ਕੱਟ ਕਰੋਗੇ, ਯਾਨੀ ਜਿਹੜੀ ਕੱਟ ਦੀ ਕਮਾਂਡ ਹੈ Ctrl+X, ਜਿਹਦੀ ਕੀ ਸ਼ਾਰਟਕਟ ਕੀ ਹੈ Ctrl+X, Ctrl+X, ਜਦ ਤੁਸੀਂ ਇਹ ਕਮਾਂਡ ਦੱਬਦੇ ਹੋ ਤਾਂ ਉਹ ਟੈਕਸਟ ਉੱਥੋਂ ਦਾ ਡਿਲੀਟ ਹੋ ਜਾਂਦਾ, ਬਟ ਉਹ ਕਲਿੱਪਬੋਰਡ ਦੇ ਵਿੱਚ ਕਾਪੀ ਹੋ ਜਾਂਦਾ ਵੀ ਤੁਸੀਂ ਕਿਤੇ ਹੋਰ ਜਾ ਕੇ ਉਹਨੂੰ ਪੇਸਟ ਕਰ ਸਕਦੇ ਹੋ।
ਉਸ ਤੋਂ ਬਾਅਦ ਨੈਕਸਟ ਕੁਐਸਚਨ ਆਇਆ ਕੁਐਸਚਨ ਨੰਬਰ 140 ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਦਾ ਪ੍ਰਾਇਮਰੀ ਕੰਪੋਨੈਂਟ ਆਫ URL ਦਾ ਪ੍ਰਾਇਮਰੀ ਕੰਪੋਨੈਂਟ ਕੀ ਨਹੀਂ ਹੈਗਾ ਤਾਂ IP ਐਡਰੈਸ ਹੈ ਉਹ URL ਦਾ ਕੰਪੋਨੈਂਟ ਨਹੀਂ ਹੈਗਾ URL ਕੀ ਹੁੰਦਾ ਯੂਨੀਫਾਰਮ ਰਿਸੋਰਸ ਲੋਕੇਟਰ ਤੇ URI ਕੀ ਹੁੰਦਾ ਯੂਨੀਫਾਰਮ ਰਿਸੋਰਸ ਆਇਡੈਂਟੀਫਾਇਰ ਠੀਕ ਹੈ which part of an operating system is in charge of handling hardware resources management when user launch an application ਅਗਰ ਕੋਈ ਪਰਸਨ ਹੈ ਠੀਕ ਹੈ ਉਹਨੇ ਕੋਈ ਐਪਲੀਕੇਸ਼ਨ ਨੂੰ ਲਾਂਚ ਕੀਤਾ ਹੈ ਤਾਂ ਜਿਹੜਾ ਹਾਰਡਵੇਅਰ ਰਿਸੋਰਸ ਯੂਜ਼ ਹੋਣਗੇ ਮਤਲਬ RAM ਯੂਜ਼ ਹੋਊਗੀ ਜਾਂ ਫਿਰ ਹੋਰ ਵੀ ਰਿਸੋਰਸਸ ਯੂਜ਼ ਹੋਣਗੇ ਤਾਂ ਉਹਨਾਂ ਨੂੰ ਹੈਂਡਲ ਕਰਨ ਦਾ ਕੰਮ ਕੌਣ ਕਰਦਾ ਹੁੰਦਾ ਤਾਂ ਉਹ ਕੰਮ ਕਰਦਾ ਕਰਨਲ ਠੀਕ ਹੈ ਕਰਨਲ ਦਾ ਕੰਮ ਹੈ ਉਹ ਚੀਜ਼ ਕੰਮ ਕਰਦਾ which of the following services allows user to read and view web pages on the internet ਯਾਨੀ ਕਿਹੜੀ ਸਰਵਿਸ ਹੈ ਤਾਂ HTTP ਦੀ ਸਰਵਿਸ ਹੈ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕਾਲ ਦੀ ਸਰਵਿਸ ਹੈ ਜਿਹਦੇ ਥਰੂ ਕਿ ਤੁਸੀਂ ਇੰਟਰਨੈਟ ਦੇ ਉੱਪਰ ਵੈਬ ਪੇजेस ਨੂੰ ਰੀਡ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਜਾਂਦਾ which of the following main menu contains the clip art icon to insert a clip art file in PowerPoint presentation ਯਾਨੀ ਤੁਹਾਨੂੰ clip art icon ਕਿੱਥੇ ਦੇਖਣ ਨੂੰ ਮਿਲਦਾ insert ਟੈਬ ਦੇ ਵਿੱਚ ਠੀਕ ਹੈ ਉਹ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ which type of an application software is used for creating and editing code program ਯਾਨੀ ਕੋਡ ਪ੍ਰੋਗਰਾਮ ਨੂੰ ਐਡਿਟ ਕਰਨ ਵਾਸਤੇ ਜਾਂ ਫਿਰ ਕ੍ਰੀਏਟ ਕਰਨ ਵਾਸਤੇ ਇਹਨਾਂ ਚਾਰਾਂ ਦੇ ਵਿੱਚੋਂ ਕਿਹਦੀ ਵਰਤੋਂ ਕੀਤੀ ਜਾਂਦੀ ਹੈ ਤਾਂ IDE ਦੀ ਵਰਤੋਂ ਕੀਤੀ ਜਾਂਦੀ ਹੈ ਜਿਹਦੀ ਸ਼ਾਰਟ ਫਾਰਮ ਹੈ ਇਹਦੀ ਸ਼ਾਰਟ ਫਾਰਮ ਕੀ ਹੈ IDE ਇੰਟੀਗ੍ਰੇਟਿਡ ਡਿਵੈਲਪਮੈਂਟ এনवायरमेंट ਇਹਦੀ ਵਰਤੋਂ ਕੀਤੀ ਜਾਂਦੀ ਹੈ ਕੋਈ ਵੀ ਕੋਡ ਨੂੰ ਐਡਿਟ ਕਰਨ ਵਾਸਤੇ ਜਾਂ ਫਿਰ ਕ੍ਰੀਏਟ ਕਰਨ ਵਾਸਤੇ ਠੀਕ ਹੈ ਵਟ ਇਜ਼ ਦਾ ਡਿਫਰੈਂਸ ਬਿਟਵੀਨ ਸੇਵ ਤੇ ਸੇਵ ਐਂਡ ਆਪਸ਼ਨ ਸੇਵ ਆਪਸ਼ਨ ਦੇ ਵਿੱਚ ਜਦੋਂ ਤੁਸੀਂ ਸੇਵ ਦਾ ਬਟਨ ਦਬਦੇ ਹੋ ਤਾਂ ਉਹਦੇ ਵਿੱਚ ਜਿਹੜਾ ਨੇਮ ਨਾਲ ਤੁਸੀਂ ਫਾਈਲ ਪਹਿਲਾਂ ਸੇਵ ਕੀਤੀ ਹੋਈ ਹੈ ਉਹਦੇ ਵਿੱਚ ਹੀ ਜਿਹੜਾ ਤੁਸੀਂ ਡਾਟਾ ਅਪਡੇਟ ਕੀਤਾ ਉਹ ਡਾਇਰੈਕਟਲੀ ਸੇਵ ਹੋ ਜਾਊਗਾ ਤੇ ਸੇਵ ਐਸ ਆਪਸ਼ਨ ਦੇ ਨਾਲ ਇਹ ਹੁੰਦਾ ਵੀ ਤੁਸੀਂ ਉਹਨੂੰ ਨਵੇਂ ਜਾਂ ਫਿਰ ਡਿਫਰੈਂਟ ਨੇਮ ਨਾਲ ਕਿਤੇ ਹੋਰ ਲੋਕੇਸ਼ਨ ਦੇ ਉੱਪਰ ਵੀ ਸੇਵ ਕਰ ਸਕਦੇ ਹੋ ਠੀਕ ਹੈ ਤਾਂ ਇੱਥੇ ਆਪਾਂ ਆਪਸ਼ਨ ਪੜ੍ਹ ਲੈਂਦੇ ਹਾਂ ਆਪਸ਼ਨ ਡੀ ਤੋਂ ਸ਼ੁਰੂ ਕਰਦੇ ਹਾਂ ਸੇਵ ਆਪਸ਼ਨ ਇਜ਼ ਯੂਜ਼ਡ ਟੂ ਸੇਵ ਦਾ ਡਾਕੂਮੈਂਟ ਬਾਈ ਯੂਜ਼ਿੰਗ ਦਾ ਲਿੰਕਡ ਨੇਮ if the file is already saved and the save as option gives the choice to save document by using another name if file is already saved and save as option gives the choice to save the मतलब repeat हो रहा है यानी ऑप्शन डी बिल्कुल अपना करेक्ट है ठीक है देख इतो जाके रिपीट हो रहा इतो जाके रिपीट हो रहा ठीक है इस तो पहला ऑप्शन डी बिल्कुल अपना करेक्ट है वो तो बाद नेक्स्ट क्वेश्चन आ गया which application is used to create and edit spreadsheet ਸਪਰੈਡਸ਼ੀਟ ਕੀ ਹੁੰਦੀ ਹੈ ਸਪਰੈਡਸ਼ੀਟ ਨੂੰ ਐਡਿਟ ਕਰਨ ਵਾਸਤੇ ਤੁਸੀਂ ਮਾਈਕਰੋਸਾਫਟ ਐਕਸਲ ਦਾ ਵਰਤੋਂ ਕਰਦੇ ਹੁੰਦੇ ਹੋ ਠੀਕ ਹੈ ਤੇ ਉਸ ਤੋਂ ਬਾਅਦ ਪਾਵਰਪੁਆਇੰਟ ਨੂੰ ਐਡਿਟ ਕਰਨ ਵਾਸਤੇ MS ਪਾਵਰਪੁਆਇੰਟ ਤੇ ਵਰਡ ਡਾਕੂਮੈਂਟ ਨੂੰ ਜਾਂ ਫਿਰ PDF ਨੂੰ ਐਡਿਟ ਕਰਨ ਵਾਸਤੇ ਤੁਸੀਂ ਮਾਈਕਰੋਸਾਫਟ ਵਰਡ ਦਾ ਪ੍ਰਯੋਗ ਕਰਦੇ ਹੋ VLC ਮੀਡੀਆ ਪਲੇਅਰ ਕਾਦੇ ਵਾਸਤੇ ਹੁੰਦਾ ਜਿਹੜੇ ਵੀ ਤੁਹਾਡੇ ਵੀਡੀਓਜ਼ ਵਗੈਰਾ ਮੂਵੀਜ਼ ਵਗੈਰਾ ਦੇਖਣੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਦੇਖਣ ਵਾਸਤੇ ਤੁਸੀਂ VLC ਮੀਡੀਆ ਪਲੇਅਰ ਜੋ ਕਿ ਓਪਨ ਸੋਰਸ ਮੀਡੀਆ ਪਲੇਅਰ ਹੈ ਉਹਦੀ ਵਰਤੋਂ ਕਰਦੇ ਹੋ ਹੁਣ ਓਪਨ ਸੋਰਸ ਕੀ ਹੁੰਦਾ ਓਪਨ ਸੋਰਸ ਤੋਂ ਮਤਲਬ ਹੈ ਜਿਹਦਾ ਸੋਰਸ ਕੋਡ ਤੁਹਾਨੂੰ ਓਪਨਲੀ ਅਵੇਲੇਬਲ ਮਿਲ ਜਾਂਦਾ ਹੈ ਸੋਰਸ ਕੋਡ ਓਪਨਲੀ ਅਵੇਲੇਬਲ ਦਾ ਮਤਲਬ ਹੈ ਵੀ ਤੁਸੀਂ ਉਹਨੂੰ ਆਪਣੇ ਅਕੋਰਡਿੰਗ ਡਾਊਨਲੋਡ ਕਰਕੇ ਮੋਡੀਫਾਈ ਕਰ ਸਕਦੇ ਹੋ ਭਾਵੇਂ ਉਹ ਐਪ ਹੈ ਭਾਵੇਂ ਕੋਈ ਸੌਫਟਵੇਅਰ ਹੈ ਠੀਕ ਹੈ ਉਸ ਤੋਂ ਬਾਅਦ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਐਨ ਇੰਟਰਨੈਟ ਪ੍ਰੋਟੋਕਾਲ ਇਹਨਾਂ ਚਾਰਾਂ ਦੇ ਵਿੱਚੋਂ ਇੰਟਰਨੈਟ ਪ੍ਰੋਟੋਕਾਲ ਕਿਹੜੀ ਹੈ CP ਨਾਮ ਦੀ ਕੋਈ ਵੀ ਇੰਟਰਨੈਟ ਪ੍ਰੋਟੋਕਾਲ ਨਹੀਂ ਐਗਜ਼ਿਸਟ ਕਰਦੀ ਠੀਕ ਹੈ ਉਸ ਤੋਂ ਬਾਅਦ ਕੁਐਸਚਨ ਨੰਬਰ 148 ਜਿਹਦੇ ਵਿੱਚ ਕੀ ਪੁੱਛਿਆ ਗਿਆ ਵਟ ਇਜ਼ ਦਾ ਆਊਟਪੁੱਟ ਆਫ ਟੋਗਲ ਕੇਸ ਇਫ ਅਪਲਾਈਡ ਫਾਰਮੈਟਿੰਗ ਟੈਕਸਟ ਡਾਕੂਮੈਂਟ ਯਾਨੀ ਇਹਦੇ ਉੱਪਰ ਅਗਰ ਤੁਸੀਂ ਟੋਗਲ ਕੇਸ ਅਪਲਾਈ ਕੀਤਾ ਹੈ ਤਾਂ ਕੀ ਹੋਊਗਾ ਤਾਂ ਇਹਦੇ ਵਿੱਚ ਐਵੇਂ ਹੋਊਗਾ ਵੀ ਜਿਹੜੇ ਫਸਟ ਲੈਟਰ ਹੋਣਗੇ ਜਿਵੇਂ F ਛੋਟਾ ਹੋ ਗਿਆ ਉਸ ਤੋਂ ਬਾਅਦ ਬਾਕੀ ਸਾਰੇ ਲੈਟਰਸ ਵੱਡੇ ਹੋਣਗੇ ਆਪਸ਼ਨ C ਬਿਲਕੁਲ ਕਰੈਕਟ ਹੋਊਗਾ ਬਟ ਇਹਦੇ ਵਿੱਚ ਨਾ ਜਿਹੜਾ T ਹੈ ਉਹ ਛੋਟਾ ਹੋਊਗਾ ਫਿਰ D ਹੈ ਜਿਹੜਾ ਉਹ ਵੀ ਛੋਟਾ ਹੋਊਗਾ ਠੀਕ ਹੈ ਬਾਕੀ ਸਾਰੇ ਜਿਹੜੇ ਨੇ ਉਹ ਵੱਡੇ ਹੋਣਗੇ ਇਹਦੇ ਵਿੱਚ ਟੋਗਲ ਕੇਸ ਦੇ ਵਿੱਚ ਇਹ ਹੁੰਦਾ ਠੀਕ ਹੈ ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਅੰਡਰ ਵਿਚ ਟੈਬ ਡਜ਼ ਸਲਾਈਡ ਸੌਰਟਰ ਵਿਊ ਸਲਾਈਡ ਸੌਰਟਰ ਵਿਊ ਕਿਹੜੇ ਟੈਬ ਦੇ ਵਿੱਚ ਆਉਂਦਾ ਤਾਂ ਵਿਊ ਟੈਬ ਦੇ ਵਿੱਚ ਤੁਹਾਨੂੰ ਸਲਾਈਡ ਸੌਰਟਰ ਵਿਊ ਦੇਖਣ ਨੂੰ ਮਿਲਦਾ ਠੀਕ ਹੈ ਉਸ ਤੋਂ ਬਾਅਦ ਆਪਾਂ ਅਗਰ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਟ ਡੂ ਵੀ ਡਿਲੀਟ a row from the spreadsheet what happened to the data in the row below the row ਯਾਨੀ ਅਗਰ ਤੁਸੀਂ ਕੋਈ ਰੋ ਡਿਲੀਟ ਕਰ ਦਿੰਦੇ ਹੋ ਸਪਰੈਡਸ਼ੀਟ ਦੇ ਵਿੱਚੋਂ then ਉਸ ਡਾਟਾ ਨਾਲ ਕੀ ਹੁੰਦਾ ਜਿਹੜਾ ਉਸ ਰੋ ਦੇ ਨੀਚੇ ਇੱਕ ਹੋਰ ਰੋ ਬਣੀ ਹੁੰਦੀ ਹੈ ਠੀਕ ਹੈ ਉਹ ਕੀ ਹੁੰਦਾ ਉਹ ਉੱਪਰ ਆ ਜਾਂਦਾ ਸਿੰਪਲੀ ਉੱਪਰ ਆ ਜੂਗੀ ਉਹ ਇੱਧਰ ਗਿਆ ਉਹ ਸਿੰਪਲੀ ਉੱਪਰ ਆ ਜੂਗੀ ਰੋ ਠੀਕ ਹੈ ਹੋਰ ਕੁਝ ਨਹੀਂ ਹੁੰਦਾ ਉਸ ਤੋਂ ਬਾਅਦ which of the following browsers features allows us to adjust the page orientation margin
ਐਂਡ ਸਕੇਲਿੰਗ ਬਿਫੋਰ ਪ੍ਰਿੰਟਿੰਗ ਅ ਵੈਬ ਪੇਜ। ਇਹਨਾਂ ਦੇ ਵਿੱਚੋਂ ਕਿਹੜਾ ਇਹੋ ਜਿਹਾ ਫੀਚਰ ਹੈ ਜੋ ਕਿ ਤੁਹਾਨੂੰ ਪੇਜ ਓਰੀਐਂਟੇਸ਼ਨ ਨੂੰ ਐਡਜਸਟ ਕਰਨ ਦਿੰਦਾ ਹੈ, ਮਾਰਜਨ ਨੂੰ ਐਡਜਸਟ ਕਰਨ ਦਿੰਦਾ ਹੈ ਤੇ ਸਕੇਲਿੰਗ ਨੂੰ ਐਡਜਸਟ ਕਰਨ ਦਿੰਦਾ ਪ੍ਰਿੰਟਿੰਗ ਹੋਣ ਤੋਂ ਪਹਿਲਾਂ? ਤਾਂ ਪ੍ਰਿੰਟ ਪ੍ਰੀਵਿਊ। ਪ੍ਰਿੰਟ ਪ੍ਰੀਵਿਊ ਤੋਂ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਜਿਹੜਾ ਇਹਦਾ ਮਾਰਜਨ ਹੈ ਘੱਟ ਹੈ ਜਾਂ ਵੱਧ ਹੈ, ਜਾਂ ਫਿਰ ਪ੍ਰਿੰਟ ਹੋਣ ਤੋਂ ਬਾਅਦ ਡਾਕੂਮੈਂਟ ਕਿਸ ਤਰ੍ਹਾਂ ਦਾ ਦਿਖੂਗਾ। ਠੀਕ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਕੰਪੋਨੈਂਟ ਆਫ ਫੌਸ। ਫੌਸ ਕੀ ਹੈ ਉਹਦੇ ਬਾਰੇ ਦੱਸਦੇ ਹਾਂ। ਠੀਕ ਹੈ, ਫੌਸ ਦਾ ਜਿਹੜਾ ਕੰਪੋਨੈਂਟ, ਫੌਸ ਬਾਰੇ ਦੇਖੋ ਆਪਾਂ ਅੱਗੇ ਪੂਰੀ ਡਿਟੇਲ ਦੇ ਵਿੱਚ ਵੀ ਕਰਾਂਗੇ, ਕਿਉਂਕਿ ਇਹਦੇ ਰਿਗਾਰਡਿੰਗ ਅੱਗੇ ਵੀ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਣਗੇ। ਤਾਂ ਇਹਦੇ ਵਿੱਚ ਸਿੰਪਲੀ ਪੁੱਛਿਆ ਗਿਆ ਵੀ ਫੌਸ ਕੀ ਚੀਜ਼ ਹੈ। ਠੀਕ ਹੈ, ਤਾਂ ਫੌਸ ਦੇ ਵਿੱਚ ਆਪਾਂ ਨੇ ਇਹ ਦੱਸਣਾ ਸੀ ਵੀ ਇਹਦਾ ਕਿਹੜਾ ਕੰਪੋਨੈਂਟ ਨਹੀਂ ਹੈਗਾ। ਇੱਥੇ ਤੁਹਾਨੂੰ ਨਾ ਇੱਥੇ ਇੱਕ ਆਪਸ਼ਨ ਗਲਤ ਦਿੱਤਾ ਹੋਇਆ, ਇੱਥੇ ਮਾਈਕਰੋਸਾਫਟ ਆਫਿਸ ਆਊਗਾ, ਕਿਉਂਕਿ ਇਹ ਤਿੰਨੋਂ ਦੇ ਤਿੰਨ ਹੀ ਜਿਹੜੇ ਆਪਸ਼ਨਸ ਨੇ ਇਹ ਫੌਸ ਦੇ ਅੰਡਰ ਆਉਂਦੇ ਨੇ, ਬਟ ਜਿਹੜਾ ਮਾਈਕਰੋਸਾਫਟ ਆਫਿਸ ਹੈ ਉਹ ਨਹੀਂ ਆਉਂਦਾ। ਠੀਕ ਹੈ, ਫੌਸ ਕੀ ਹੁੰਦਾ ਉਹ ਆਪਾਂ ਅੱਗੇ ਜਾ ਕੇ ਪੜਾਂਗੇ, ਕਿਉਂਕਿ ਇਹਦੇ ਰਿਗਾਰਡਿੰਗ ਪਹਿਲਾਂ ਫੁੱਲ ਫਾਰਮ ਦੇ ਵਿੱਚ ਵੀ ਤੇ ਸਪੈਸੀਫਿਕਲੀ ਵੀ ਕੁਐਸਚਨ ਆਇਆ ਹੋਇਆ। ਠੀਕ ਹੈ, ਇਨ MS PowerPoint one can find the pictures option in where one can add clip art of images to a slide and enhance its visual appeal। ਯਾਨੀ MS PowerPoint ਦੇ ਵਿੱਚ ਤੁਸੀਂ ਕਿਵੇਂ ਪਿਕਚਰਸ ਨੂੰ ਇਨਸਰਟ ਕਰ ਸਕਦੇ ਹੋ ਜਾਂ ਫਿਰ ਕਲਿੱਪ ਆਰਟ ਨੂੰ ਇਨਸਰਟ ਕਰ ਸਕਦੇ ਹੋ ਤਾਂ ਕਿ ਜਿਹਦਾ ਵਿਜ਼ੂਅਲ ਅਪੀਲ ਹੈ ਉਹ ਥੋੜੀ ਵੱਧ ਜੇ। ਠੀਕ ਹੈ, ਤਾਂ ਇਨਸਰਟ ਟੈਬ ਦੇ ਵਿੱਚ ਜਾ ਕੇ ਅਮੋਂਗ ਦਾ ਫੋਲੋਇੰਗ ਟੈਕਨੀਕਸ ਫॉर ਸਟੇਬਲਾਈਜ਼ਿੰਗ ਅ ਕਨੈਕਸ਼ਨ ਟੂ ਅ WAN ਇਨ ਹੋਮ ਇੰਟਰਨੈਟ ਕਨੈਕਸ਼ਨ ਵਿਚ ਟੈਕਨੀਕ ਇਜ਼ ਕਾਮਨਲੀ ਯੂਜ਼ਡ। ਯਾਨੀ ਤੁਸੀਂ ਸਿੰਪਲੀ ਕਹਿ ਸਕਦੇ ਹੋ ਵੀ ਘਰਾਂ ਦੇ ਵਿੱਚ ਜਿਹੜੀ ਤੁਸੀਂ ਕਹਿ ਸਕਦੇ ਹੋ ਕਨੈਕਸ਼ਨ ਨੂੰ ਸਟੇਬਲਾਈਜ਼ ਕਰਨ ਵਾਸਤੇ ਕਿਹੜੀ ਟੈਕਨੀਕ ਯੂਜ਼ ਕੀਤੀ ਜਾਂਦੀ ਹੈ, ਤਾਂ ਡਿਜੀਟਲ ਸਬਸਕ੍ਰਾਈਬਰ ਲਾਈਨ DSL ਯੂਜ਼ ਕੀਤੀ ਜਾਂਦੀ ਹੈ। ਠੀਕ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਅ ਸਿਸਟਮ ਸੈਟਿੰਗ ਦੈਟ ਕੈਨ ਬੀ ਚੇਂਜ ਟੂ ਅ ਕੰਟਰੋਲ ਦਾ ਸਪੀਡ ਆਫ ਅ ਮਾਊਸ ਪੁਆਇੰਟਰ। ਮਾਊਸ ਪੁਆਇੰਟਰ ਸਪੀਡ ਜੋ ਕਿ ਤੁਸੀਂ ਕੰਟਰੋਲ ਪੈਨਲ ਦੇ ਵਿੱਚ ਜਾ ਕੇ ਹੀ ਚੇਂਜ ਕਰ ਸਕਦੇ ਹੋ। ਠੀਕ ਹੈ, ਵਿਚ ਆਪਸ਼ਨ ਕਰੈਕਟਲੀ ਰਿਪਰੈਜ਼ੈਂਟ ਦਾ ਪਰਪਸ ਆਫ ਦਾ ਪ੍ਰੈਜੈਂਟੇਸ਼ਨ ਵਿਊ ਆਪਸ਼ਨ ਇਨ MS PowerPoint। ਤਾਂ MS PowerPoint ਦੇ ਵਿੱਚ ਜਿਹੜਾ ਪ੍ਰੈਜੈਂਟੇਸ਼ਨ ਵਿਊ ਹੈ ਉਹ ਕੀ ਰਿਪਰੈਜ਼ੈਂਟ ਕਰ ਰਿਹਾ ਤੇ ਕੀ ਪਰਪਸ ਹੈ ਉਹਦਾ? ਟੂ ਵਿਊ ਦਾ ਨੋਟਸ ਐਂਡ ਐਨੀਮੇਸ਼ਨ ਡਿਊਰਿੰਗ ਦਾ ਪ੍ਰੈਜੈਂਟੇਸ਼ਨ ਆਫ ਸਲਾਈਡ। ਠੀਕ ਹੈ, ਜਿਹੜਾ ਪ੍ਰੈਜੈਂਟੇਸ਼ਨ ਵਿਊ ਹੈ ਉਹ ਇਹੀ ਕੰਮ ਕਰਦਾ ਵੀ ਜਿਹੜੇ ਤੁਸੀਂ ਨੋਟਸ ਕ੍ਰੀਏਟ ਕੀਤੇ ਨੇ, ਠੀਕ ਹੈ, ਜਾਂ ਫਿਰ ਐਨੀਮੇਸ਼ਨ ਬਣਾਈਆਂ ਨੇ ਉਹਨਾਂ ਨੂੰ ਸ਼ੇਅਰ ਕਰਦਾ ਤੁਹਾਡੇ ਨਾਲ। ਉਸ ਤੋਂ ਬਾਅਦ ਵਿਚ ਮੈਥਡ ਇਜ਼ ਯੂਜ਼ਡ ਟੂ ਯੂਜ਼ ਦਾ ਪ੍ਰਿੰਟ ਪ੍ਰੀਵਿਊ ਫੰਕਸ਼ਨ ਇਨ ਮਾਈਕਰੋਸਾਫਟ ਵਰਡ। ਯਾਨੀ ਤੁਸੀਂ ਪ੍ਰਿੰਟ ਪ੍ਰੀਵਿਊ ਫੰਕਸ਼ਨ ਜਿਹੜਾ ਉਹ ਕਿਵੇਂ ਯੂਜ਼ ਕਰ ਸਕਦੇ ਹੋ। ਠੀਕ ਹੈ, ਤਾਂ ਰਾਈਟ ਕਲਿੱਕ ਔਨ ਦਾ ਡਾਕੂਮੈਂਟ ਐਂਡ ਪ੍ਰਿੰਟ ਪ੍ਰੀਵਿਊ ਫਰੋਮ ਦਾ ਕੰਟੈਕਸਟ ਮੈਨੂ, ਜਾਂ ਫਿਰ ਤੁਸੀਂ ਕੀ ਕਰ ਸਕਦੇ ਹੋ ਸਿਲੈਕਟ ਦਾ ਪ੍ਰਿੰਟ ਆਈਕਨ ਔਨ ਦਾ ਟੂਲ ਬਾਰ, ਜਾਂ ਫਿਰ ਗੋ ਟੂ ਦਾ ਫਾਈਲ ਮੈਨੂ ਐਂਡ ਸਿਲੈਕਟ ਪ੍ਰਿੰਟ ਪ੍ਰੀਵਿਊ ਔਰ ਯੂਜ਼ ਦਾ ਕੀਬੋਰਡ ਸ਼ਾਰਟਕਟ ਕੰਟਰੋਲ P। ਠੀਕ ਹੈ, ਹੁਣ ਇੱਥੇ ਨਾ ਕੁਝ ਆਪਸ਼ਨਸ ਮਤਲਬ ਜਿਵੇਂ ਕਿਹੜੇ ਆਪਸ਼ਨਸ ਨੇ ਜਿਹੜੇ ਕਿ ਆਪਾਂ ਨੇ ਸਿਲੈਕਟ ਕਰਨੇ ਨੇ। ਇਹਦੇ ਵਿੱਚ ਉਹ ਦੇਖੋ ਪਹਿਲਾ ਪ੍ਰਿੰਟ ਆਈਕਨ ਦੇ ਉੱਪਰ ਕਲਿੱਕ ਕਰਕੇ, ਦੂਜਾ ਗੋ ਟੂ ਦਾ ਫਾਈਲ ਮੈਨੂ ਤੇ ਉੱਥੇ ਪ੍ਰਿੰਟ ਪ੍ਰੀਵਿਊ ਤੁਸੀਂ ਸਿਲੈਕਟ ਕਰ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਤੀਜਾ ਯੂਜ਼ ਕੀਬੋਰਡ ਸ਼ਾਰਟਕਟ ਕੰਟਰੋਲ P। ਇੱਥੇ ਨਾ ਆਪਸ਼ਨ ਦਿੱਤੇ ਹੋਣੇ ਚਾਹੀਦੇ ਸੀ ਵੀ ਫਸਟ ਤੇ ਸੈਕਿੰਡ ਨੂੰ ਯੂਜ਼ ਕਰਕੇ ਜਾਂ ਫਸਟ ਥਰਡ ਤੇ ਫੋਰਥ ਨੂੰ ਤੁਸੀਂ ਯੂਜ਼ ਕਰਕੇ ਪ੍ਰਿੰਟ ਪ੍ਰੀਵਿਊ ਦਾ ਯੂਜ਼ ਕਰ ਸਕਦੇ ਹੋ। ਤਾਂ ਇੱਥੇ ਆਪਣਾ ਬਿਲਕੁਲ ਕਰੈਕਟ ਆਨਸਰ ਰਹੂਗਾ ਵੀ ਪਹਿਲਾ, ਤੀਜਾ ਤੇ ਚੌਥੇ ਜਿਹੜੇ ਤਰੀਕੇ ਨੇ ਉਹ ਬਿਲਕੁਲ ਸਹੀ ਤਰੀਕੇ ਨੇ। ਠੀਕ ਹੈ, ਜੋ ਪ੍ਰਿੰਟ ਪ੍ਰੀਵਿਊ ਨੂੰ ਯੂਜ਼ ਕਰਨ ਵਾਸਤੇ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਜਨਰਲੀ ਕੰਸੀਡਰਡ ਐਜ਼ ਇੰਟਰਨੈਟ ਸਰਵਿਸ। ਇਹਨਾਂ ਦੇ ਵਿੱਚੋਂ ਇੰਟਰਨੈਟ ਸਰਵਿਸ ਕਿਹੜੀ ਕੰਸੀਡਰ ਨਹੀਂ ਕੀਤੀ ਜਾਂਦੀ? ਤਾਂ ਬਲੂਟੁੱਥ ਹੈ ਜਿਹੜੀ ਉਹ ਇੰਟਰਨੈਟ ਸਰਵਿਸ ਨਹੀਂ ਕੰਸੀਡਰ ਕੀਤੀ ਜਾਂਦੀ। ਠੀਕ ਹੈ, ਵਿਚ ਆਫ ਦਾ ਫੋਲੋਇੰਗ ਇੰਟਰਨੈਟ ਐਕਸੈਸ ਟੈਕਨੋਲੋਜੀ ਯੂਜ਼ ਦਾ ਵਾਇਰਲੈਸ ਸਿਗਨਲ ਟ੍ਰਾਂਸਮਿਟਡ ਫਰੋਮ ਸੈਲੂਲਰ ਟਾਵਰਸ ਟੂ ਮੋਬਾਈਲ ਡਿਵਾਈਸਿਸ ਟੂ ਪ੍ਰੋਵਾਈਡ ਇੰਟਰਨੈਟ ਕਨੈਕਟੀਵਿਟੀ। ਤਾਂ 3G 4G 5G ਸੈਲੂਲਰ ਨੈਟਵਰਕਸ ਨੇ ਜਿਹੜੇ ਉਹ ਮਤਲਬ ਤੁਹਾਨੂੰ ਪਤਾ ਹੀ ਹੈ 3G 4G 5G ਹੈ, ਉਹੀ ਉਹਦੇ ਥਰੂ ਹੀ ਤੁਸੀਂ ਇੰਟਰਨੈਟ ਐਕਸੈਸ ਕਰਦੇ ਹੋ ਵਾਇਰਲੈਸਲੀ। ਬਾਈ ਹੂਮ ਵਾਸ ਦਾ ਇੰਟਰਨੈਟ ਡਿਵੈਲਪ। ਇੰਟਰਨੈਟ ਕਿਹਨੇ ਡਿਵੈਲਪ ਕੀਤਾ ਸੀ ਜਾਂ ਫਿਰ ਫਾਦਰ ਆਫ ਇੰਟਰਨੈਟ ਕਿਹਨਾਂ ਨੂੰ ਕਿਹਾ ਜਾਂਦਾ ਹੈ? ਬੌਬ ਕਾਨ ਤੇ ਵਿੰਟਨ ਸਰਫ ਨੂੰ। ਫਾਦਰ ਆਫ ਇੰਟਰਨੈਟ ਕਿਹਨੂੰ ਕਿਹਾ ਜਾਂਦਾ? ਵਿੰਟਨ ਸਰਫ ਨੂੰ। ਤੇ ਡਿਵੈਲਪ ਕਿਹਨੇ ਕੀਤਾ ਸੀ? ਬੌਬ ਕਾਨ ਤੇ ਵਿੰਟਨ ਸਰਫ ਨੇ, ਦੋਨਾਂ ਜਣਿਆਂ ਨੇ ਰਲ ਕੇ ਕੀਤਾ ਸੀ। ਵਿਚ ਕਮਾਂਡ ਇਜ਼ ਯੂਜ਼ ਟੂ ਓਪਨ ਅ ਡਾਕੂਮੈਂਟ ਇਨ MS ਵਰਡ। MS ਵਰਡ ਦੇ ਵਿੱਚ ਕੋਈ ਵੀ ਜਿਹੜਾ ਡਾਕੂਮੈਂਟ ਹੈ ਉਹਨੂੰ ਓਪਨ ਕਰਨ ਵਾਸਤੇ ਕਿਹੜਾ ਕਮਾਂਡ ਯੂਜ਼ ਹੁੰਦਾ ਹੈ? Ctrl+O ਦਾ ਕਮਾਂਡ ਯੂਜ਼ ਹੁੰਦਾ ਹੈ। ਠੀਕ ਹੈ, ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਦੀ, ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਿਚ ਆਫ ਦਾ ਫੋਲੋਇੰਗ ਇਜ਼ ਪ੍ਰੈਫਰਡ ਪਾਵਰ ਸੇਵਿੰਗ ਮੋਡ ਇਨ ਵਿੰਡੋਜ਼ 10। ਵਿੰਡੋਜ਼ 10 ਦੇ ਵਿੱਚ ਪਾਵਰ ਸੇਵਿੰਗ ਮੋਡ ਕਿਵੇਂ ਲੱਗਦਾ? ਸਲੀਪ ਮੋਡ ਦੇ ਉੱਪਰ ਕਲਿੱਕ ਕਰਕੇ ਜਦ ਤੁਸੀਂ ਸਲੀਪ ਮੋਡ ਦੇ ਵਿੱਚ ਚਲੇ ਜਾਂਦੇ ਹੋ ਤਾਂ ਉਹ ਪਾਵਰ ਸੇਵਿੰਗ ਮੋਡ ਦੇ ਵਿੱਚ ਆ ਜਾਂਦਾ ਹੈ। ਵਿਚ ਆਫ ਦਾ ਫੋਲੋਇੰਗ ਅਰਲੀ ਕੰਪਿਊਟਿੰਗ
machines is considered the first mechanical computer and is known for its use of punch card for control automatic operation। ਯਾਨੀ ਕਿਹੜੀ ਇਹੀ ਜੀ ਮਸ਼ੀਨ ਸੀ अर्ली ਕੰਪਿਊਟਿੰਗ ਟਾਈਮ ਦੇ ਵਿੱਚ ਜਿਹਨੇ ਪੰਚ ਕਾਰਡ ਦਾ ਯੂਜ਼ ਕੀਤਾ ਸੀ, ਠੀਕ ਹੈ, ਆਪਣੇ ਆਟੋਮੈਟਿਕ ਆਪਰੇਸ਼ਨ ਨੂੰ ਯੂਜ਼ ਕਰਨ ਵਾਸਤੇ, ਤਾਂ ਐਨਾਲਿਟੀਕਲ ਇੰਜਨ ਦਾ, ਠੀਕ ਹੈ। ਉਹ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, ਵਿਚ ਆਫ ਦਾ ਫੋਲੋਇੰਗ options allows user to customize clip art picture and shapes by adjusting their formatting and inserting them to PowerPoint slide। ਤਾਂ ਤੁਸੀਂ ਕਿਵੇਂ ਕਰ ਸਕਦੇ ਹੋ, ਠੀਕ ਹੈ, ਫਾਰਮੈਟ ਪਿਕਚਰਸ ਦੇ ਥਰੂ। ਫਾਰਮੈਟ ਪਿਕਚਰ ਦੇ ਵਿੱਚ ਜਾ ਕੇ ਤੁਸੀਂ ਪਿਕਚਰਸ ਨੂੰ ਕ੍ਰੌਪ ਵੀ ਕਰ ਸਕਦੇ ਹੋ, ਉਹਨੂੰ ਜਿਵੇਂ ਤੁਸੀਂ ਮੋਡੀਫਾਈ ਕਰਨਾ ਚਾਹੁੰਦੇ ਹੋ ਉਸ ਤਰ੍ਹਾਂ ਮੋਡੀਫਾਈ ਕਰ ਸਕਦੇ ਹੋ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, what option does Microsoft allows user to change the appearance of bullets or numbering। ਯਾਨੀ ਬੁਲਟਸ ਤੇ ਨੰਬਰਿੰਗ ਨੂੰ ਚੇਂਜ ਕਰਨ ਵਾਸਤੇ ਕਿੱਥੇ ਜਾ ਕੇ ਤੁਹਾਨੂੰ ਆਪਸ਼ਨ ਦੇਖਣ ਨੂੰ ਮਿਲਦਾ ਹੈ, ਤਾਂ ਹੋਮ ਟੈਬ ਦੇ ਵਿੱਚ ਹੀ ਜਾ ਕੇ ਤੁਹਾਨੂੰ ਆਪਸ਼ਨ ਦੇਖਣ ਨੂੰ ਮਿਲਦੇ ਨੇ। ਵਿਚ ਬਾਰ ਐਗਜ਼ਿਸਟ ਬਿਲੋ ਦਾ ਮੈਨੂ ਬਾਰ, ਮੈਨੂ ਬਾਰ ਦੇ ਨੀਚੇ ਕਿਹੜੀ ਬਾਰ ਦੇਖਣ ਨੂੰ ਮਿਲਦੀ ਹੈ, ਟੂਲ ਬਾਰ ਦੇਖਣ ਨੂੰ ਮਿਲਦੀ ਹੈ ਸਾਨੂੰ। ਸਿੰਪਲੀ MS ਵਰਡ ਲਾ ਲਓ, ਪਾਵਰ ਪੁਆਇੰਟ ਲਾ ਲਓ, ਨਹੀਂ ਹਾਂ ਪਾਵਰ ਪੁਆਇੰਟ ਲਾ ਲਓ ਜਾਂ ਫਿਰ ਐਕਸਲ ਲਾ ਲਓ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, ਵਿਚ ਆਫ ਦਾ ਫੋਲੋਇੰਗ ਇੰਟਰਨੈਟ ਐਕਸੈਸ ਟੈਕਨੋਲੋਜੀ ਆਫਰਸ ਦਾ ਅਲਟਰਾ ਹਾਈ ਸਪੀਡ ਡਾਟਾ ਟਰਾਂਸਮਿਸ਼ਨ ਰੇਟ ਥਰੂ ਥਿਨ ਗਲਾਸ ਔਰ ਪਲਾਸਟਿਕ ਫਾਈਬਰ, ਤਾਂ ਫਾਈਬਰ ਆਪਟਿਕਸ, ਠੀਕ ਹੈ, ਇਹਦੇ ਥਰੂ ਹੀ ਦੇਖਣ ਨੂੰ ਮਿਲਦਾ, ਜੋ ਕਿ ਆਪਾਂ ਨੇ ਪਹਿਲਾਂ ਵੀ ਡਿਸਕਸ਼ਨ ਕਰ ਚੁੱਕੇ ਹਾਂ। ਵੈਨ ਪਾਰਟਿਸਿਪੇਟਿੰਗ ਇਨ ਆਨਲਾਈਨ ਡਿਸਕਸ਼ਨ ਔਰ ਫੋਰਮਸ ਵਟ ਇਜ਼ ਦਾ ਬੈਸਟ ਪ੍ਰੈਕਟਿਸਿਸ ਵਿਦ ਰਿਗਾਰਡ ਟੂ ਐਕਸੈਂਟ ਐਂਡ ਲੈਂਗੁਏਜ। ਵੀ ਅਗਰ ਤੁਸੀਂ ਕਿਸੇ ਵੀ ਆਨਲਾਈਨ ਡਿਸਕਸ਼ਨ ਜਾਂ ਫੋਰਮ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ। ਤਾਂ ਸੁਣੇ ਦੇਖੋ, ਯੂਜ਼ ਦਾ ਰਿਸਪੈਕਟਫੁਲ ਲੈਂਗੁਏਜ, ਇੱਥੇ ਯੂਜ਼ਿੰਗ ਹੈ, ਅਵੋਇਡਿੰਗ ਨਹੀਂ ਆਊਗਾ। use the respectful language and avoiding the abusive comment। ਵੀ ਤੁਹਾਨੂੰ ਗਾਲਾਂ ਨਹੀਂ ਕੱਢਣੀਆਂ ਹੁੰਦੀਆਂ ਨੇ ਉਹਦੇ ਵਿੱਚ, ਰਿਸਪੈਕਟਫੁਲ ਲੈਂਗੁਏਜ ਦੇ ਵਿੱਚ ਆਪਾਂ ਨੇ ਪਾਰਟਿਸਿਪੇਟ ਕਰਨਾ ਹੁੰਦਾ ਆਨਲਾਈਨ ਡਿਸਕਸ਼ਨ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, in MS PowerPoint you can rotate the selected object by clicking the dragging rotate handle which is often located at the top, ਠੀਕ ਹੈ। ਜਿਹੜਾ ਰੋਟੇਟ ਕਰਨ ਵਾਲਾ ਆਈਕਨ ਹੁੰਦਾ ਨਾ ਉਹ ਉਤਲੇ ਪਾਸੇ ਹੁੰਦਾ, ਉੱਤੋਂ ਪੜ ਕੇ ਤੁਸੀਂ ਉਹਨੂੰ ਗੋਲ ਕਤਾਰੇ ਵਾਂਗੂ ਘੁਮਾ ਸਕਦੇ ਹੋ, ਜਿਵੇਂ ਮਰਜ਼ੀ ਘੁਮਾ ਲਓ ਉਹਨੂੰ, ਜਿਹੜਾ ਵੀ ਆਬਜੈਕਟ ਹੈ। ਉਸ ਤੋਂ ਬਾਅਦ ਕੁਐਸਚਨ ਨੰਬਰ 170, ਠੀਕ ਹੈ, ਆਪਣਾ ਹਾਊ ਕੈਨ ਵੀ ਪ੍ਰਿੰਟ ਆ ਵੈਬ ਪੇਜ। ਤੁਸੀਂ ਕਿਸੇ ਵੈਬ ਪੇਜ ਨੂੰ ਕਿਵੇਂ ਪ੍ਰਿੰਟ ਕਰ ਸਕਦੇ ਹੋ, ਤਾਂ ਸਿੰਪਲੀ ਓਪਨ ਦਾ ਵੈਬ ਪੇਜ, Ctrl+P ਤੇ ਦੈਨ ਕਲਿੱਕ ਔਨ ਦਾ ਪ੍ਰਿੰਟ ਬਟਨ, ਠੀਕ ਹੈ। ਹੁਣ ਤੱਕ ਆਪਣੇ 170 ਕੁਐਸਚਨ, ਯਾਨੀ ਕਿ ਹਾਫ ਸੈਂਚੁਰੀ ਕੰਪਲੀਟ ਹੋ ਚੁੱਕੀ ਹੈ। ਹਾਫ ਸੈਂਚੁਰੀ ਐਵੇਂ ਨਹੀਂ ਹੈਗਾ, ਹਾਫ ਸੈਂਚੁਰੀ ਵੈਸੇ ਤਾਂ ਹੁੰਦੀ ਹੈ 50 ਕੁਐਸਚਨਾਂ ਦੀ, ਬਟ ਆਪਣੇ ਕੁੱਲ ਮਿਲਾ ਕੇ 340 ਕੁਐਸਚਨ ਨੇ, ਤੇ 340 ਦਾ ਹਾਫ ਕਿੰਨਾ ਬਣਦਾ, 170 ਕੁਐਸਚਨ। ਇੱਥੇ ਤੱਕ ਤੁਹਾਡੇ 170 ਕੁਐਸਚਨ ਕੰਪਲੀਟ ਹੋ ਚੁੱਕੇ ਨੇ, ਠੀਕ ਹੈ। ਤੇ